शेरे पंजाब 600 AM ते निघा हार्दिक स्वागत है। मैं तुहाडा मेज़बान हरजीत सिंह गिल शो लैके तुहाडी सेवा दे विच हाज़र हां। 10:16 होए ने 12 जुलाई का दिन है, बरा 2022 का मंगलवार ते 28 हाड़ नानकशे सम्मत 554। अहलन व सहलन यौम तलाता मबरूक। मंगलवार ਚੱਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ 'ਚ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਫਿਰ ਅੱਜ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਜੀ ਨੇ ਇਹ ਧੰਦੂਕਾਰੇ ਦੀਆਂ ਜਿਹੜੀਆਂ ਗੱਲਾਂ ਕੀਤੀਆਂ, ਜੇਮਸ ਵੈਬ ਟੈਲੀਸਕੋਪ ਨੇ ਫੋਟੋਆਂ ਭੇਜ ਦਿੱਤੀਆਂ। ਉਸ ਫੋਟੋਆਂ ਦੇ ਵਿੱਚ ਆਪਣੇ ਸੌਰ ਮੰਡਲ ਤੋਂ ਬਾਹਰ ਦੂਰ ਤੱਕ ਉਹ ਦੇਖਦੀ ਹੈ ਤੇ ਉਹਨੇ ਵੇਖਣਾ ਹੈ ਜਦ ਤੋਂ ਪਹਿਲਾਂ ਬਿਗ ਬੈਂਗ ਤੋਂ ਬਾਅਦ, ਜਦ ਵੱਡੇ ਧਮਾਕੇ ਤੋਂ ਬਾਅਦ ਫਿਰ ਜਿਹੜਾ ਇਹ ਸਾਡਾ ਯੂਨੀਵਰਸ ਹੈ ਇਸ ਨੂੰ 13.8 ਬਿਲੀਅਨ ਅਰਬ ਸਾਲ ਇਸ ਦੀ ਉਮਰ ਹੈ ਬਿਗ ਬੈਂਗ ਤੋਂ ਲੈ ਕੇ। ਫਿਰ ਇਹ ਆਕਾਸ਼ ਗੰਗਾ ਜਿਹੜੀਆਂ ਗਲੈਕਸੀਜ਼ ਬਣੀਆਂ, ਕਿੰਨੀਆਂ ਬੜੀਆਂ ਸੋਲਰ ਸਿਸਟਮ ਆਪਣੇ ਨੂੰ ਛੱਡ ਦਈਏ। ਜੇਮਸ ਵੈਬ ਕਿੱਥੇ ਖੜੀ ਹੈ, ਕਿੱਥੇ ਟਰੈਵਲ ਕਰਦੀ ਹੈ, ਕਿਹਦੇ ਆਲੇ ਦੁਆਲੇ ਘੁੰਮਦੀ ਹੈ, ਕਿੰਨੇ ਸਮੇਂ 'ਚ ਪਹੁੰਚੀ। L2 ਕੀ ਹੈ, ਲੈਗਰੇਂਜ ਜਿੱਥੇ ਖੜ੍ਹ ਕੇ ਇਹ ਕਿੱਥੇ ਜਾ ਕੇ ਕਿਹਦੇ ਆਲੇ ਦੁਆਲੇ ਘੁੰਮ ਰਹੀ ਹੈ, ਕੀ ਭੇਜੇਗੀ, ਇੰਨੀਆਂ ਸਾਫ਼ ਫੋਟੋਆਂ ਜਿਹੜੀਆਂ ਭੇਜ ਰਹੀ ਹੈ, ਉਹਦੇ ਬਾਰੇ ਜਾਣਕਾਰੀ ਅੱਜ ਚਿਰ ਬਾਅਦ ਆਪਣਾ ਬਹੁਤ ਪਸੰਦੀਦਾ ਸਬਜੈਕਟ ਹੈ। ਇਸ 'ਤੇ ਗੱਲਬਾਤ ਕਰਾਂਗੇ ਅਤੇ ਆਖਰੀ ਘੰਟੇ 'ਚ ਤਕਨੀਕ ਦੀ ਵੀ ਮੈਂ ਗੱਲ ਕਰਨੀ ਹੈ। ਪਿਛਲੇ ਦਿਨੀਂ ਜਿਹੜੀ ਜਦ ਬਾਰ ਐਤਵਾਰ ਨੂੰ ਸੈਲੂਲਰ ਫੋਨ ਬੰਦ ਹੋਏ, ਸਰਵਿਸਿਜ਼ ਬੰਦ ਹੋਈਆਂ ਤਾਂ ਕਿੰਨਾ ਆਰਾਮ ਸੀ, ਕੀ ਹੋਇਆ ਉਹਦੇ ਬਾਰੇ ਵੀ ਗੱਲਬਾਤ ਹੋਏਗੀ। ਸਭ ਕੁਛ ਕਿਵੇਂ ਬੰਦ ਹੋ ਸਕਦਾ। ਹਬਲ ਜਿਹੜੀ ਪਹਿਲੀ ਜਿਹੜੀ ਟੈਲੀਸਕੋਪ ਹੈ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਇਹ ਜੇਮਸ ਵੈਬ ਆ, ਇਹ ਕੀ ਹੈ, ਹਬਲ ਕਿਹਦੇ ਆਲੇ ਦੁਆਲੇ ਘੁੰਮਦੀ ਹੈ, ਜੇਮਸ ਵੈਬ ਕਿਹਦੇ ਆਲੇ ਦੁਆਲੇ ਘੁੰਮਦੀ ਹੈ, ਇਹ ਅੱਜ ਗੱਲਬਾਤ ਹੋਏਗੀ। ਤੁਸੀਂ ਸ਼ਾਮਲ ਹੋਣਾ 604 204 0600 604204 0600 ਅਤੇ ਇਹੀ SMS ਦਾ ਨੰਬਰ ਹੈ ਅਤੇ 604 729 1224 604 729 1224 ਇਹ WhatsApp ਅਤੇ ਟੈਕਸਟ ਲਈ ਮੇਰਾ ਸੈੱਲ ਨੰਬਰ ਤੁਹਾਨੂੰ ਦਿੱਤਾ ਹੈ ਜਿੱਥੇ ਕੋਈ ਵੀ ਸੁਨੇਹਾ ਆ ਸਕਦਾ ਹੈ। ਭਾਵੇਂ ਸੱਚ ਬੋਲੇ ਭਾਵੇਂ ਝੂਠ ਆਖੇ, ਲੱਖ ਰਚਦਾ ਵੱਡੇ ਢੌਂਗ ਹੋਵੇ, ਤੇਰੀ ਹਾਜ਼ਰੀ ਸੋਹਣਿਆ ਨੱਢਿਆ ਵੇ, ਕੱਚੇ ਦੁੱਧ 'ਚ ਪਿਸਿਆ ਲੌਂਗ ਹੋਵੇ, ਤੇਰੇ ਨਕਸ਼ ਜੋ ਫੁੱਲ ਕੋਈ ਦੌਦੀਆਂ ਦਾ, ਲੰਮਾ ਲੰਜਾ ਹਸੀਨ ਉੱਤੋਂ ਢਾਂਗਿਆ ਵੇ, ਸਾਡੇ ਦਿਲ ਦੀਆਂ ਸੋਹਲ ਪਪੀਸੀਆਂ ਨੂੰ ਡੂੰਘੇ ਨੈਣਾਂ ਦੇ ਦਾਤ ਨੇ ਛਾਂਗਿਆ ਵੇ, ਗਿਰੀ ਸਾਬਤੀ ਨਾ ਕਦੇ ਹੱਥ ਆਵੇ, ਹੁੰਦਾ ਇਸ਼ਕ ਹੈ ਬਾਟੇ ਅਖਰੋਟ ਵਰਗਾ, ਜਦੋਂ ਖੰਭ ਫੁੱਟਣ ਹੋਵੇ ਅੱਖ ਤਾਜ਼ੀ, ਇਹ ਤਾਂ ਅੱਚ ਵੀ ਖੋਰੇ ਬੋਟ ਵਰਗਾ, ਅੱਚ ਵੀ ਜਿਹਨੂੰ ਲੱਗੀ ਹੁੰਦੀ ਹੈ। ਬੁੱਝੀਆਂ ਸ਼ਾਮਾਂ ਦੇ ਤੰਦਣੇ ਬੜੇ ਲੰਮੇ, ਨੱਕੇ ਸੂਈ ਦੇ ਖੁੱਲ੍ਹੇ ਮੈਦਾਨ ਹੁੰਦੇ, ਚੜ੍ਹਦੀ ਉਮਰ ਦੇ ਦੂਰੀਆਂ ਹਾਣ ਕੋਲੋਂ ਐਵੇਂ ਹੌਕਿਆਂ ਦੀ ਹੀ ਖਾਣ ਹੁੰਦੇ, ਧੁੱਪਾਂ ਵਿੱਚ ਫਕੀਰੀਆਂ ਘੁਲ ਜਾਵਣ, ਟਾਂਕੇ ਹੋਸ਼ ਹਮੇਲਾਂ ਦੇ ਟੁੱਟ ਜਾਂਦੇ, ਜਦੋਂ ਇਸ਼ਕ ਦਾ ਬੁੰਗਾ ਤਮੀਰ ਹੋ ਜੇ, ਕੋਠੇ ਅਕਲ ਵਾਲੇ ਪਿੱਛੇ ਛੁੱਟ ਜਾਂਦੇ, ਅਸੀਂ ਮਹਿਰਮਾ ਤਪਦਿਆਂ ਸੂਰਜਾਂ ਨੂੰ ਨੱਤੀ ਤੇਰੀ ਦੇ ਮੇਚ ਦਾ ਕਰ ਲਿਆ ਏ, ਤੈਨੂੰ ਬਾਹਾਂ ਦੇ ਵਿੱਚ ਤਾਂ ਭਰਿਆ ਨਾ, ਤੇਰੇ ਪਿੰਡ ਦਾ ਰੇਤਾ ਹੀ ਭਰ ਲਿਆ ਹੈ, ਲੌਂਗਾਂ ਲੱਗ ਕੇ ਸ਼ੈਲ ਅੰਗੂਰੀਆਂ ਨੂੰ, ਬਾਗੋਂ ਇਸ਼ਕ ਦੇ ਟਪਕਦਾ ਰਸ ਹੁੰਦਾ, ਮੇਵੇ ਮਿਸ਼ਰੀਆਂ ਰਹਿ ਜਾਣ ਇੱਕ ਪਾਸੇ, ਫਿਰ ਤਾਂ ਰੋੜਾਂ ਦਾ ਮਜ਼ਾ ਵੀ ਨਹੀਂ ਦੱਸ ਹੁੰਦਾ, ਇਸ਼ਕ ਦਾ ਬੁੰਗਾ। ਰਾਣੀ ਤੱਤ 'ਚ ਹਰਮਨਜੀਤ ਲਿਖਦਾ ਖਿਆਲੇ ਵਾਲਾ। ਚੱਲੀਏ ਪੰਜਾਬ ਨੂੰ, ਸਰਦਾਰ ਨਵਕਿਰਨ ਸਿੰਘ ਪੱਤੀ ਉਡੀਕ ਰਹੇ ਨੇ, ਗੱਲਾਂ ਬਾਤਾਂ ਹੋਣਗੀਆਂ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਚੱਲ ਨਵਕਿਰਨ ਸਿੰਘ ਨਾਲ ਕਰਦੇ ਹਾਂ ਗੱਲ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਰਾਗ ਵਿਚੱਡਾ ਨਹੀਂ ਟਿਕਦਾ, ਰਾਗ ਵਿਚੱਡੇ ਦੀਆਂ ਗੂੰਜਾਂ ਪੈਂਦੀਆਂ ਜੀ ਫਿਰ ਆਪਣੇ ਹਾਈ ਕੋਰਟ ਤੱਕ। ਬਿਲਕੁਲ ਗਿੱਲ ਸਾਹਿਬ, ਰਾਘਵ ਚੱਡੇ ਦਾ ਮਸਲਾ ਹਾਈ ਕੋਰਟ ਜਾ ਪਹੁੰਚਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਹੁਣ ਇਸ ਮਸਲੇ ਦੀ ਸੁਣਵਾਈ ਹੋਊਗੀ, ਕਿਉਂਕਿ ਨਾ ਇਹਨੇ ਪੰਜਾਬ ਦੀ ਕੋਈ ਪੰਚਾਇਤ ਮੈਂਬਰੀ ਦੀ ਚੋਣ ਜਿੱਤੀ, ਨਾ ਸਰਪੰਚੀ ਜਿੱਤੀ, ਨਾ ਵਿਧਾਇਕੀ ਜਿੱਤੀ, ਨਾ ਇਹਨੇ ਪੰਜਾਬ ਦਾ ਕੈਬਨਿਟ ਮੰਤਰੀ ਬਣਿਆ,
ਇਹਨੂੰ ਅਧਿਕਾਰ ਇਹ ਦੇਤਾ ਪੰਜਾਬ ਦੇ, ਚਾਹੇ IAS ਅਫਸਰ ਸੱਦ ਲਏ, ਚਾਹੇ IPS ਅਫਸਰ ਸੱਦ ਲਏ, ਜਿਹਦੀ ਮਰਜ਼ੀ ਫੜ ਕੇ ਮੀਟਿੰਗ ਸੱਦ ਲਈ। ਹਾਲਾਂਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਆ ਕਿ ਜਿਹੜਾ ਇਹਨੂੰ ਅਹੁਦਾ ਦਿੱਤਾ ਗਿਆ ਰਾਘਵ ਚੱਡਾ ਨੂੰ, ਉਹ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਔਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕਮੇਟੀ ਅਸਥਾਈ ਹੈ। ਇਹ ਨਿਯੁਕਤੀ ਤੋਂ ਬਾਅਦ ਲੇਕਿਨ ਸੂਬੇ ਦੀ ਸਿਆਸਤ ਆ ਜਿਹੜੀ ਭੱਜ ਚੁੱਕੀ ਆ, ਕਿਉਂਕਿ ਕਹਿਣ ਨੂੰ ਇਹ ਅਸਥਾਈ ਹੈ। ਗਿੱਲ ਸਾਹਿਬ ਉਂਝ ਤਾਂ ਇਹ ਹੈ ਕਿ ਰਾਜ ਸਭਾ ਮੈਂਬਰ ਹੈ ਇਹ ਕਿਸੇ ਜਿਹੀ ਕਮੇਟੀ ਦਾ ਚੇਅਰਮੈਨ ਬਣ ਹੀ ਨਹੀਂ ਸਕਦਾ। ਪਰ ਇਹਨਾਂ ਨੇ ਜਿਹੜੇ ਸਰਕੂਲਰ ਜਾਰੀ ਕੀਤਾ ਨਾ BK ਜੰਝੂਵਾਲਾ, ਜਿਹਦੀ ਮੈਂ ਕੱਲ ਜ਼ਿਕਰ ਕੀਤਾ ਸੀ, ਉਹ 'ਚ ਥਾਂ ਲਿਖਿਆ ਕਿ ਇਹਦੀ ਕੋਈ ਤਨਖਾਹ ਨਹੀਂ ਹੋਊ, ਇਹਨੂੰ ਕੋਈ ਆਰਥਿਕ ਲਾਭ ਨਹੀਂ ਮਿਲੂਗਾ, ਤਾਂ ਕਿ ਕੱਲ ਨੂੰ ਕੋਰਟ ਦੇ ਵਿੱਚ ਇਹ ਮਸਲਾ ਜਾ ਕੇ ਨਾ ਖੜਾ ਹੋਵੇ। ਕਿਉਂਕਿ ਮਸਲਾ ਇਹਨੂੰ ਆਰਥਿਕ ਲਾਭ ਦੇਣ ਦਾ ਨਹੀਂ ਹੈ, ਮਸਲਾ ਪੰਜਾਬ ਦੀ ਕਮਾਂਡ ਸੌਂਪ ਪਾਉਂਦਾ ਹੈ। ਮਸਲਾ ਤਾਂ ਜਿਹੜੇ ਅਫਸਰ ਨੇ, ਅਫਸਰਾਂ ਦੀਆਂ ਮੀਟਿੰਗਾਂ ਕਰਨ ਦਾ। ਤਾਂ ਇਹ ਮਸਲਾ ਹੁਣ ਜਗਮੋਹਨ ਸਿੰਘ ਭੱਟੀ ਹੋਰੀ ਵਕੀਲ ਨੇ, ਉਹ ਹਾਈ ਕੋਰਟ ਲੈ ਗਏ, ਉਹਨਾਂ ਨੇ 20 ਨੁਕਤੇ ਲਿਆਂਦੇ ਨੇ। ਉਹ ਕਹਿੰਦੇ ਏਦਾਂ ਦੀ ਕਮੇਟੀ ਚੱਲ ਹੀ ਨਹੀਂ ਸਕਦੀ, ਹਾਈ ਕੋਰਟ 'ਚ ਹੁਣ ਇਸ ਕੇਸ ਦੀ ਸੁਣਵਾਈ ਹੋਊ। ਉਧਰੋਂ ਕਾਂਗਰਸ ਪ੍ਰਧਾਨ ਤੇ MLA ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਕਿ ਪੰਜਾਬ ਨੇ ਇਸ ਬਦਲਾਅ ਲਈ ਵੋਟ ਨਹੀਂ ਸੀ ਪਾਈ ਕਿ ਰਾਘਵ ਚੱਡਾ ਹੋਰਾਂ ਨੂੰ ਪੰਜਾਬ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਜਾਵੇ। ਉਧਰੋਂ ਹੋਰ ਵੀ ਬਹੁਤ ਸਾਰੀਆਂ ਅਕਾਲੀ ਦਲ ਸਮੇਤ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਬੋਲ ਰਹੀਆਂ ਨੇ, ਲੇਕਿਨ ਹੁਣ ਹਾਈ ਕੋਰਟ 'ਚ ਇਸ ਮਸਲੇ ਦੀ ਗੂੰਜ ਆ ਜਿਹੜੀ ਸੁਣਾਈ ਦੇਊਗੀ। ਵੈਸੇ ਗਿੱਲ ਸਾਹਿਬ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੰਜਾਬ ਦੇ 92 MLA ਜਿੱਤੇ ਨੇ, ਉਹਨਾਂ ਦੇ ਵਿੱਚੋਂ ਇਹਨਾਂ ਨੂੰ ਕੋਈ ਅਜਿਹਾ ਨਹੀਂ ਮਿਲਿਆ ਜਿਹਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਜਾਵੇ। ਦੂਸਰਾ ਇਹ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ, ਉਹ ਖੁਦ ਅਫਸਰਾਂ ਦੇ ਨਾਲ ਮੀਟਿੰਗਾਂ ਕਰਨ। ਇਹੋ ਜਿਹੀ ਕਿਹੜੀ ਗੱਲ ਹੋਊਗੀ ਕਿ ਉਹਨਾਂ ਨੂੰ ਇੱਕ ਅਜਿਹੀ ਕਮੇਟੀ ਬਣਾਉਣੀ ਪੈ ਰਹੀ ਹੈ ਕਿ ਜਿਹੜੀ ਕਮੇਟੀ ਇਹ ਸਾਰੀ ਕਮਾਂਡ ਸਾਂਭੇ। ਦੂਸਰਾ ਇਹ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸੀਨੀਅਰ IAS IPS ਅਫਸਰ ਹੈਗੇ ਨੇ, ਜੇ ਕੋਈ ਏਦਾਂ ਦੀ ਸਲਾਹਕਾਰ ਕਮੇਟੀ ਬਣਾਉਣੀ ਹੈ ਉਹਨਾਂ 'ਚ ਲੈ ਲੈਣ। ਪੰਜਾਬ 'ਚ ਬਹੁਤ ਸਾਰੇ ਵੱਡੇ ਅਰਥ ਸ਼ਾਸਤਰੀ ਹੈਗੇ ਨੇ, ਸੁੱਚਾ ਸਿੰਘ ਗਿੱਲ ਵਰਗੇ, ਰਣਜੀਤ ਘੁੰਮਣ ਵਰਗੇ, ਡਾਕਟਰ ਸੁਖਪਾਲ ਵਰਗੇ। ਉਹਨਾਂ ਅਰਥ ਸ਼ਾਸਤਰੀਆਂ ਤੋਂ ਰਾਏ ਲਈ ਜਾ ਸਕਦੀ ਹੈ ਜੇ ਕੋਈ ਰਾਏ ਲੈਣੀ ਹੈ। ਤਾਂ ਨੌਬਤ ਕੀ ਆ ਗਈ ਸੀ ਕਿ ਅਜਿਹੀ ਕਮੇਟੀ ਬਣਾਉਣ ਦੀ? ਦਰਅਸਲ ਨੌਬਤ ਗਿੱਲ ਸਾਹਿਬ ਇਹੀ ਹੈ ਕਿ ਪੰਜਾਬ ਦਾ ਆਫੀਸ਼ੀਅਲੀ ਕਹਿਣ ਨੂੰ ਹੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ, ਅਦਰਵਾਈਜ਼ ਜਿਹੜੀ ਇਹ ਕਮੇਟੀ ਬਣਾਈ ਹੈ ਇਹਦੇ ਕੋਲੇ ਪਾਵਰ ਕਿਸੇ ਗੱਲੋਂ ਵੀ ਘੱਟ ਨਹੀਂ ਹੈ। ਕਹਿਣ ਨੂੰ ਅਸਥਾਈ ਹੈ, ਕਹਿਣ ਨੂੰ ਇਹਨੂੰ ਕਿਹਾ ਜਾ ਰਿਹਾ ਤਾਂ ਵੈਸੇ ਹੀ ਹੈ ਜੀ, ਇਹਨੂੰ ਕੋਈ ਲਾਭ ਨਹੀਂ ਹੈ ਜੀ। ਲੇਕਿਨ ਜਦੋਂ ਤੁਸੀਂ ਪੰਜਾਬ ਚਲਾਉਣ ਵਾਲੇ ਚੀਫ ਸੈਕਟਰੀ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਵਾਲੇ ਅਫਸਰਾਂ ਦੀਆਂ ਮੀਟਿੰਗਾਂ ਬੁਲਾ ਕੇ ਉਹਨਾਂ ਨੂੰ ਨਿਰਦੇਸ਼ ਜਾਰੀ ਕਰੋਗੇ, ਫਿਰ ਹੋਰ ਸਰਕਾਰ ਕਿਵੇਂ ਚੱਲਦੀ ਹੁੰਦੀ ਹੈ? ਇਹੀ ਤਾਂ ਸਰਕਾਰ ਹੁੰਦੀ ਆ ਜੀ ਗਿੱਲ ਸਾਹਿਬ। ਅੱਛਾ ਜੀ, ਸੁੰਡੀ ਨੇ ਨਰਮਾ ਮਾਂਜਤਾ ਜੀ ਫਿਰ ਪੂਰਾ ਹੀ? ਗਿੱਲ ਸਾਹਿਬ ਇਹ ਬੜਾ ਘਾਤਕ ਹਮਲਾ ਜਿਹੜਾ ਉਹ ਹੋਇਆ ਹੈਗਾ। ਮਾਲਵਾ ਪੱਟੀ ਦੀ ਇਹ ਜਿਹੜੀ ਨਰਮਾ ਵਿਲਟ ਹੈ ਨਾ, ਇਹ ਕਿਸਾਨ ਇਸ ਕਰਕੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਕਰਜ਼ਾ ਨਹੀਂ ਉਤਰ ਰਿਹਾ। ਕਰਜ਼ਾ ਉਤਰੇ ਕਿਵੇਂ? ਜਦੋਂ ਇਹ ਫਸਲ ਬੀਜਦੇ ਨੇ ਗਿੱਲ ਸਾਹਿਬ, ਉਸ ਫਸਲ ਨੂੰ ਪੁੱਤਾਂ ਵਾਂਗ ਪਾਲਦੇ ਨੇ ਤੇ ਉਸ ਤੋਂ ਬਾਅਦ ਕਦੇ ਚਿੱਟੀ ਸੁੰਡੀ ਆ ਜਾਂਦੀ ਹੈ, ਕਦੇ ਗੁਲਾਬੀ ਸੁੰਡੀ ਆ ਜਾਂਦੀ ਹੈ, ਕਦੇ ਚਿੱਟੀ ਮੱਖੀ ਆ ਜਾਂਦੀ ਆ। ਸਰਕਾਰਾਂ ਸਾਰ ਨਹੀਂ ਲੈਂਦੀਆਂ। ਕੈਪਟਨ ਸਰਕਾਰ ਸਮੇਂ ਵੀ ਐਵੇਂ ਹੋਇਆ, ਉਦੋਂ ਪਹਿਲਾਂ ਬਾਦਲਾਂ ਦੀ ਸਰਕਾਰ ਸਮੇਂ ਵੀ ਐਵੇਂ ਹੋਇਆ। ਫਿਰ ਚੰਨੀ ਆਇਆ, ਉਹਨੇ ਆ ਕੇ ਜੱਫੀ ਪਾਈ, ਇੱਕ ਨਰਮਾ ਮਾਰੇ ਕਿਸਾਨ ਦੇ ਘਰ ਰੋਟੀ ਖਾਧੀ ਮੰਜੇ ਤੇ ਬਹਿ ਕੇ, ਲੇਕਿਨ ਮਸਲਾ ਫਿਰ ਵੀ ਉੱਥੇ ਦਾ ਉੱਥੇ ਹੀ। ਸੋ ਹੁਣ ਗਿੱਲ ਸਾਹਿਬ ਜਿਹੜਾ ਨਵਾਂ ਮਸਲਾ ਖੜਾ ਹੋਇਆ ਉਹ ਵੀ ਇਹੀ ਹੈ ਕਿ ਮਾਨਸਾ, ਬਠਿੰਡਾ, ਮੁਕਤਸਰ ਸਾਹਿਬ ਜਿਹੜਾ ਇਹ ਏਰੀਆ ਹੈਗਾ ਨਾ, ਇਸ ਏਰੀਏ ਦੇ ਵਿੱਚ ਕਿਸਾਨਾਂ ਨੇ ਮਹਿੰਗੇ ਭਾਅ ਬੀਜ ਖਰੀਦਿਆ। 1200 ਤੋਂ 1500 ਰੁਪਏ ਤੱਕ ਪੈਕਟ ਆ ਜਿਹੜਾ ਕਿਲੋ ਦਾ, ਉਹ ਨਰਮੇ ਦੇ ਬੀਜ ਦਾ ਕਿਸਾਨਾਂ ਨੇ ਖਰੀਦਿਆ। ਔਰ ਉਦੋਂ ਬਾਅਦ ਮਹਿੰਗੇ ਭਾਅ ਦੀਆਂ ਸਪਰੇਹਾਂ ਕੀਤੀਆਂ, ਰੇਹ ਪਾਏ, ਪਰ ਹੁਣ ਕਿਸਾਨ ਠੱਗਿਆ ਮਹਿਸੂਸ ਕਰ ਰਹੇ ਨੇ। ਖੇਤੀਬਾੜੀ ਮਹਿਕਮਾ ਇਸ ਵਾਰ 6.25 ਲੱਖ ਏਕੜ ਰਕਬੇ ਵਿੱਚ ਨਰਮੇ ਦੀ ਬਿਜਾਈ ਦੱਸ ਰਿਹਾ। ਬੀਜ ਕੰਪਨੀਆਂ ਵੱਲੋਂ ਇਸ ਵਾਰ ਜਿਹੜਾ ਮਾਨਤਾ ਪ੍ਰਾਪਤ BT ਕਾਟਨ ਬੀਜ ਹੈ ਉਹ ਲਗਭਗ 12.5 ਲੱਖ ਪੈਕਟ ਵੇਚਿਆ ਗਿਆ। ਔਰ ਗਿੱਲ ਸਾਹਿਬ, ਬੀਜ ਮਾਫੀਆ ਵੱਲੋਂ ਨਰਮਾ ਪੱਟੀ 'ਚ ਪ੍ਰਚਾਰ ਕੀਤਾ ਗਿਆ ਕਿ ਗੁਜਰਾਤ ਦਾ ਜਿਹੜਾ BT ਕਾਟਨ ਬੀਜ ਹੈ ਉਹ ਅਸਲ 'ਚ ਗੁਲਾਬੀ ਸੁੰਡੀ ਦਾ, ਉਹਦੇ ਤੇ ਹਮਲਾ ਹੁੰਦਾ ਹੀ ਨਹੀਂ। ਇਸ ਪ੍ਰਚਾਰ ਕਰਕੇ ਵੱਡੀ ਗਿਣਤੀ ਕਿਸਾਨ ਜਿੰਨੇ ਜਿਹੜੇ ਉਹ ਇਹਨਾਂ ਦੇ ਧੱਕੇ ਚੜ ਗਏ। ਔਰ ਕੁਝ ਕਿਸਾਨਾਂ ਨੇ ਜਿਹੜਾ ਇਹ BT ਕਾਟਨ ਦਾ ਬੀਜ ਹੈ ਉਹ ਜਾ ਕੇ ਗੁਜਰਾਤ 'ਚੋਂ ਲਿਆਂਦਾ, ਪਰ ਹੁਣ ਪਤਾ ਲੱਗਿਆ ਤਾਂ ਬੀਜ ਨਕਲੀ। ਔਰ ਪਤਾ ਇਹ ਲੱਗਿਆ ਕਿ ਬੀਜ ਮਾਫੀਆ ਜਿਹੜਾ ਉਹਨੇ ਗਲਤ ਦਾਅਵੇਦਾਰੀ ਕਰਕੇ ਕਰੀਬ 2.5 ਲੱਖ ਪੈਕਟ ਆ ਜਿਹੜਾ ਉਹ ਗਲਤ ਵੇਚਿਆ। ਉਹਦੇ ਨਾਲ ਕਿਸਾਨਾਂ ਤੋਂ ਕਰੀਬ 20 ਕਰੋੜ ਰੁਪਏ ਵਾਧੂ ਵਸੂਲੇ ਗਏ। ਔਰ ਇਹ ਜਿਹੜਾ ਬੀਜ ਮਾਫੀਆ, ਇਹਦੇ ਚ ਬੀਜ ਵਿਕਰੇਤਾ ਵੀ ਆਉਂਦੇ ਨੇ, ਏਜੰਟ ਵੀ ਆਉਂਦੇ ਨੇ। ਔਰ ਇਹ ਪਤਾ ਲੱਗਿਆ ਕਿ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਹੋ ਹੀ ਨਹੀਂ ਸਕਦਾ।
ਔਰ ਮਾਨਸਾ ਦੇ ਵਿੱਚ ਗਿੱਲ ਸਾਹਿਬ ਇਹ ਬੀ ਮਾਫੀਆ ਦਾ ਇੱਕ ਆਦਮੀ ਦੇ ਉੱਤੇ ਪਰਚਾ ਵੀ ਹੋਇਆ। ਬਠਿੰਡਾ 'ਚ ਵੀ ਇੱਕ ਏਜੰਟ ਕਾਬੂ ਕੀਤਾ ਗਿਆ ਸੀ। ਪਰ ਨਰਮੇ ਦੀ ਫਸਲ ਇਸ ਵੇਲੇ 60 ਤੋਂ 70 ਦਿਨਾਂ ਦੀ ਹੋ ਗਈ ਹੈ। ਔਰ ਕਿਸਾਨ ਦੱਸਦੇ ਨੇ ਕਿ ਜਿਹੜੀਆਂ ਬੀਜ ਕੰਪਨੀਆਂ ਨੇ ਉਹਨਾਂ ਨੇ ਸਾਨੂੰ ਕੋਈ ਭਰੋਸਾ ਦਿੱਤਾ ਸੀ ਕਿ ਬੀਜ ਦੇ ਉੱਤੇ ਗੁਲਾਬੀ ਸੁੰਡੀ ਨਹੀਂ ਪਊ, ਪਰ ਹੁਣ ਸੁੰਡੀ ਪੈ ਗਈ। ਹੁਣ ਅਸੀਂ ਕੀ ਕਰੀਏ? ਸੋ ਇਹ ਜਿਹੜਾ ਗਿੱਲ ਸਾਹਿਬ ਅਸਲ ਦੇ ਵਿੱਚ ਮਸਲਾ ਹੈਗਾ, ਜਦੋਂ ਖੇਤੀਬਾੜੀ ਮੰਤਰੀ ਆਪਣੇ ਮੋਗੇ ਵਾਲਾ ਇੱਕ MLA ਹੁੰਦਾ ਸੀ ਉਦੋਂ ਵੀ ਮਸਲਾ ਉੱਠਿਆ ਸੀ। ਉਸ ਤੋਂ ਬਾਅਦ ਕਿੰਨੇ ਖੇਤੀਬਾੜੀ ਮੰਤਰੀ ਬਦਲੇ ਨੇ, ਹਰੇਕ ਵਾਰ ਇਹ ਮਸਲਾ ਉੱਠਦਾ ਹੈਗਾ ਕਿ ਭਾਈ ਕਿਸਾਨਾਂ ਦੇ ਨਾਲ ਬੀਜਣ ਸਮੇਂ ਜਿਹੜੀ ਕੰਪਨੀਆਂ ਨੇ ਉਹ ਠੱਗੀ ਮਾਰ ਜਾਂਦੀਆਂ ਨੇ, ਤਾਂ ਸਰਕਾਰਾਂ ਕਿੱਥੇ ਉਦੋਂ ਰਹਿੰਦੀਆਂ ਨੇ। ਉਸ ਤੋਂ ਬਾਅਦ ਸਰਕਾਰਾਂ ਐਲਾਨ ਕਰਦੀਆਂ ਨੇ ਕਿ ਹੁਣ ਅਸੀਂ ਕਿਸਾਨਾਂ ਨੂੰ ਰਾਹਤ ਦੇਵਾਂਗੇ, ਪਰ ਉਹ ਰਾਹਤ ਆ ਜਿਹੜੀ ਉਹ ਕਿਸਾਨਾਂ ਤੱਕ ਪਹੁੰਚਦੀ ਨਹੀਂ। ਹੁਣ ਜ਼ਰੂਰ ਸਰਕਾਰ ਨੇ ਪੰਜਾਬ ਦੀ ਨੇ ਕਿਹਾ ਕਿ ਗੁਲਾਬੀ ਸੁੰਡੀ ਜਿਹੜੇ ਇਲਾਕੇ ਨੇ ਜਿੱਥੇ ਹਮਲਾ ਹੋਇਆ ਉਹਨਾਂ ਦਾ ਸਰਵੇ ਕੀਤਾ ਜਾਵੇ। ਮਾਲਵਾ ਖੇਤਰ ਦੇ 8 ਜ਼ਿਲ੍ਹੇ ਜਿਹੜੇ ਗਿੱਲ ਸਾਹਿਬ ਇਹਨਾਂ ਨੇ ਚੁਣੇ ਨੇ, ਔਰ 8 ਜ਼ਿਲ੍ਹਿਆਂ ਦੇ ਵਿੱਚ ਹੁਣ ਇਹਨਾਂ ਨੇ ਟੀਮਾਂ ਨੇ ਜਿਹੜੀਆਂ ਭੇਜਣੀਆਂ ਨੇ। ਮਾਨਸਾ ਸਭ ਤੋਂ ਵੱਧ ਪੀੜਤ ਹੈ ਜ਼ਿਲ੍ਹਾ, ਉਸ ਤੋਂ ਇਲਾਵਾ ਬਠਿੰਡਾ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਫਾਜ਼ਿਲਕਾ, ਸੰਗਰੂਰ ਤੇ ਬਰਨਾਲੇ ਦਾ ਇੱਕ ਹਿੱਸਾ। ਇਹ 8 ਜ਼ਿਲ੍ਹੇ ਨੇ। ਇਹਨਾਂ 8 ਜ਼ਿਲ੍ਹਿਆਂ 'ਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨਗੇ। ਮਹਿਕਮੇ ਦੀਆਂ ਟੀਮਾਂ ਗੁਲਾਬੀ ਸੁੰਡੀ ਦੇ ਨਾਲ ਨਾਲ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਤੇ ਮਿਲੀਬੱਗ ਦੇ ਹਮਲੇ ਨੂੰ ਲੈ ਕੇ ਚਰਚਾ ਕਰਨਗੀਆਂ। ਹੁਣ ਇੱਕ ਪਾਸੇ ਤਾਂ ਕਹਿੰਦੇ ਕਣਕ ਝੋਨਾ ਨਾ ਬੀਜੋ, ਇਹ ਫਸਲੀ ਚੱਕਰ 'ਚੋਂ ਬਾਹਰ ਨਿਕਲੋ। ਜਦੋਂ ਬਾਹਰ ਨਿਕਲਦੇ ਨੇ ਤਾਂ ਇਦਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਗਿੱਲ ਸਾਹਿਬ ਉਹਨਾਂ ਜਿਹੜੇ ਬੀਜ ਵਿਕਰੇਤਾ ਨੇ ਜਿਹੜੇ ਬੀਜ ਵੇਚਦੇ ਨੇ ਅਜਿਹਾ ਜਾਲੀ, ਉਹਨਾਂ ਤੇ ਕਿਉਂ ਨਹੀਂ ਕੇਸ ਦਰਜ ਹੁੰਦੇ, ਕਿਉਂ ਨਹੀਂ ਗ੍ਰਿਫਤਾਰੀਆਂ ਹੁੰਦੀਆਂ? ਇਹ ਸਵਾਲ ਬੜਾ ਅਹਿਮ ਆ ਜੀ। ਪਹਿਲੇ ਪ੍ਰੋਗਰਾਮ 'ਚ ਕੌਸ਼ਲ ਸਾਹਿਬ ਦੇ ਪ੍ਰੋਗਰਾਮ 'ਚ ਐਡਵੋਕੇਟ ਜਨਰਲ ਗੱਲ ਕਰਕੇ ਗਿਆ, ਕਹਿੰਦੇ ਜਿਹੜੀ ਟ੍ਰੇਨ 'ਚ ਆ ਰਹੇ ਸੀ ਇੱਟਾਂ ਮਾਰੀਆਂ, ਕਿੱਥੇ ਮਾਰੀਆਂ? ਗਿੱਲ ਸਾਹਿਬ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ ਦੇ ਵਿੱਚ ਕੱਲ ਤਰੀਕ ਸੀਗੀ ਲਾਰੈਂਸ ਬਿਸ਼ਨੋਈ ਦੇ ਕੇਸ। ਲਾਰੈਂਸ ਬਿਸ਼ਨੋਈ ਦੇ ਕੇਸ ਦੀ ਤਰੀਕ ਦੇ ਉੱਤੇ ਐਡਵੋਕੇਟ ਜਨਰਲ ਅਨਮੋਲ ਰਤਨ ਨੇ ਜਿਹੜੇ ਉਹ ਗਏ ਹੋਏ ਸੀ ਦਿੱਲੀ। ਦਿੱਲੀ ਤੋਂ ਅੱਜ ਵਾਪਸ ਆ ਰਹੇ ਸੀਗੇ ਬਾਇਆ ਟ੍ਰੇਨ, ਟਿਕਟ ਬੁੱਕ ਸੀਗੀ। ਔਰ ਟ੍ਰੇਨ ਦੇ ਵਿੱਚ ਜਦੋਂ ਹਰਿਆਣੇ 'ਚ ਆਈ ਨਾ ਟ੍ਰੇਨ, ਤਾਂ ਹਰਿਆਣੇ ਦੇ ਵਿੱਚ ਟ੍ਰੇਨ ਸਟੇਸ਼ਨ ਦੇ ਉੱਤੇ ਰੁਕਦੀ ਆ। ਰੁਕਣ ਤੋਂ ਬਾਅਦ ਅਜੇ ਸਟਾਰਟ ਹੁੰਦੀ ਆ 5-10 ਦੀ ਸਪੀਡ ਕਹਿ ਸਕਦੇ ਆਪਾਂ, ਇਹ ਤੋਂ ਵੱਧ ਨਹੀਂ, ਇੱਕ ਰੋਕਣ ਵਾਂਗੂ ਹੀ ਹੁੰਦਾ। ਉਦੋਂ ਬਾਅਦ ਜਿਸ ਥਾਂ ਦੇ ਉੱਤੇ ਬੈਠੇ ਹੁੰਦੇ ਨੇ ਉਹ ਉਸ ਥਾਂ ਦੇ ਉੱਤੇ ਸ਼ੀਸ਼ੇ ਦੇ ਵਿੱਚ ਬਾਹਰੋਂ ਆ ਕੇ ਕੋਈ ਚੀਜ਼ ਵੱਜਦੀ ਆ ਜਿਹਦੇ ਨਾਲ ਸ਼ੀਸ਼ਾ ਧੜਕ ਜਾਂਦਾ। ਔਰ ਉਹ ਕੋਈ ਪੱਥਰ ਹੋ ਸਕਦਾ, ਕੋਈ ਇੱਟ ਹੋ ਸਕਦੀ ਹੈ, ਕੋਈ ਹੋਰ ਵੀ ਚੀਜ਼ ਹੋ ਸਕਦੀ ਹੈ। ਤਾਂ ਜਾਂਚ ਦੌਰਾਨ ਪਤਾ ਲੱਗੂ ਸ਼ੀਸ਼ਾ ਹੈਗਾ ਜਿਹੜਾ ਕਿਚਰਾ ਹੋ ਗਿਆ। ਉਹੀ ਸ਼ੀਸ਼ਾ ਜਿਸ ਦੇ ਸਾਹਮਣੇ ਐਡਵੋਕੇਟ ਜਨਰਲ ਅਨਮੋਲ ਰਤਨ ਜੀ ਬੈਠੇ ਨੇ। ਹੁਣ ਗਿੱਲ ਸਾਹਿਬ ਗੱਡੀ ਤਾਂ ਕੋਈ ਛੋਟੀ ਨਹੀਂ ਹੁੰਦੀ ਨਾ, ਟ੍ਰੇਨ ਐਡੀ ਵੱਡੀ ਟ੍ਰੇਨ 'ਚੋਂ ਇਹ ਲੱਭਣਾ ਵੀ ਫਲਾਨੀ ਥਾਂ ਤੇ ਬੰਦਾ ਬੈਠਾ ਔਰ ਟ੍ਰੇਨ ਆ ਰਹੀ ਹੈ, ਇੰਨੇ ਵਜੇ ਆ ਰਹੀ ਹੈ, ਕਿਤੇ ਛੋਟੀਆਂ ਗੱਲਾਂ ਨਹੀਂ ਹੈਗੀਆਂ। ਸੋ ਅਜੇ ਤੱਕ ਤਾਂ ਇਹ ਨਹੀਂ ਪਤਾ ਲੱਗਿਆ ਕਾਰਨ ਕੀ ਹੈ। ਕਈ ਵਾਰ ਇਹ ਵੀ ਹੋ ਜਾਂਦਾ, ਆਪਣੇ ਗਿੱਲ ਸਾਹਿਬ ਪਿੰਡਾਂ 'ਚ ਆਦਤ ਹੁੰਦੀ ਆ ਵੀ ਐਵੇਂ ਹੀ ਜਵਾਕ ਇਕੱਠੇ ਹੋਏ ਰੋੜਾ ਮਾਰ ਕੇ ਭੱਜ ਗਏ ਹੋਣ, ਹਾਲਾਂਕਿ ਇਹਦੇ ਚਾਂਸ ਬਹੁਤ ਘੱਟ ਨੇ। ਇਹ ਹੋ ਸਕਦਾ ਗਾ ਕਿ ਇਹ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋਵੇ, ਕਿਉਂਕਿ ਲਾਰੈਂਸ ਬਿਸ਼ਨੋਈ ਜਿਹੜਾ ਗਾ ਬਹੁਤ ਟੌਪ ਦਾ ਗੈਂਗਸਟਰ ਹੈ। ਦਿੱਲੀ ਦੇ ਵਿੱਚ ਉੱਥੋਂ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਉੱਥੋਂ ਇਹਨੂੰ ਜਿਹੜਾ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਪੰਜਾਬ ਲਿਆਂਦਾ। ਪੰਜਾਬ ਦੇ ਵਿੱਚ ਮਾਨਸਾ ਪੁਲਿਸ ਨੇ ਪਹਿਲਾਂ ਉਹਦਾ ਰਿਮਾਂਡ ਲਿਆ, ਫਿਰ ਅੰਮ੍ਰਿਤਸਰ ਸਾਹਿਬ ਵਾਲੀ ਨੇ ਲਿਆ। ਹੁਣ ਜਿਹੜਾ ਹੁਸ਼ਿਆਰਪੁਰ ਪੁਲਿਸ ਕੋਲੇ ਰਿਮਾਂਡ ਦੇ ਉੱਤੇ ਚੱਲ ਰਿਹਾ, ਉਧਰੋਂ ਸੁਪਰੀਮ ਕੋਰਟ 'ਚ ਇਸ ਕੇਸ ਦੀ ਸੁਣਵਾਈ ਹੋ ਰਹੀ ਹੈ। ਸੋ ਇਸ ਮਸਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ, ਨਿਰਪੱਖਤਾ ਦੇ ਨਾਲ। ਕਿਤੇ ਇਹ ਤਾਂ ਨਹੀਂ ਹੈ ਕਿ ਸਰਕਾਰੀ ਵਕੀਲ ਨੂੰ ਡਰਾਇਆ ਜਾ ਰਿਹਾ, ਕਿਤੇ ਇਹ ਤਾਂ ਨਹੀਂ ਕਿ ਸਰਕਾਰੀ ਵਕੀਲ ਨੂੰ ਇਸ ਕੇਸ ਤੋਂ ਪਾਸੇ ਹਟਣ ਲਈ ਕਿਹਾ ਜਾ ਰਿਹਾ, ਕਿਸੇ ਇਹ ਤਾਂ ਨਹੀਂ ਹੈ ਕਿ ਇਹ ਗੈਂਗਸਟਰਾਂ ਦੀ ਇੱਕ ਵੱਡੀ ਮਿਲੀਭੁਗਤ ਦਾ ਸਿੱਟਾ ਹੈ। ਜੋ ਵੀ ਹੋਵੇ ਗਿੱਲ ਸਾਹਿਬ ਸੱਚ ਸਾਹਮਣੇ ਆਉਣਾ ਚਾਹੀਦਾ, ਕਿਉਂਕਿ ਜਿਹੜਾ ਐਡਵੋਕੇਟ ਜਨਰਲ ਹੈ ਉਹ ਪੰਜਾਬ ਦਾ ਜੇ ਦੇਸੀ ਭਾਸ਼ਾ 'ਚ ਕਹਿਣਾ ਹੋਵੇ ਸਭ ਤੋਂ ਵੱਡਾ ਸਰਕਾਰੀ ਵਕੀਲ ਹੈ ਜਿਹਨੇ ਕੇਸਾਂ ਦੀ ਪੈਰਵਾਈ ਕਰਨੀ ਹੈ। ਹੁਣ ਤੱਕ ਇਹ ਇਲਜ਼ਾਮ ਲੱਗਦੇ ਰਹੇ ਨੇ ਸਰਕਾਰਾਂ ਦੇ ਉੱਤੇ ਕਿ ਕੇਸਾਂ ਦੀ ਸਹੀ ਢੰਗ ਨਾਲ ਪੈਰਵਾਈ ਨਹੀਂ ਹੁੰਦੀ, ਸਰਕਾਰੀ ਵਕੀਲ ਸਹੀ ਢੰਗ ਨਾਲ ਪੈਰਵਾਈ ਨਹੀਂ ਕਰਦੇ। ਪਰ ਇਹ ਲੋਕਾਂ ਦਾ ਦਬਾਅ ਆ, ਲੋਕਾਂ ਦਾ ਵਿਰੋਧ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਨੂੰ ਕਿਹਾ ਕਿ ਤੁਸੀਂ ਖੁਦ ਅਪੀਅਰ ਹੋਵੋ ਕੋਰਟ 'ਚ। ਉਹ ਖੁਦ ਕੋਰਟ ਦੇ ਵਿੱਚ ਪੇਸ਼ ਹੋ ਰਹੇ ਨੇ ਔਰ ਕੱਲ ਸੁਪਰੀਮ ਕੋਰਟ 'ਚੋਂ ਪੇਸ਼ ਹੋਏ ਨੇ ਤੇ ਅੱਜ ਉੱਥੋਂ ਆਉਂਦਿਆਂ ਨੂੰ ਜਿਹੜਾ ਇਸ ਤਰੀਕੇ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ। ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਗਿੱਲ ਸਾਹਿਬ। ਅੱਛਾ ਜੀ, ਗੁਜਰਾਤ ਦੀ ਬੰਦਰਗਾਹ ਤੋਂ ਨਸ਼ਾ ਫੜਿਆ ਗਿਆ ਜੀ। ਫੇਰ
ਜੀ ਗਿੱਲ ਸਾਹਿਬ, ਇਹ ਦੇਖੋ ਤੁਸੀਂ, ਇਹ ਜਿਹੜੀ ਬੰਦਰਗਾਹ ਨਾ, ਇਹਨੂੰ ਨਿੱਜੀ ਬੰਦਰਗਾਹ ਵੀ ਕਹਿੰਦੇ। ਇਹ ਬੰਦਰਗਾਹ ਤੋਂ ਕੋਈ ਪਹਿਲੀ ਵਾਰ ਨਹੀਂ ਗਿੱਲ ਸਾਹਿਬ, ਕਈ ਵਾਰ ਤਾਂ ਆਪਾਂ ਗੱਲ ਕਰ ਲਈ ਕਿ ਇਸ ਬੰਦਰਗਾਹ ਤੋਂ ਲਗਾਤਾਰ ਜਿਹੜਾ ਗਾ ਉਹ ਨਸ਼ਾ, ਖਾਸ ਕਰਕੇ ਨਸ਼ਾ ਵੀ ਕੋਈ ਐਵੇਂ ਦਾ ਨਹੀਂ ਹੈ, ਹੈਰੋਇਨ, ਚਿੱਟਾ, ਇਹ ਫੜੇ ਜਾ ਰਹੇ। ਸੋ ਅੱਜ ਫੇਰ ਇਹ ਮਸਲਾ ਜਿਹੜਾ ਗਿੱਲ ਸਾਹਿਬ ਸਾਹਮਣੇ ਆਇਆ, ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਸੁਣਵਾਈ ਕੀਤੀ ਹੈ, ਕਿਉਂਕਿ ਫੜਿਆ ਪੰਜਾਬ ਪੁਲਿਸ ਦੀ ਪਹਿਲ ਕਦਮੀ ਦੇ ਉੱਤੇ ਹੈ। ਇਸ ਗੱਲ ਦਾ ਇਹਨਾਂ ਨੂੰ ਕ੍ਰੈਡਿਟ ਵੀ ਦੇਣਾ ਬਣਦਾ ਹੈ ਕਿ ਪੰਜਾਬ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਤੁਹਾਡੀ ਆਹ ਬੰਦਰਗਾਹ ਜਿਹੜੀ, ਉਸ ਬੰਦਰਗਾਹ ਦੇ ਉੱਤੇ ਕੱਪੜਿਆਂ ਦੇ ਥਾਣ ਦੇ ਵਿੱਚ ਹੈਰੋਇਨ ਜਿਹੜੀ ਆ ਉਹ ਲਿਆਂਦੀ ਜਾ ਰਹੀ ਹੈ। ਕਿਉਂਕਿ ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਮਿਲ ਕੇ ਡਰੱਗਸ ਦੀ ਇੱਕ ਵੱਡੀ ਰਿਕਵਰੀ ਕੀਤੀ ਹੈ। ਪੰਜਾਬ ਪੁਲਿਸ ਮੁਤਾਬਕ ਉਹਨਾਂ ਨੇ ਇੱਕ ਜੁਆਇੰਟ ਆਪਰੇਸ਼ਨ ਤਹਿਤ ਗੁਜਰਾਤ ਪੁਲਿਸ ਤੇ ਐਂਟੀ ਟੈਰਰਿਸਟ ਸਕੁਐਡ ਗੁਜਰਾਤ ਨਾਲ ਮਿਲ ਕੇ 75 ਕਿਲੋ ਹੈਰੋਇਨ ਬਰਾਮਦ ਕੀਤੀ ਆ। ਕੋਈ ਥੋੜੀ ਨਹੀਂ ਬਹੁਤੀ ਨਹੀਂ ਗੱਲ ਸਾਹਿਬ, 75 ਕਿਲੋ ਹੈਰੋਇਨ, ਇਹਦੇ ਚ ਕਿੰਨੀ ਮਿਲਾਵਟ ਹੋ ਕੇ ਤਾਂ ਕੁਆਂਟਲਾਂ ਚ ਬਣਾ ਦੇਣੀ ਸੀ ਉਹਨਾਂ ਨੇ। ਔਰ ਪੰਜਾਬ ਪੁਲਿਸ ਮੁਤਾਬਕ ਹੈਰੋਇਨ ਦੀ ਜਿਹੜੀ ਇਹ ਕੰਸਾਈਨਮੈਂਟ ਹੈ, ਇਹਨੂੰ ਪੰਜਾਬ ਦੇ ਮਲੇਰਕੋਟਲੇ ਦੇ ਕੰਪੋਟਰ ਵੱਲੋਂ ਬੁੱਕ ਕੀਤਾ ਗਿਆ ਸੀ ਤੇ ਇਸ ਬਾਬਤ ਜਾਂਚ ਵੀ ਜਾਰੀ ਹੈ। ਪੰਜਾਬ ਪੁਲਿਸ ਦਾ ਕਹਿਣਾ ਇਹ ਹੈ ਕਿ ਕੰਸਾਈਨਮੈਂਟ ਨਾਲ ਲੁਧਿਆਣਾ ਤੇ ਮਲੇਰਕੋਟਲਾ ਦੇ ਕੁਝ ਸ਼ੱਕੀ ਵਿਅਕਤੀਆਂ ਨਾਲ ਤਾਰ ਜੁੜਦੇ ਨੇ। ਔਰ ਪੁਲਿਸ ਵੱਲੋਂ ਉਹਨਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ। ਉਧਰੋਂ ਗੁਜਰਾਤ ਦੇ ਜਿਹੜੇ ਡੀਜੀਪੀ ਨੇ ਉਹਨੇ ਮੰਨਿਆ ਕਿ ਮੁੰਦਰਾ ਪੋਰਟ ਆ ਜਿਹੜੀ, ਇਹ ਜਿੱਥੋਂ ਬੰਦਰਗਾਹ ਮੁੰਦਰਾ ਪੋਰਟ ਆ ਜੀ, ਉੱਥੋਂ ਰਿਕਵਰ ਹੋਈ ਜਿਹੜੀ ਹੈਰੋਇਨ ਹੈ ਉਹ ਹਜ਼ਾਰਾਂ ਕਿਲੋ ਕੱਪੜੇ ਜਿਹਨੂੰ ਜਿਹੜਾ ਰੋਡ ਉੱਤੇ ਲਪੇਟਿਆ ਜਾਂਦਾ ਉਹਦੇ ਚ ਲੁਕੋਈ ਹੋਈ ਸੀ। ਉਹਦੇ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਾਹਮਣੇ ਆਉਂਦਾ। ਪਰ ਜਿਹੜੀ ਇਹ ਮੁੰਦਰਾ ਪੋਰਟ ਆ ਨਾ, ਜਿਹੜੀ ਇਹ ਬੰਦਰਗਾਹ ਹੈ, ਤੋਂ ਬੜਾ ਕੁਝ ਫੜਿਆ ਜਾ ਰਿਹਾ। ਇਹ ਭਾਰਤ ਦੇ ਸਭ ਤੋਂ ਵੱਡੇ ਅਮੀਰ ਬੰਦੇ ਨਾਲ ਜੁੜਦੀ ਹੈ ਦੀ ਤੰਦ ਬੰਦਰਗਾਹ ਦੀ। ਨਸ਼ੇ ਦੀ ਤਾਂ ਪਤਾ ਨਹੀਂ ਕਿਹਦੇ ਨਾਲ ਜੁੜਨੀ ਹੈ, ਪਤਾ ਨਹੀਂ ਆਪਾਂ ਨੂੰ ਜੀ। ਅੱਛਾ ਸਰਦਾਰ ਨਵਕੀਰਤ ਸਿੰਘ ਜੀ, ਇਹ ਦੱਸਿਓ ਬਈ ਦੇਖੋ ਰਜਿਸਟਰੀਆਂ ਆਪਾਂ ਕਰਾਉਂਦੇ ਸੀ ਵੀ ਪ੍ਰਨੋਟ ਕਿੰਨੇ ਦਾ ਲੱਗਣਾ, ਬਾਕੀ ਹਰ ਰਜਿਸਟਰੀ ਦਾ ਆਪਣਾ ਭਾਅ ਸੀ। ਥੱਲੇ ਅਰਜੀ ਨਵੀਸ ਜਿਹੜਾ ਸੀ ਉਹ ਲੈ ਕੇ ਕਲਰਕ ਤੋਂ ਫਿਰ ਤਹਿਸੀਲਦਾਰ ਤੋਂ SDM ਤੇ ਉੱਪਰ ਮਿਨਿਸਟਰ ਤੱਕ ਉਹ ਪੈਸਾ ਜਾਂਦਾ ਸੀ। ਤੇ ਜਦ ਅਸੀਂ ਉਹ ਦੇਣੇ ਹੀ ਨੇ, ਫਿਰ ਹੁਣ ਰੇਟ ਵਧਾ ਕੇ ਸਿੱਧਾ ਸਰਕਾਰ ਨੂੰ ਕਿਉਂ ਨਾ ਦਈਏ, ਇਹ ਗੱਲ ਚੱਲ ਰਹੀ ਹੈ ਜੀ। ਗਿੱਲ ਸਾਹਿਬ ਦੇਖੋ, ਸਿੱਧਾ ਸਰਕਾਰ ਨੂੰ ਰੇਟ ਵਧਾ ਕੇ ਦੇਣ ਦੀ ਜਿਹੜੀ ਗੱਲ ਹੈਗੀ ਉਹ ਚੱਲ ਰਹੀ ਹੈ। ਪੰਜਾਬ ਦੇ ਵਿੱਚ ਜਿਹੜੇ ਕਲੈਕਟਰ ਰੇਟ ਨੇ ਉਹ 30 ਤੋਂ 40% ਵਧਾਏ ਗਏ, ਕਿਉਂਕਿ ਪਹਿਲਾਂ ਗਿੱਲ ਸਾਹਿਬ ਕੀ ਸੀਗਾ, ਇਹ ਕੋਈ ਇਹ ਨਹੀਂ ਹੈ ਪਹਿਲੀ ਵਾਰ ਵਧਾਏ ਗਏ, ਮਸਲਾ ਬੜਾ ਟੇਢਾ ਹੈ। ਟੇਢਾ ਇਸ ਕਰਕੇ ਹੈ ਗਿੱਲ ਸਾਹਿਬ ਕਿ ਰੇਟ ਪਹਿਲਾਂ ਵੀ ਵਧੇ ਸੀ। ਪਹਿਲਾਂ ਜਦੋਂ ਰੇਟ ਵਧੇ ਸੀ ਲੋਕ ਹੋਰ ਢੰਗ ਅਪਣਾਉਣ ਲੱਗ ਜਾਂਦੇ ਨੇ। ਫਿਰ ਗਿੱਲ ਸਾਹਿਬ ਉਹ ਕੋਈ ਤਕਸੀਮ ਕਰਾ ਕੇ, ਕੋਈ ਪਟਵਾਰੀਆਂ ਤੋਂ ਟਰਾਂਸਫਰ ਕਰਾ ਕੇ ਕਿਸੇ ਹੋਰ ਢੰਗ ਦੇ ਨਾਲ ਫਿਰ ਉਵੇਂ ਦੀ ਗੱਲ ਚੱਲ ਪੈਂਦੀ ਆ। ਜਦੋਂ ਰੇਟ ਘਟਾਏ ਗਏ ਸੀ ਉਦੋਂ ਵੀ ਇਸ ਕਰਕੇ ਘਟਾਏ ਗਏ ਸੀ ਕਿ ਰਜਿਸਟਰੀਆਂ ਹੋਣੀਆਂ ਬੰਦ ਹੋ ਗਈਆਂ ਸੀ। ਲੋਕਾਂ ਦੇ ਵਿੱਚ ਜਿਹੜੀ ਜ਼ਮੀਨ ਖਰੀਦਣ ਵਾਲੀ ਚਰਚਾ ਗਈ ਉਹ ਘਟ ਗਈ। ਉਸ ਤੋਂ ਬਾਅਦ ਫਿਰ ਰੇਟ ਘਟਾਏ ਗਏ ਸੀ। ਔਰ ਜਿਹੜੇ ਤਹਿਸੀਲਦਾਰਾਂ ਨੇ ਲੈਣੇ ਨੇ 1% ਲੈਂਦੇ ਨੇ, ਹਾਲਾਂਕਿ ਹੁਣ ਵਾਲੀ ਸਰਕਾਰ ਤਾਂ ਕਹਿੰਦੀ ਕਿ ਅਸੀਂ ਲੈਣ ਨਹੀਂ ਦੇਣੇ ਜਾਂ ਲੈਂਦੇ ਨਹੀਂ। ਉਹ ਤਾਂ ਗਿੱਲ ਸਾਹਿਬ ਅਸਲ ਦੇ ਵਿੱਚ ਕਰਪਸ਼ਨ ਹੈ। ਉਹਨੂੰ ਤਾਂ ਕਰਪਸ਼ਨ ਮੰਨਦੇ ਹੀ ਨਹੀਂ, ਉਹਨੂੰ ਤਾਂ ਉਹਦਾ ਹੱਕ ਮੰਨਦੇ ਨੇ। ਹਾਲਾਂਕਿ ਉਹ ਸਭ ਤੋਂ ਖਤਰਨਾਕ ਕਰਪਸ਼ਨ। ਉਹ ਜਦੋਂ ਆਪਾਂ ਰਜਿਸਟਰੀ ਟਾਈਪ ਕਰਾਉਣੇ ਆ ਅਰਜੀ ਨੂੰ ਇਸ ਤੋਂ, ਉਹੀ ਕਹਿੰਦਾ ਆਹ ਤਾਂ ਜੀ 1% ਤਹਿਸੀਲਦਾਰ ਦਾ ਹੋਊ, ਇੰਨੇ ਮੇਰੀ ਲਿਖਾਈ ਹੋਊ, ਇੰਨੇ ਰੁਪਏ ਲੱਗਣਗੇ, ਇੰਤਕਾਲ ਵੀ ਮੈਂ ਹੀ ਕਰਾ ਕੇ ਦੇ ਦੂੰ। ਤਾਂ ਉਹ ਨੌਬਤ ਤਾਂ ਚੱਲਣੀ ਹੈ। ਪਰ ਹੁਣ ਜਿਹੜਾ ਕਲੈਕਟਰ ਰੇਟਾਂ ਦੇ ਵਿੱਚ 30 ਤੋਂ 40% ਦਾ ਵਾਧਾ ਕੀਤਾ ਗਿਆ, ਉਹਦੇ ਨਾਲ ਘਰ, ਪਲਾਟ, ਜ਼ਮੀਨਾਂ ਖਰੀਦਣੀਆਂ ਨੇ ਜਿਹੜੀਆਂ ਮਹਿੰਗੀਆਂ ਹੋ ਗਈਆਂ। ਹੁਣ ਜ਼ਮੀਨ ਜੇ ਕੋਈ ਖਰੀਦੂਗਾ ਤਾਂ ਉਹਨੂੰ 30 ਤੋਂ 40% ਦੇ ਲਗਭਗ ਵੱਧ ਖਰਚਾ ਗਾ ਜਿਹੜਾ ਉਹ ਰਜਿਸਟਰੀ ਦੇ ਉੱਤੇ ਕਰਨਾ ਪਊਗਾ। ਇਹਨੂੰ ਲੈ ਕੇ ਜਿਹੜੇ ਪ੍ਰਾਪਰਟੀ ਡੀਲਰ ਨੇ ਉਹ ਅੱਜ ਸੜਕਾਂ ਤੇ ਉਤਰੇ ਆਏ। ਉਹਨਾਂ ਨੇ ਗਿੱਲ ਸਾਹਿਬ ਪ੍ਰਾਪਰਟੀ ਡੀਲਰਾਂ ਨੇ ਥਾਂ ਖੜ ਕੇ ਨਾਅਰੇਬਾਜ਼ੀ ਕੀਤੀ, ਥਾਂ ਖੜ ਕੇ ਪ੍ਰੋਟੈਸਟ ਕੀਤੇ। ਪ੍ਰਾਪਰਟੀ ਡੀਲਰ ਕਹਿ ਰਹੇ ਨੇ ਕਿ ਇਹਦੇ ਨਾਲ ਸਾਡਾ ਕੰਮ ਆਗਾ ਜਿਹੜਾ ਉਹ ਬੰਦ ਹੋਣ ਦਾ ਖਦਸ਼ਾ ਗਾ। ਉਹ ਕਹਿੰਦੇ ਸਾਡਾ ਕੰਮ ਬੰਦ ਹੋ ਜਾਊਗਾ, ਸਾਡਾ ਕੰਮ ਫਿਰ ਚੱਲਣਾ ਨਹੀਂ ਹੈ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਉਹਨਾਂ ਦਾ ਕੰਮ ਇਸ ਵਿਸ਼ੇ ਦੇ ਨਾਲ ਚੱਲੂਗਾ ਜਾਂ ਘਟੂਗਾ। ਜੀ ਗਿੱਲ ਸਾਹਿਬ। ਅੱਛਾ ਜੀ, ਨਾਲ ਇਹ ਦੱਸਿਓ ਕਿ ਵੀਡੀਓ ਇੱਕ ਵਾਇਰਲ ਹੋਈ ਹੈ ਮੱਧ ਪ੍ਰਦੇਸ਼ ਦੀ, ਇੱਕ ਜਵਾਕ ਇੱਕ ਆਪਣੇ ਛੋਟੇ ਭਾਈ ਦੀ ਲਾਸ਼ ਨੂੰ ਗੋਦੀ 'ਚ ਲੈ ਕੇ ਬੈਠਾ। ਕਮਾਲ ਹੋ ਗਈ। ਇਹ ਕੀ ਆ ਜੀ? ਗਿੱਲ ਸਾਹਿਬ ਬੜੀ ਮੰਦਭਾਗੀ ਗੱਲ ਹੈ। ਮੱਧ ਪ੍ਰਦੇਸ਼ ਦੇ ਮੁਰੈਣਾ ਦੀ ਇਹ ਵੀਡੀਓ ਆ। ਇੱਕ 8 ਸਾਲ ਦਾ ਬੱਚਾ ਛੋਟਾ ਜਿਹਾ, ਉਹ ਆਪਦੇ ਭਰਾ ਦੀ ਲਾਸ਼ ਨੂੰ ਗੋਦੀ 'ਚ ਲਈ ਬੈਠਾ। ਵੀਡੀਓ ਬਹੁਤ ਵਾਇਰਲ ਹੋਈ ਹੈ।
ਵੀਡੀਓ ਦਰਅਸਲ ਵਾਇਰਲ ਇਸ ਕਰਕੇ ਹੋਈ ਹੈ ਕਿ ਉਹ ਬੱਚੇ ਦਾ ਛੋਟਾ ਭਰਾ ਹਸਪਤਾਲ 'ਚ ਦਾਖਲ ਸੀ, ਹਸਪਤਾਲ 'ਚ ਉਹਦੀ ਮੌਤ ਹੋ ਜਾਂਦੀ ਹੈ। ਉਹਦਾ ਬਾਪ ਉਹਦੇ ਨਾਲ ਹੁੰਦਾ, ਬਹੁਤ ਗਰੀਬ ਪਰਿਵਾਰ ਹੈ। ਉਹਦਾ ਬਾਪ ਹਸਪਤਾਲ ਵਾਲਿਆਂ ਨੂੰ ਕਹਿੰਦਾ ਕਿ ਮੇਰੇ ਕੋਲੇ ਜਿਹੜੇ ਪੈਸੇ ਸੀ ਉਹ ਤਾਂ ਇਲਾਜ ਤੇ ਖਰਚੇ ਗਏ, ਹੁਣ ਮੇਰੇ ਕੋਲੇ ਲਾਸ਼ ਨੂੰ ਘਰ ਲਿਜਾਣ ਲਈ ਪੈਸੇ ਹੈ ਨਹੀਂ। ਅੱਛਾ ਜੀ, ਮੈਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਦਿਓ। ਹਸਪਤਾਲ ਵਾਲੇ ਉਹਨੂੰ ਜਵਾਬ ਦੇ ਦਿੰਦੇ ਨੇ ਕਿ ਅਸੀਂ ਐਂਬੂਲੈਂਸ ਦਾ ਤੈਨੂੰ ਪ੍ਰਬੰਧ ਨਹੀਂ ਕਰ ਸਕਦੇ। ਉਹ ਹਸਪਤਾਲ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਐਂਬੂਲੈਂਸ ਖੜੀਆਂ ਹੁੰਦੀਆਂ ਉਹਨਾਂ ਨੂੰ ਪੁੱਛਦਾ ਹੈ ਕਿ ਮੈਂ ਬੱਚੇ ਦੀ ਲਾਸ਼ ਘਰ ਲੈ ਕੇ ਜਾਣੀ ਹੈ, ਕਿੰਨੇ ਰੁਪਏ ਲਾਉਂਗੇ? ਉਹ ਕਹਿੰਦੇ 1500 ਰੁਪਏ ਲਵਾਂਗੇ। ਉਹ ਕਹਿੰਦਾ ਮੇਰੇ ਕੋਲ ਇੰਨੇ ਤਾਂ ਹੈ ਨਹੀਂ। ਉਦੋਂ ਬਾਅਦ ਗਿੱਲ ਸਾਹਿਬ ਉਹ ਆਪਦੇ ਵੱਡੇ ਮੁੰਡੇ ਨੂੰ, ਜਿਹੜਾ 8 ਸਾਲ ਦਾ ਬੱਚਾ ਹੈ, ਉਹਦੀ ਗੋਦੀ 'ਚ ਛੋਟੇ ਬੱਚੇ ਦੀ ਡੈੱਡ ਬੋਡੀ ਰੱਖ ਕੇ ਕਹਿੰਦਾ ਕਿ ਪੁੱਤ ਮੈਂ ਕਿਤੋਂ ਘੱਟ ਪੈਸਿਆਂ ਵਾਲੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਆਉਣਾ। ਫਿਰ ਉਹ ਵਿਚਾਰਾ ਪੂਰੇ ਸ਼ਹਿਰ ਦਾ ਗੇੜਾ ਕੱਢਦਾ ਹੈ ਕਿ ਕਿਤੋਂ ਨਾ ਕਿਤੋਂ ਉਹਨੂੰ ਘੱਟ ਪੈਸਿਆਂ ਦੇ ਵਿੱਚ ਐਂਬੂਲੈਂਸ ਦਾ ਇੰਤਜ਼ਾਮ ਹੋ ਜੇ। ਔਰ ਉਦੋਂ ਤੱਕ ਉਹਦਾ ਜਿਹੜਾ 8 ਸਾਲ ਦਾ ਬੱਚਾ ਉਹ ਆਪਦੇ ਭਰਾ ਦੀ ਲਾਸ਼ ਨੂੰ ਗੋਦੀ 'ਚ ਲੈ ਕੇ ਰੋਂਦਾ ਰਹਿੰਦਾ ਹੈ, ਲੇਕਿਨ ਉਹਨੂੰ ਕਿਤੋਂ ਵੀ ਜਿਹੜੀ ਘੱਟ ਪੈਸਿਆਂ ਵਾਲੀ ਐਂਬੂਲੈਂਸ ਨਹੀਂ ਮਿਲਦੀ। ਇਹ ਵੀਡੀਓ ਤੋਂ ਬਾਅਦ ਕਿਸੇ ਸੱਜਣ ਮਿੱਤਰ ਨੇ ਉੱਥੇ ਬਣਾ ਲਈ ਮੱਧ ਪ੍ਰਦੇਸ਼ ਦੇ ਵਿੱਚ, ਔਰ ਇਹ ਵੀਡੀਓ ਬਹੁਤ ਵਾਇਰਲ ਹੋਈ। ਇਹ ਵੀਡੀਓ ਨੂੰ ਲੈ ਕੇ ਹੁਣ ਭਾਜਪਾ ਕਾਂਗਰਸ ਆਮੋ ਸਾਹਮਣੇ ਨੇ। ਸਾਬਕਾ ਮੁੱਖ ਮੰਤਰੀ ਕਾਂਗਰਸ ਦਾ ਕਮਲਨਾਥ ਕਹਿੰਦਾ ਕਿ ਸਰਕਾਰ ਨੇ ਮੱਧ ਪ੍ਰਦੇਸ਼ ਦੀ ਨੇ ਸਿਹਤ ਖੇਤਰ 'ਚ ਕੀਤਾ ਕੀ। ਉਧਰੋਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਕਹਿੰਦਾ ਕਿ ਇਸ ਮਸਲੇ ਦੇ ਵਿੱਚ ਅਸੀਂ ਜਿਹੜਾ ਉਹ ਬਹੁਤ ਕੰਮ ਕੀਤਾ ਸਿਹਤ ਦੇ 'ਚ। ਉਹ ਕਹਿੰਦਾ ਮੀਡੀਆ ਤੋਂ ਮੂੰਹ ਮੋੜ ਕੇ ਭੱਜੇ ਪੱਤਰਕਾਰਾਂ ਨੇ ਮੁਰੈਨਾ ਮਾਮਲੇ ਦੇ ਸਵਾਲ ਕੀਤਾ। ਤਾਂ ਬੜਾ ਕੁਛ ਜਿਹੜਾ ਗਿੱਲ ਸਾਹਿਬ ਚੱਲੀ ਜਾਂਦਾ ਹੈ, ਲੇਕਿਨ ਸਵਾਲ ਇਹ ਹੈਗਾ ਕਿ ਕਮਲਨਾਥ ਹੋਰਾਂ ਨੇ ਕਿਹੜਾ ਕੀਤਾ ਕੁਛ? ਇਹਨਾਂ ਦੀ ਕਿਹੜਾ ਸਰਕਾਰਾਂ ਨਹੀਂ ਰਹੀਆਂ, ਨਾ ਭਾਜਪਾ ਵਾਲਿਆਂ ਨੇ ਕੁਛ ਉਸ ਰੂਪ ਦਾ ਕੀਤਾ, ਨਾ ਕਾਂਗਰਸੀਆਂ ਨੇ ਕੀਤਾ। ਤਾਂ ਸਥਿਤੀ ਇਹ ਹੈ ਕਿ ਆਮ ਲੋਕਾਂ ਨੂੰ ਡੈੱਡ ਬੋਡੀਜ਼ ਘਰੇ ਲਿਜਾਣੀਆਂ ਵੀ ਮੁਸ਼ਕਲ ਹੋਈਆਂ ਪਈਆਂ ਨੇ। ਇਹ ਹਾਲਤ ਤੇ ਨੌਬਤ ਆਈ ਪਈ ਆ ਮਹਿੰਗਾਈ ਦੇ ਦੌਰ 'ਚ। ਜੀ ਗਿੱਲ ਸਾਹਿਬ, ਜੌਲਾ ਪਿੰਡ ਹੈ ਬਿਲਕੁਲ ਰਾਏਕੋਟ ਨਾਲ, ਉੱਥੇ ਇੱਕ ਬਜ਼ੁਰਗ ਜੋੜੇ ਦਾ ਬਾਈਕਾਟ ਕਰਤਾ, ਹੁਣ ਬਾਈਕਾਟ ਵਾਪਸ ਲੈ ਲਿਆ। ਗੱਲ ਕੀ ਹੈ? ਗਿੱਲ ਸਾਹਿਬ, ਇਹ ਮਸਲਾ ਬਹੁਤ ਭਟਿਆ ਹੋਇਆ ਰਾਏਕੋਟ ਦਾ। ਦਰਅਸਲ ਹੋਇਆ ਇਹ ਕਿ ਜਿਹੜਾ ਇਹ ਬਜ਼ੁਰਗ ਜੋੜਾ ਨਾ, ਇਹਨਾਂ ਦਾ ਇਕਲੌਤਾ ਮੁੰਡਾ, ਉਹ ਪਿੰਡ ਦੇ ਵਿੱਚੋਂ ਪਿੰਡ ਦੀ ਇੱਕ ਨੂੰਹ ਨੂੰ ਲੈ ਗਿਆ ਆਪਣੇ ਨਾਲ, ਇੱਕ ਵਿਆਹੁਤਾ ਔਰਤ ਨੂੰ ਆਪਣੇ ਨਾਲ ਲੈ ਗਿਆ। ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਇਕੱਠੀ ਹੋਈ। ਪਿੰਡ ਦੀ ਪੰਚਾਇਤ ਨੇ ਔਰ ਕਿਸਾਨ ਯੂਨੀਅਨ ਨੇ, ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਕਿਹਾ ਕਿ ਐਂ ਕਰੋ, ਉਹ ਤਾਂ ਲੈ ਗਿਆ, ਹੁਣ ਇੱਥੋਂ ਚਲਿਆ ਗਿਆ, ਉਹਦੇ ਮਾਂ-ਬਾਪ ਦਾ ਬਾਈਕਾਟ ਕਰ ਦਿਓ। ਪੰਚਾਇਤ ਦੇ ਬਕਾਇਦਾ ਲੈਟਰ ਪੈਡ ਦੇ ਉੱਤੇ ਸਰਪੰਚ ਨੇ ਮੋਹਰ ਲਾਈ, ਨੰਬਰਦਾਰਾਂ ਨੇ ਸਾਈਨ ਕੀਤੇ, ਸਾਰੇ ਪੰਚਾਇਤ ਮੈਂਬਰਾਂ ਨੇ ਸਾਈਨ ਕੀਤੇ, ਪਿੰਡ ਵਾਲਿਆਂ ਨੇ ਸਾਈਨ ਕੀਤੇ। ਔਰ ਗਿੱਲ ਸਾਹਿਬ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਰਜ ਕੀਤੀਆਂ ਵੀ ਇਹ ਬਜ਼ੁਰਗ ਜੋੜਾ ਗਾ ਜਿਹੜਾ, ਇਹਦਾ ਬਾਈਕਾਟ ਕਰੋ, ਇਹਨੂੰ ਨਾ ਕੋਈ ਚੀਜ਼ ਦੇਊਗਾ ਪਿੰਡ ਦਾ, ਨਾ ਕੋਈ ਲਊ, ਨਾ ਇਹਨੂੰ ਕੋਈ ਦੁਕਾਨ ਵਾਲਾ ਸੌਦਾ ਦੇਊਗਾ ਤੇ ਨਾ ਡਾਇਰੀ ਵਾਲਾ ਇਹਨਾਂ ਦਾ ਦੁੱਧ ਪਵਾਊਗਾ। ਉਸ ਤੋਂ ਬਾਅਦ ਉਹਨਾਂ ਦੀ ਹਾਲਤ ਆ ਗਈ ਜਿਹੜੀ ਪਤਲੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਉਹਦੇ ਵਿੱਚ ਐਂ ਵੀ ਲਿਖਤਾ ਵੀ ਜੇ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਮਰਗ ਹੋ ਜਾਂਦੀ ਆ ਤਾਂ ਪਿੰਡ 'ਚੋਂ ਕੋਈ ਮੋਢਾ ਵੀ ਨਹੀਂ ਦੇਊਗਾ। ਕਮਾਲ ਹੈ। ਔਰ ਇਹ ਅਨਾਉਂਸਮੈਂਟ ਆ ਜਿਹੜੀ ਉੱਥੇ ਸਾਰੇ ਪਿੰਡ ਦੇ ਵਿੱਚ ਕੀਤੀ ਗਈ। ਉਸ ਤੋਂ ਬਾਅਦ ਇਹ ਮਸਲਾ ਭਖ ਗਿਆ। ਮਸਲਾ ਇਹ ਭਖ ਗਿਆ ਕਿ ਇਹਨਾਂ ਦਾ ਮੁੰਡਾ ਗਾ ਜਿਹੜਾ ਬਜ਼ੁਰਗਾਂ ਦਾ, ਉਹ ਪਿੰਡ ਦੀ ਔਰਤ ਨੂੰ ਲੈ ਕੇ ਗਿਆ ਗਾ। ਇਹ ਬਜ਼ੁਰਗਾਂ ਦਾ ਇਹਦੇ 'ਚ ਕੀ ਕਸੂਰ ਹੈ? ਹਾਲਾਂਕਿ ਉਹ ਵੀ ਸਹਿਮਤੀ ਦੇ ਨਾਲ ਗਏ ਹੋਣਗੇ, ਮਸਲਾ ਵੱਖਰਾ ਗਾ, ਲੇਕਿਨ ਬਜ਼ੁਰਗਾਂ ਦਾ ਤਾਂ ਮਤਲਬ ਹੀ ਨਹੀਂ ਉਸ ਕੇਸ ਦੇ ਨਾਲ ਕੋਈ। ਉਸ ਤੋਂ ਬਾਅਦ DC ਕੋਲ ਮਸਲਾ ਗਿਆ, ਸਰਕਾਰ ਕੋਲੇ ਗਿਆ। ਹੁਣ ਅੱਜ ਪੰਚਾਇਤ ਨੇ ਯੂ ਟਰਨ ਮਾਰਿਆ ਔਰ ਪੰਚਾਇਤ ਨੇ, ਪਿੰਡ ਵਾਸੀਆਂ ਨੇ ਉਹ ਆਪਣਾ ਜਿਹੜਾ ਮਤਾ ਗਾ ਵਾਪਸ ਲਿਆ ਗਾ। ਸੋ ਪੰਜਾਬ ਦੇ ਵਿੱਚ ਵੀ ਇਦਾਂ ਦੇ ਮਤੇ ਪੈਂਦੇ ਨੇ ਜੀ, ਬੜੀ ਮੰਦਭਾਗੀ ਗੱਲ ਹੈ ਜੀ। ਅੱਛਾ, ਸੁਖਦੇਵ ਸਿੰਘ ਢੀਂਡਸਾ ਹੋਣੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਆ ਜੀ? ਜੀ ਗਿੱਲ ਸਾਹਿਬ, ਸੁਖਦੇਵ ਸਿੰਘ ਢੀਂਡਸਾ ਹੋਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਨੇ ਔਰ ਉਹਨਾਂ ਨੇ ਉੱਥੇ ਗਿੱਲ ਸਾਹਿਬ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ ਸੀ ਕਿ ਇੱਕ ਨਿਸ਼ਾਨ ਹੇਠ ਇਕੱਤਰ ਹੋਵੋ। ਉਹ ਕਹਿੰਦੇ ਇਸ ਬਿਆਨ ਨੂੰ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆ ਉਹਨੇ ਗੰਭੀਰਤਾ ਨਾਲ ਵਿਚਾਰਿਆ ਔਰ ਉਹ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਇਕੱਠੇ ਹੋਣ ਦੇ ਲਈ ਤਿਆਰ ਆ। ਉਹ ਕਹਿੰਦੇ ਜੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਬਣੀਆਂ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਤੋਂ ਅਸਤੀਫਾ ਲਓ। ਪੰਥ ਦੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਕਹਿੰਦੇ ਅਸੀਂ ਵੀ ਫਿਰ ਇਵੇਂ ਕਰਾਂਗੇ। ਔਰ ਉਹਨਾਂ ਨੇ ਕਿਹਾ ਗਾ ਕਿ ਕੌਮ ਨੂੰ ਤੁਸੀਂ ਸਹੀ ਸੰਦੇਸ਼ ਜਿਹੜਾ ਬਿਲਕੁਲ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਇਮਾਰਤ ਨਹੀਂ, ਸਗੋਂ ਸਿੱਖ ਧਰਮ ਦੇ ਅੰਦਰ ਸੱਚਾ ਤੇ ਸੁੱਚਾ ਸੰਕਲਪ ਹੈ। ਤਾਂ ਉਹ ਕਹਿੰਦੇ ਫਿਰ ਇਸ ਤਰੀਕੇ ਦੇ ਨਾਲ
ਜਿਹੜਾ ਸਾਨੂੰ ਅੱਗੇ ਵਧਣਾ ਚਾਹੀਦਾ। ਤੋ ਹੁਣ ਗਿੱਲ ਸਾਹਿਬ ਗੱਲ ਤਾਂ ਇਹ ਹੈਗੀ ਕਿ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਗਾ ਬਾਦਲ, ਉਹ ਇਸ ਹਾਲਤ ਦੇ ਵਿੱਚ ਚਲਿਆ ਗਿਆ ਕਿ ਆਪਾਂ ਇਲੈਕਸ਼ਨ ਦੇ ਵਿੱਚ ਦੇਖਿਆ ਕਿ 5ਵੇਂ ਨੰਬਰ ਤੇ ਚਲਿਆ ਗਿਆ। ਔਰ ਜਿਹੜਾ ਢੀਂਡਸਾ ਹੋਰਾਂ ਨੇ ਅੱਡ ਅਕਾਲੀ ਦਲ ਬਣਾਇਆ, ਭਾਜਪਾ ਦੇ ਨਾਲ ਵੀ ਰਲੇ, ਉਹਨਾਂ ਨੂੰ ਵੀ ਲੋਕ ਆ ਜਿਹੜਾ ਉਹ ਉਸ ਰੂਪ ਦੇ ਵਿੱਚ ਐਕਸੈਪਟ ਨਹੀਂ ਕਰ ਰਹੇ। ਤਾਂ ਉਹਦੇ ਚੋਂ ਹੁਣ ਢੀਂਡਸਾ ਹੋਰਾਂ ਨੂੰ ਪਹਿਲਾਂ ਸ਼ਾਇਦ ਲੱਗਦਾ ਹੋਊ ਕਿ ਉਪ ਰਾਸ਼ਟਰਪਤੀ, ਕੋਈ ਗਵਰਨਰ, ਕੋਈ ਇਦਾਂ ਦੀ ਗੱਲ ਹੋ ਜੇ, ਉਹ ਵੀ ਨਹੀਂ ਗਈ ਗੱਲ ਬਣੀ। ਔਰ ਐਤਕੀ ਤਾਂ ਇਹਨਾਂ ਨੇ ਲੋਕ ਸਭਾ ਦੀ ਚੋਣ ਵੀ ਨਹੀਂ ਲੜਾਈ ਗਈ ਇਹਨਾਂ ਨੂੰ, ਸੰਗਰੂਰ ਤੋਂ ਇਹਨਾਂ ਦੇ ਪਰਿਵਾਰ ਲਗਾਤਾਰ ਇੱਥੋਂ ਚੋਣ ਲੜਦਾ ਆ ਰਿਹਾ ਸੀ। ਸੋ ਹੁਣ ਤਾਂ ਗਿੱਲ ਸਾਹਿਬ ਗੱਲ ਇਹ ਹੈਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਉਹ ਆਉਣੀਆਂ ਨੇ, ਉਹਨੂੰ ਲੈ ਕੇ ਮੈਨੂੰ ਲੱਗਦਾ ਕਿ ਢੀਂਡਸਾ ਹੋਰੀ ਕਿਸੇ ਨਾ ਕਿਸੇ ਤਿਆਰੀ 'ਚ ਨਜ਼ਰ ਆ ਰਹੇ ਨੇ ਜੀ। ਸਿੰਗਲੇ ਦਾ ਕੀ ਹਾਲ ਹੈ ਜੀ, ਮਾਨਸੇ ਵਾਲੇ ਦਾ? ਗਿੱਲ ਸਾਹਿਬ ਸਿੰਗਲਾ ਜੇਲ੍ਹ 'ਚੋਂ ਆਉਣ ਤੋਂ ਬਾਅਦ ਪੂਰੀ ਅਸਲ ਦੇ ਵਿੱਚ ਜੋਸ਼ 'ਚ ਨਜ਼ਰ ਆ ਰਿਹਾ ਹੈ। ਉਹਨੇ ਤਾਂ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਗਿਆ। ਗਿੱਲ ਸਾਹਿਬ ਪਾਰਟੀ ਦੇ ਦਫ਼ਤਰ 'ਚ ਜਾ ਕੇ ਮੀਟਿੰਗ ਕੀਤੀ ਉਹਨੇ, ਤਾਂ ਉਹ ਕਹਿੰਦਾ ਮੈਂ ਤਾਂ ਧੇਲਾ ਨਹੀਂ ਲਿਆ ਕਿਸੇ ਤੋਂ, ਨਾ ਲਵਾਂ, ਕਰਪਸ਼ਨ ਦਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ। ਕਹਿੰਦਾ ਆਪਾਂ ਪਾਰਟੀ ਨੂੰ ਮਜ਼ਬੂਤ ਕਰੋ, ਸਰਕਾਰ ਤੇ ਪੂਰਾ ਵਿਸ਼ਵਾਸ ਹੈ। ਹੁਣ ਜਿਹੜੀਆਂ ਉਹ ਗੱਲਾਂ ਕਰਦਾ ਗਿੱਲ ਸਾਹਿਬ, ਉਹ ਗੱਲਾਂ ਬੜੇ ਸਵਾਲ ਉਠਾਉਂਦੀਆਂ ਨੇ, ਕਿਉਂਕਿ ਭਗਵੰਤ ਮਾਨ ਹੋਰੀ ਕਹਿੰਦੇ ਸੀ ਵੀ ਇਸ ਬੰਦੇ ਨੇ ਕਰਪਸ਼ਨ ਕੀਤੀ, ਉਹ ਕਹਿੰਦਾ ਮੈਂ ਧੇਲੇ ਦੀ ਨਹੀਂ ਕੀਤੀ। ਤਾਂ ਫਿਰ ਦੋਨਾਂ ਦੇ ਵਿੱਚੋਂ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ, ਇਹਦਾ ਨਿਤਾਰਾ ਕੌਣ ਕਰੂ? ਦੂਜੀ ਗੱਲ ਇਹ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਉਹਨੂੰ ਪਾਸੇ ਕੀਤਾ, ਬਾਂਹ ਫੜ ਕੇ ਉਹਦੀ ਥਾਂ ਤੇ ਨਵਾਂ ਸਿਹਤ ਮੰਤਰੀ ਵੀ ਲਾਤਾ, ਹੁਣ ਤਾਂ ਉਹਨੂੰ ਜੇਲ੍ਹ ਵੀ ਭੇਜਿਆ। ਤਾਂ ਹੁਣ ਫਿਰ ਉਹ ਪਾਰਟੀ ਦੇ ਦਫ਼ਤਰ ਕਿਸ ਹਿਸਾਬ ਨਾਲ ਜਾ ਕੇ ਮੀਟਿੰਗਾਂ ਕਰ ਰਿਹਾ, ਕਿਸ ਹਿਸਾਬ ਨਾਲ ਪਾਰਟੀ ਦੇ ਦਫ਼ਤਰ ਜਾ ਕੇ ਪਾਰਟੀ ਦੇ ਨੁਮਾਇੰਦਿਆਂ ਨੂੰ ਮਿਲ ਰਿਹਾ ਹੈ, ਇਹ ਵੀ ਬੜੀ ਗਿੱਲ ਸਾਹਿਬ ਗੱਲ ਟੇਢੀ ਹੈ। ਦੂਜੀ ਗੱਲ ਇਹ ਕਿ ਜਦੋਂ ਕਿਸੇ ਦੇ ਉੱਤੇ ਕੋਈ ਸਰਕਾਰ, ਕੋਈ ਪਾਰਟੀ ਕਾਰਵਾਈ ਕਰਦੀ ਆ, ਤਾਂ ਉਹ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਬੜਾ ਭਖਿਆ ਆਉਂਦਾ ਹੈ, ਔਰ ਉਹ ਬੜੀ ਇਲਜ਼ਾਮਬਾਜ਼ੀ ਕਰਦਾ। ਉਹ ਤਾਂ ਕਹਿੰਦਾ ਸਰਕਾਰ ਦੇ ਉੱਤੇ ਮੈਨੂੰ ਪੂਰਾ ਭਰੋਸਾ ਹੈ, ਹਜੇ ਵੀ ਉਹ ਭਰੋਸਾ ਦਰਸਾ ਰਿਹਾ ਹੈ। ਤਾਂ ਇਹਦੇ ਤੋਂ ਇਉਂ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗੱਲ, ਕੋਈ ਤੰਦ ਆ ਜਿਹੜੀ ਅਜੇ ਵੀ ਜੁੜੀ ਹੋਈ ਹੈ ਜੀ। ਲਓ ਜੀ, ਧੰਨਵਾਦ। ਫਿਰ ਕੱਲ ਨੂੰ ਸਵੇਰੇ ਕਰਦੇ ਹਾਂ ਗੱਲਬਾਤ ਫੇਰ, ਤੇ ਖਿਆਲ ਰੱਖੋ ਆਪਣਾ, ਚੜ੍ਹਦੀ ਕਲਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਰਾਜਨੀਤਿਕ ਬੰਦੇ ਕਿਵੇਂ ਕਿਸੇ ਦੇਸ਼ ਨੂੰ ਛਕ ਸਕਦੇ ਆ, ਕਿਵੇਂ ਖਾ ਸਕਦੇ ਆ ਪਰਿਵਾਰਾਂ ਦੇ ਪਰਿਵਾਰ, ਉਹਦੀ ਮੈਂ ਉਦਾਹਰਨ ਤੁਹਾਨੂੰ ਹੁਣ ਇੱਕ ਦੇਣੀ ਚਾਹੁੰਦਾ, ਸ਼੍ਰੀਲੰਕਾ ਦੀ। ਇਸ ਤਰ੍ਹਾਂ ਹੀ ਪੰਜਾਬ 47 ਤੋਂ ਲੈ ਕੇ ਹੁਣ ਤੱਕ ਇਹ ਛਕਣ ਵਾਲੀ ਉਹ ਗੱਲ ਆ, ਖਾਸ ਤੌਰ 'ਤੇ 97 ਤੋਂ ਲੈ ਕੇ 2022 ਤੱਕ 3 ਵਾਰ ਬਾਦਲ ਬਣੇ ਆ, 2 ਵਾਰ ਕੈਪਟਨ ਬਣੇ ਆ। ਜਿਹੜੇ 3 ਭਾਈ ਸ਼੍ਰੀਲੰਕਾ ਸੀ, ਰਾਜਾ ਪਾਕਸਾ ਬ੍ਰਦਰਸ, ਕਲੈਨ ਆ ਪੂਰਾ, ਗਾਹਾਂ ਅਗਲੀ ਪੀੜ੍ਹੀ ਜਿਹੜੀ ਹੈ ਉਹ ਤੁਰ ਪਈ। ਮੈਂ ਤੁਹਾਨੂੰ ਦੱਸਦਾ ਵੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕਿਵੇਂ ਪਰਿਵਾਰ ਬਣਿਆ ਰਿਹਾ। ਇਹਨਾਂ 'ਚ ਸਭ ਤੋਂ ਜਿਹੜਾ ਸ਼ੈਤਾਨ ਆ ਉਹ ਮਹਿੰਦਰ ਰਾਜਾ ਪਾਕਸਾ, ਜਿਸ ਦੇ ਸਮੇਂ ਲਿਟੇ ਜਿਹੜੇ ਪ੍ਰਭਾਕਰਨ ਹੋਣੀ, ਉਹਨਾਂ ਦੀ ਮੁਹਿੰਮ ਆ ਜਿਹੜੀ, ਉਸ ਨੂੰ ਦਰੜਤਾ, ਉਜਾੜ ਦਿੱਤੇ ਤਾਮਿਲ ਮੂਲ ਦੇ ਲੋਕ। ਤੇ ਰਾਜਾ ਪਾਕਸੇ ਹੋਣੀ 2005 ਤੋਂ ਲੈ ਕੇ 2015 ਤੱਕ ਮਹਿੰਦਰਾ ਰਾਜਾ ਪਾਕਸਾ ਰਿਹਾ ਪ੍ਰੈਜ਼ੀਡੈਂਟ। ਅੱਛਾ, 2005 ਤੋਂ ਲੈ ਕੇ 2004 ਤੋਂ 5 ਤੱਕ ਉਹ ਪ੍ਰਧਾਨ ਮੰਤਰੀ ਰਿਹਾ। ਪ੍ਰਧਾਨ ਮੰਤਰੀ ਤੋਂ ਬਾਅਦ ਫਿਰ ਜਦੇ ਹੀ ਰਾਸ਼ਟਰਪਤੀ ਬਣ ਗਿਆ 15 ਤੱਕ। 15 ਤੋਂ ਬਾਅਦ ਉੱਪਰੋਂ ਉਤਰਿਆ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ ਬਣ ਗਿਆ 15 ਤੋਂ 18 ਤੱਕ। ਅੱਛਾ, 19 ਤੋਂ ਬੜਾ ਭਾਈ ਗਟੱਬਿਆ ਰਾਜਾ ਪਾਕਸਾ, ਉਹ ਬਣਾ ਦਿੱਤਾ 2019 ਤੋਂ। ਉਹ ਪ੍ਰਧਾਨ ਮੰਤਰੀ ਬਣਾਤਾ, ਉਹ ਰਾਸ਼ਟਰਪਤੀ ਬਣਾਤਾ, ਤੇ ਮਹਿੰਦਰਾ ਆਪ ਜਿਹੜਾ ਉਹ ਪ੍ਰਧਾਨ ਮੰਤਰੀ ਬਣ ਗਿਆ। ਮਤਲਬ 2 ਭਾਈ ਰਾਸ਼ਟਰਪਤੀ, ਇੱਕ 10 ਸਾਲ 5 ਤੋਂ 15 ਮਹਿੰਦਰਾ ਰਾਜਾ ਪਾਕਸਾ, ਦੂਜਾ 19 ਤੋਂ 22 ਤੱਕ 10 ਸਾਲ, ਤੇ ਇੱਕ ਨੂੰ 3 ਸਾਲ ਹੋ ਗਏ। ਇਹ ਤਾਂ ਰਾਸ਼ਟਰਪਤੀ ਨੇ। ਪ੍ਰਧਾਨ ਮੰਤਰੀ 2004 ਤੋਂ 5, ਉਸ ਤੋਂ ਬਾਅਦ ਫਿਰ ਜਿਉਂ ਲੱਗਿਆ 18-19 'ਚ ਫੇਰ ਮੁੜਿਆ ਏ। ਫਿਰ ਹੁਣ ਭਾਈ ਇੱਕ ਪ੍ਰੈਜ਼ੀਡੈਂਟ ਆਪ ਜਿਹੜਾ ਪ੍ਰਧਾਨ ਮੰਤਰੀ, ਇੱਕ ਰਾਸ਼ਟਰਪਤੀ, ਇੱਕ ਪ੍ਰਧਾਨ ਮੰਤਰੀ, ਇੱਕ ਵਿੱਤ ਮੰਤਰੀ,
ਪੁੱਤ ਜਿਹੜਾ ਹੈ ਉਹ ਡਿਫੈਂਸ ਮਿਨਿਸਟਰ ਦੇ ਤੌਰ ਤੇ। ਹੁਣ ਇੱਕ ਭਾਈ ਬਾਸਲ ਰਾਜਾ ਪਾਕਸਾ ਰਾਤ ਭੱਜਣ ਲੱਗਿਆ ਸੀ, 12:30 ਵਜੇ ਏਅਰਪੋਰਟ ਤੇ ਕੋਲੰਬੋ ਦੇ VIP ਲਾਂਚ ਆ ਗਿਆ, ਦੁਬਈ ਨੂੰ ਚੱਲਿਆ ਸੀ। ਪਰ ਹਰ ਮਿੱਟੀ ਆ ਜਿਹੜੀ ਉਹ ਭੁਰਦੀ ਨਹੀਂ। ਇਮੀਗ੍ਰੇਸ਼ਨ ਦਾ ਇੱਕ ਅਫੀਸਰ ਉਹਨੂੰ ਕਹਿੰਦਾ ਲਾਈਨ 'ਚ ਖੜ ਜਾ, ਤੈਨੂੰ ਨਹੀਂ ਮੈਂ ਭੱਜਣ ਦਾ, ਮੇਰਾ ਦੇਸ਼ ਆ ਇਹ, ਤੂੰ ਕਿੱਧਰ ਨੂੰ ਚੱਲਿਆ? ਕੋਈ ਵੀ ਨਹੀਂ ਜਾ ਸਕਦਾ। ਤੇ ਨਾਲ ਹੀ ਹੁਣ ਜਿਹੜਾ ਨਵਾਂ ਕਹਿੰਦਾ ਸੀ ਰਣਲ ਬਿਕਰਮ ਸਿੰਘੇ, ਇਹ ਵੀ ਪਹਿਲਾਂ ਰਿਹਾ ਪ੍ਰਧਾਨ ਮੰਤਰੀ, 2001 ਤੋਂ ਲੈ ਕੇ 4 ਤੱਕ ਰਿਹਾ ਇਹਦਾ ਰਤਨਾਸ਼੍ਰੀ ਬਿਕਰਮ ਸਿੰਘੇ ਇਹਦਾ ਪਿਓ ਪਹਿਲਾਂ ਰਿਹਾ। ਸੋ ਇਹ ਟੱਬਰ ਹੀ ਤੁਰੇ ਫਿਰਦੇ ਨੇ। ਇਹਨੂੰ ਵੀ ਕਿਹਾ ਵੀ ਤੂੰ ਵੀ ਚੱਲ, ਤੈਨੂੰ ਵੀ। ਇਹ ਵੀ ਪ੍ਰਧਾਨ ਮੰਤਰੀ ਬਹੁਤ ਚਿਰ ਰਿਹਾ, 2001 ਤੋਂ ਲੈ ਕੇ 4 ਤੱਕ। ਫਿਰ ਰਤਨਾਸ਼੍ਰੀ ਬਿਕਰਮ ਸਿੰਘੇ ਬਿਕਰਮ ਨਾਇਕੇ, ਇੱਕ ਇਹ ਆ ਗਿਆ, ਇੱਕ ਭੰਡਾਰ ਨਾਇਕੇ ਹੈ। ਇਹ ਸਭ ਜਿਹੜਾ ਇਹ ਟੱਬਰ ਹੀ ਨੇ 5-4 ਜਿਹੜੇ ਹੁਣ ਤੱਕ ਸ਼੍ਰੀਲੰਕਾ ਨੂੰ, ਪੈਰਾਡਾਈਜ਼ ਦਾ ਬਹੁਤ ਸੋਹਣਾ ਦੇਸ਼ ਹੈ, ਦੁਨੀਆ ਭਰ ਦੇ ਉਹਦੇ ਤੋਂ ਹੀਰੇ ਜਵਾਹਰਾਤ, ਖਾਸ ਤੌਰ 'ਤੇ ਬਹੁਤ ਮਸ਼ਹੂਰ ਜਿਹੜਾ ਪੁਖਰਾਜ ਹੈ ਉਹ ਸ਼੍ਰੀਲੰਕਾ ਦਾ ਦੁਨੀਆ 'ਚ ਵਿਕਦਾ, ਯੈਲੋ ਟੋਪਾਜ਼ ਜਿਹੜਾ ਕਹਿੰਦੇ ਨੇ। ਹੁਣ ਲੋਕ ਵੜ ਗਏ ਜਾ ਕੇ ਰਾਸ਼ਟਰਪਤੀ ਦੇ ਮਹਿਲਾਂ 'ਚ। ਖੰਡਾਤਾ ਜਿਹੜਾ ਨਿੱਕੜ ਸੁੱਕੜ ਸਾਰਾ ਤੁਰਿਆ ਫਿਰਦਾ ਸੀ, ਜਿਹੜੇ ਆ ਪਾਣੀ 'ਚ ਜਿਹੜੇ ਤਲਾਅ 'ਚ ਨਹਾਉਂਦਾ ਸੀ, ਉਹ 'ਚ ਛਾਲਾਂ ਮਾਰੀਆਂ ਭੱਜ ਭੱਜ ਕੇ। ਲੋਕਾਂ ਦੇ ਸਾਹਮਣੇ ਕੁਛ ਨਹੀਂ। ਜਿੱਦਣ ਲੋਕ ਸੜਕਾਂ 'ਤੇ ਆ ਗਏ, ਕਿੰਨਿਆਂ ਕੁ ਨੂੰ ਮਾਰ ਦੂ ਸਰਕਾਰ। ਹੁਣ ਡਿਮਾਂਡਸ ਕੀ ਨੇ ਕਿ ਗੋਤਾਬਇਆ ਰਾਜਾਪਾਕਸਾ ਰਿਜ਼ਾਈਨ ਕਰੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਰਣਲ ਬਿਕਰਮ ਸਿੰਘੇ ਉਹ ਵੀ ਕਰੇ, ਇੰਟਰਮ ਗਵਰਨਮੈਂਟ ਬਣੇ 1 ਸਾਲ ਲਈ, ਇੱਕ ਨਵਾਂ ਕੰਸਟੀਟਿਊਸ਼ਨ ਬਣੇ ਜਿਹਦੇ 'ਚ ਲੋਕਾਂ ਦੀ ਆਜ਼ਾਦੀ ਰੈਫਰੈਂਡਮ ਦੇ ਰਾਹੀਂ ਇਹ ਹੋਵੇ, 1 ਸਾਲਾਂ ਦੇ ਵਿੱਚ ਨਵਾਂ ਕੰਸਟੀਟਿਊਸ਼ਨ ਬਣੇ। ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਐਗਜ਼ੈਕਟਿਵ ਪਾਵਰਸ ਨੇ ਉਹ ਰਿਡਿਊਸ ਕਰਕੇ ਸਿਰਫ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ ਸਟਰੈਂਥ ਕਰਨ ਜਦ ਤੱਕ ਨਵਾਂ ਕੰਸਟੀਟਿਊਸ਼ਨ ਨਹੀਂ ਬਣਦਾ। ਤੇ ਸੋ ਇਹ ਉਸ ਤੋਂ ਬਾਅਦ ਫੰਡਾਮੈਂਟਲ ਜਿਹੜੇ ਆਬਜੈਕਟਿਵ ਨੇ ਇੱਕ ਇੰਟਰਮ ਸਰਕਾਰ ਦੇ, ਉਹ ਇਹ ਸਾਰੀਆਂ ਚੀਜ਼ਾਂ ਕਰਨ। ਹੁਣ ਇਹਨਾਂ ਨੇ ਲਾਈਨ 'ਤੇ ਲੈ ਆਉਣਾ, ਲੋਕਾਂ ਨੇ ਲੱਗੇ ਹੋਏ ਨੇ। ਉਹ ਕਹਿੰਦਾ ਦੇਸ਼ ਦਾ ਬੁਰਾ ਹਾਲ ਹੋ ਜੂ। ਉਹ ਕਹਿੰਦਾ ਹੁਣ ਕਿਹੜਾ ਚੰਗਾ, ਹੁਣ ਕਿਤੇ ਬੱਚਤ ਆ ਕੁਛ, ਹੁਣ ਵੀ ਉਜੜੇ ਹੀ ਪਏ ਆ। ਉਹ ਮਤਲਬ ਜ਼ਿਆਦਾ ਰਾਜਨੀਤਿਕ ਲੋਕ ਮਾੜੀ 'ਤੇ ਆਉਂਦੇ ਨੇ, ਇਹ ਨਹੀਂ ਛੱਡਦੇ ਕਿਸੇ ਦਾ ਕੁਛ, ਇਹ ਬਰਬਾਦ ਕਰਦੇ ਨੇ ਲੋਕ। ਸੋ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਥਰਡ ਵਰਲਡ ਕੰਟਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਅਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਇਹ ਕਹਾਣੀਆਂ ਹੁੰਦੀਆਂ ਨੇ। ਪਰ ਲੋਕਾਂ ਦੇ ਵਿੱਚ, ਆਵਾਮ 'ਚ ਬਹੁਤ ਤਾਕਤ ਹੈ। ਸਰਦਾਰ ਪ੍ਰਭਜੋਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਤੁਸੀਂ ਸ਼੍ਰੀਲੰਕਾ ਦੀ ਗੱਲ ਕੀਤੀ ਜੀ, ਤੇ ਉਹਦੇ ਨਾਲ ਹੀ ਮੈਨੂੰ ਉਹ ਇੱਕ ਡਾਕੂਮੈਂਟਰੀ ਹੈਗੀ ਆ, ਬ੍ਰਿੰਗਿੰਗ ਡਾਊਨ ਡਿਕਟੇਟਰ ਕ੍ਰੋਏਸ਼ੀਆ ਦੀ ਹੈਗੀ ਆ। ਉਹਦੇ ਵਿੱਚ ਵੀ ਜਦੋਂ ਲੋਕ ਉੱਠ ਪਏ ਸੀ ਤਾਂ ਫਿਰ ਉਸ ਵੇਲੇ ਸਲੋਬੋਦਨ ਮਿਲੋਸੇਵਿਚ ਨੂੰ ਉਹਨੇ ਥੱਲੇ ਲਾ ਲਿਆ ਸੀ। ਤੇ ਜਿਹੜਾ ਇੱਥੇ ਵੀ ਉਹੀ ਗੱਲ ਹੋਈ ਹੈਗੀ ਆ, ਹੋਰ ਵੀ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵਮੈਂਟ ਉੱਠੀਆਂ ਜਿੱਥੇ ਰਾਜ ਪਲਟੇ ਹੋਏ ਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਦੇਖੋ ਪੰਜਾਬ ਭਾਰਤ ਦੇ ਵਿੱਚ ਜਿਹੜੀ ਉੱਥੇ ਇੱਕ ਮੂਵਮੈਂਟ ਉੱਠੀ ਸੀ ਕਿਸਾਨੀ ਬਿੱਲਾਂ ਦੇ ਨਾਂ ਥੱਲੇ, ਉਹ ਬੇਸ਼ੱਕ ਉਹ 3 ਬਿੱਲਾਂ ਕਰਕੇ ਉੱਠੀ ਸੀ, ਪਰ ਉਹਦੇ ਵਿੱਚ ਸਾਰੇ ਦੇਸ਼ ਦੇ ਸਾਰੇ ਮਸਲੇ ਉਹਦੇ ਵਿੱਚ ਸੀਗੇ ਤੇ ਸਾਰੇ ਦੇਸ਼ ਦੇ ਲੋਕ ਉਹਦੇ ਵਿੱਚ ਇਕੱਠੇ ਹੋ ਗਏ ਸੀ। ਪਰ ਇਸ ਹਿਸਾਬ ਨਾਲ ਸਰਕਾਰ ਨੇ ਉੱਥੇ ਮੋਹਰੇ ਲੀਡਰ ਬਿਠਾਲ ਕੇ ਜਿਹੜੇ ਜਾ ਕੇ ਨਾ ਹਨਾ ਵੱਖਰੇ ਲੀਡਰ 30-32 ਉਹਨਾਂ ਰਾਹੀਂ ਉਸ ਜਿਹੜਾ ਸੰਘਰਸ਼ ਨੂੰ ਏਦਾਂ ਡਿਪਲੀਟ ਕੀਤਾ। ਜਦੋਂ ਵਾਪਸ ਉਹਨੂੰ ਉੱਥੋਂ ਤੋਰਿਆ ਤੇ ਜਿੰਨੇ ਲੀਡਰ ਸੀ ਉਨੇ ਪਾਸੇ ਨੂੰ ਮੂਵ ਹੋ ਗਿਆ, ਲੋਕ ਉਦਾਂ ਹੀ ਖਿਲਾਰ ਦਿੱਤੇ। ਬਹੁਤ ਜ਼ਿਆਦਾ ਚਲਾਕੀ ਨਾਲ ਉੱਥੇ ਕੰਮ ਹੋਇਆ ਤੇ ਅਸੀਂ ਸੋਚਦੇ ਆ ਵੀ ਉੱਥੇ ਬਹੁਤ ਵੱਡੀ ਜਿੱਤ ਹੋਈ ਆ, ਜਦ ਕਿ ਉਹ ਜਿਹੜਾ ਇਕੱਠ ਸੀ ਉਹ ਰਾਜ ਪਲਟੇ ਵਾਲਾ ਸੀ। ਉੱਥੋਂ ਨਵੇਂ ਸੰਵਿਧਾਨ, ਨਵੀਆਂ ਸਰਕਾਰਾਂ ਨਿਕਲ ਸਕਦੀਆਂ ਸੀ, ਪਰ ਨਹੀਂ, ਉੱਥੇ ਬਹੁਤ ਵੱਡਾ ਧੋਖਾ ਹੋਇਆ, ਜਿਹਨੂੰ ਸਦਾ ਹੀ ਲੋਕੀ ਕਹਿੰਦੇ ਆ ਸਾਡੀ ਜਿੱਤ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਰ ਜਗਜੀਤ ਸਿੰਘ ਬਰਾੜ ਜੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਜੀ ਹੌਲੀ ਹੌਲੀ ਮੈਂ ਗੱਲ ਕਰੂੰਗਾ। ਕਰੋ ਜੀ। ਇੱਕ ਗੱਲ ਹੀ ਚਲੋ ਕਰ ਲੈਂਦੇ ਹਾਂ, ਕਿਉਂ ਪਿੱਛੇ ਹੋਰ ਵੀ ਕਲਰ ਹੁੰਦੇ ਆ। ਅਕਾਲੀ ਦਲ ਦੀ ਜਿਹੜੇ ਅੱਜ ਢੀਂਡਸਾ ਮਿਲਿਆ ਜੀ ਜਥੇਦਾਰ ਨੂੰ ਜਾ ਕੇ ਆਪਦੀਆਂ ਇਕੱਠੇ ਹੋਣ ਦੀ ਬਾਬਤ ਗੱਲਬਾਤ ਕੀਤੀ ਹੈ। ਇਹ ਤਾਂ ਜੀ 1973 ਵੇਲੇ ਇੱਕ ਫੇਰੂਮਾਨ ਅਕਾਲੀ ਦਲ ਬਣ ਗਿਆ ਸੀਗਾ। ਉਸ ਤੋਂ ਬਾਅਦ 99 ਇੱਕ ਮਾਨ ਦਲ ਬਣ ਗਿਆ ਸੀਗਾ ਜੀ। ਫਿਰ ਬਾਦਲ ਦਲ ਤੇ ਕੰਬਰਸਰੀਆ, ਇਸ ਤਰ੍ਹਾਂ ਗਰੁੱਪ ਬਣਦੇ ਰਹੇ ਹੋ। ਜਿਵੇਂ ਕਹਿੰਦੇ ਹੁੰਦੇ ਸਿਆਣੇ ਜੀ, ਸਹੇ ਨੂੰ ਪਹੇ ਦਾ ਫਿਕਰ ਹੋ ਜਾਂਦਾ ਤੇ ਜਾਂ ਕਹਿੰਦੇ ਵੀ ਫਿਣਸੀ ਨਹੀਂ ਹਟਾਈ ਭਾਈ, ਥੋੜਾ ਬਣ ਜੂ, ਫਿਣਸੀ ਕਿਉਂ ਨਾ ਹਟਾਈ। ਇੱਕ ਤਾਂ ਇਹ ਸਵਾਲ ਹੈ ਜੀ। ਦੂਜੀ ਗੱਲ ਹੈ ਜੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਜੀ। ਇਹ ਵੋਟਾਂ ਕੀ ਇਹਨਾਂ ਕੋਲੇ ਕਿਹੜੀ ਸੂਚੀ ਹੈ, ਜਾਂ ਸਾਰੇ ਪਿੰਡਾਂ ਦੇ ਵਿੱਚ ਵੋਟਾਂ ਪੈਂਦੀਆਂ, ਜਾਂ ਕਈ ਪਿੰਡ ਐਸੇ ਵੀ ਹੈਗੇ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹੀ ਹੈ ਨਹੀਂ ਜੀ। ਜੀ ਇਹ ਕਿਹੜੀ ਸੂਚੀ ਨਾਲ ਵੋਟਾਂ ਪਾਉਂਦੇ ਆ ਜੀ? ਕੀ ਉਹਨਾਂ ਸੋਧ ਕੀਤੀ ਸਹਿਜਧਾਰੀ ਦੀਆਂ ਬਣਨਗੀਆਂ ਜਾਂ ਕੀ ਦੀਆਂ ਬਣਨਗੀਆਂ? ਪਹਿਲੇ ਫਾਰਮਾਂ 'ਚ ਇਹ ਵੀ ਹੁੰਦਾ ਸੀ ਕਿ ਮੈਂ ਤੰਬਾਕੂ ਦਾ ਸੇਵਨ ਨਹੀਂ ਕਰਦਾ। ਅੱਛਾ ਜੀ। ਮੈਂ ਕਿਸੇ ਜਾਤ ਪਾਤ ਨਾਲ ਸੰਬੰਧਿਤ ਨਹੀਂ ਹੈਗਾ, ਛੋਟੀਆਂ ਜਾਤਾਂ ਨਾਲ। ਇਹ ਜਿਹੇ ਵੀ ਉਹਦੇ ਵਿੱਚ ਪੁਆਇੰਟ ਮੈਂ ਆਪ ਵੇਖਿਆ ਫਾਰਮਾਂ ਦੇ ਵਿੱਚ। ਠੀਕ ਹੈ। ਕੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਜਿਹੜੀਆਂ ਇਲੈਕਸ਼ਨ ਕਰਾਉਣੇ ਆ, ਕੀ ਉਹ ਵੋਟਰ ਸੂਚੀ ਸੋਧ ਲਈ ਕਿਹੜੀ ਬਣੀ ਹੈ, ਕਿਹਦਾ ਧਿਆਨ ਆ ਉਹਦੇ 'ਚ? ਇਲੈਕਸ਼ਨ ਕਮਿਸ਼ਨ ਹੀ ਜਿਹੜਾ ਇੰਡੀਆ ਵਾਲਾ ਉਹ ਬਣਵਾਉਂਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਂਦੀ ਆ? ਕੌਣ ਬਣਾਉਂਦਾ ਜੀ? ਪਤਾ ਕਰਦੇ ਆ ਜੀ। ਬਿਲਕੁਲ ਠੀਕ ਹੈ, ਧੰਨਵਾਦ ਬਰਾੜ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ। ਦੇਖੋ, ਜਿਹੜੇ ਧਰਮ ਦੀਆਂ ਵੋਟਾਂ ਬਣਾਉਣੀਆਂ ਉਹਨਾਂ ਨੂੰ ਧਰਮ 'ਚ ਆਸਥਾ ਤਾਂ ਕਹਿਣੀ ਪੈਣੀ ਹੈ। ਜਿਵੇਂ ਬਹੁਤ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੋਟਾਂ ਪੈਂਦੀਆਂ ਤੇ ਥੱਲੇ ਤੇ ਉੱਪਰ ਬਹਿਣ ਦੀਆਂ ਹਿੰਦੂ ਭਾਈਚਾਰੇ ਨੇ ਬਹੁਤ ਵੋਟਾਂ ਬਣਾਈਆਂ ਸੀ, ਉਸ ਤਰ੍ਹਾਂ ਹੀ ਹੁਣ ਸਿੱਖਾਂ ਨੇ ਹੁਣ ਮੰਦਿਰ ਦੀਆਂ ਵੋਟਾਂ ਦੇ ਵਿੱਚ ਬਹੁਤ ਸਿੱਖਾਂ ਨੇ 500 ਦੇ ਕਰੀਬ, ਖਾਨੀ 400 ਦੇ ਕਰੀਬ ਵੋਟਾਂ ਸੀ ਸ਼ਾਇਦ, ਉਹ 'ਚ ਸਹੁੰ ਚੱਕੀ ਹੋਈ ਸੀ। ਮਤਲਬ ਜਦ ਤੁਸੀਂ ਕਿਸੇ ਧਰਮ ਦੇ ਕਿਸੇ ਇੰਸਟੀਟਿਊਸ਼ਨ ਲਈ ਵੋਟਾਂ ਬਣਾਉਂਦੇ ਹੋ ਤਾਂ ਤੁਸੀਂ ਕਹਿੰਦੇ ਹੋ ਵੀ ਮੇਰੇ ਧਰਮ ਨੂੰ ਮੈਂ ਮੰਨਦਾ। ਸੋ ਇਹਦੇ ਬਾਰੇ ਜਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਮੈਂ ਪਤਾ ਕਰਾਂਗਾ ਜੀ, ਬਈ ਕਿਹੜੀਆਂ ਸ਼ਰਤਾਂ। ਸਰ ਗੁਰਮੁਖ ਸਿੰਘ ਜੀ, ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਸਾਹਿਬ, ਮੈਂ ਉਹ ਜਿਹੜਾ ਤੁਸੀਂ ਸ਼੍ਰੀਲੰਕਾ ਦੀ ਗੱਲ ਕੀਤੀ ਸੀ, ਮੈਂ ਉਹ ਵਿਸ਼ੇ ਦੀ ਗੱਲ ਕਰਨੀ ਹੈ ਜੀ। ਗਿਲ ਸਾਹਿਬ, ਉਹ ਤੁਸੀਂ ਜੇ ਇਤਿਹਾਸਕ ਪੱਖ ਤੋਂ ਥੋੜ੍ਹਾ ਜਿਹਾ ਦੇਖੋ ਨਾ, ਅਸਲ 'ਚ ਸ਼੍ਰੀਲੰਕਾ ਦੀ ਵੀ ਸਮੱਸਿਆ ਜਿਹੜੀ ਉਹ ਸਾਰੇ ਸਬ ਕੌਂਟੀਨੈਂਟ ਦੀ ਹੈ। ਮੰਨ ਲਓ ਇੰਡੀਆ ਪਾਕਿਸਤਾਨ ਜਿਹੜਾ ਉੱਥੇ ਕੌਂਸਟੀਟਿਊਸ਼ਨ ਸਟਰਕਚਰ ਮੰਨ ਲਓ ਕਲੋਨੀਅਲ ਕੌਂਸਟੀਟਿਊਸ਼ਨ ਹੀ ਆ ਸਾਰੇ ਖਿੱਤਿਆਂ ਦੇ ਵਿੱਚ। ਉਹ ਜਿੱਦਾਂ ਮਰਜ਼ੀ ਕਹੀ ਜਾਂਦੇ ਇਹੀ ਸੰਵਿਧਾਨ ਬਹੁਤ ਵਧੀਆ ਫਲਾਣੇ ਧਮਕਾਉਂਦੇ ਆ, ਕਿਉਂਕਿ ਜਦੋਂ ਤੁਸੀਂ ਸੰਵਿਧਾਨ ਦੀ ਘੋਖ ਕਰਦੇ ਆ ਤੇ ਉਹ ਬੜੇ ਵਧੀਆ ਸਪਸ਼ਟ ਹੋ ਜਾਂਦੇ ਆ। ਉਹਦੇ ਵਿੱਚ ਤੁਸੀਂ ਸ਼੍ਰੀਲੰਕਾ 'ਚ ਦੇਖਿਆ ਹੋਊਗਾ ਅੱਗੇ ਪਿੱਛੇ ਜਿਹੜੀ ਤਾਮਲਾਂ ਦੀ ਫਾਈਟ ਹੋਈ ਸੀਗੀ, ਉਹ ਵੀ ਇੱਦਾਂ ਹੀ ਸੋਵਰੈਂਟੀ ਮੰਗਦੇ ਹੈਗੇ, ਆਪਣੀ ਖੁਦਮੁਖਤਿਆਰੀ ਮੰਗਦੇ ਹੈਗੇ। ਉਹਨੂੰ ਮੰਨ ਲਓ ਜਿਹੜੀ ਇੱਥੇ ਦੀ ਮੈਜੋਰਟੇਰੀਅਨ ਹੈਗੀ ਸਨਹਾਲੀ ਕੌਮ, ਜਿਹਨਾਂ ਨੂੰ ਸਨਹਾਲੀ ਲੋਕ ਕਿਹਾ ਜਾਂਦਾ, ਉਹਨਾਂ ਨੇ ਇਹਨਾਂ ਦਾ ਪੂਰਾ ਰੱਜ ਕੇ ਘਾਣ ਕੀਤਾ ਸੀਗਾ ਤਾਮਲਾਂ ਦਾ। ਸਾਰਿਆਂ ਨੂੰ ਪਤਾ, ਆਪਾਂ ਨੂੰ ਇੰਡੀਅਨ ਸਟੇਟ ਦੀ ਕਿੱਦਾਂ ਰਲ ਕੇ ਇਹਨਾਂ ਨੇ ਵਿੱਚ ਕੀਤੀ ਲਿੱਟੇ ਨੇ ਜਦੋਂ ਰਾਜੀਵ ਗਾਂਧੀ ਹੱਤਿਆ ਉਹ ਸਾਰੀ। ਮੇਰਾ ਕਹਿਣ ਨੂੰ ਭਾਵ ਹੈ ਵੀ ਇਹ ਹੁਣ ਜੋ ਚੀਜ਼ ਦੀਦੀ ਆ ਨਾ, ਇਹ ਇੰਨੀ ਜਲਦੀ ਨਹੀਂ। ਇਹਦੇ ਵਿੱਚ ਹੁਣ ਇਹ ਸੰਭਾਵਨਾਵਾਂ ਕਾਫੀ ਆ ਵੀ ਉੱਥੇ ਤਾਮਲ ਆਪਣਾ ਅਲੱਗ ਦੇਸ਼ ਹੁਣ ਬਣਾ ਸਕਦੇ ਆ, ਜਾਂ ਉਹ ਅਲੱਗ ਬਣਾਉਗੇ, ਜਾਂ ਫਿਰ ਉੱਥੇ ਜਦੋਂ ਨਵਾਂ ਕੌਂਸਟੀਟਿਊਸ਼ਨ ਬਣਾਉਣ ਨੂੰ ਕਹਿੰਦੇ, ਜਾਂ ਫਿਰ ਉਹਦੇ ਵਿੱਚ ਇੱਕ ਜੇ ਉਹਨਾਂ ਦੇ ਲੋਕ ਸਿਆਣੇ ਹੋਊਗੇ ਉਹ ਇੱਕ ਤਕੜਾ ਇੱਦਾਂ ਦਾ ਕਨਫੈਡਰੇਸ਼ਨ ਫੈਡਰਲ ਸਟਰਕਚਰ ਬਣਾਉਗੇ, ਜਿਹਦੇ ਵਿੱਚ ਤੇ ਮੰਨ ਲਓ ਹਰ ਛੋਟੀ, ਕਿਉਂਕਿ ਦੇਖਣ ਨੂੰ ਸ਼੍ਰੀਲੰਕਾ ਛੋਟਾ ਜਿਹਾ ਲੱਗਦਾ ਪਰ ਉਹਦੇ ਵਿੱਚ ਵੀ ਬਹੁਤ ਇੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ। ਹਰ ਛੋਟੇ ਕਿਤੇ ਵੀ ਲੋਕਾਂ ਨੂੰ ਬਹੁਤ ਗਿਣਤੀ ਵੱਲੋਂ ਘੱਟ ਗਿਣਤੀ ਨੂੰ ਦਬਾਇਆ ਜਾਂਦਾ ਆ। ਹੁਣ ਜੇ ਉੱਥੇ ਤਾਮਿਲ ਬਣਦੇ ਆ ਤਾਂ ਉਹਨਾਂ ਦਾ ਅਲੱਗ ਬਣਦਾ, ਜਾਂ ਉਹਨਾਂ ਨੂੰ ਸੋਵਰੈਂਟੀ। ਇਹਦੇ ਨਾਲ ਫਿਰ ਜਿਹੜਾ ਸਾਊਥ ਦਾ ਖਿੱਤਾ ਆ ਜਾਂ ਤਾਮਿਲ ਆਪਣੇ ਇੱਧਰ ਇੰਡੀਅਨ ਸਟੇਟ ਜਿਹੜੀ ਤਾਮਿਲਾਂ ਦੀ ਤਾਮਿਲਨਾਡੂ ਆ, ਉਹਨਾਂ ਦੇ ਵਿੱਚ ਵੀ ਉਹ ਕਾਫੀ ਉਹ ਲੋਕ ਆਪਣੇ ਆਪ ਨੂੰ, ਉਹਨਾਂ ਦੇ ਵੀ ਜਿਹੜੇ ਇਸ਼ੂ ਉਹਨਾਂ ਨੂੰ ਵੀ ਇਹ ਸਮਝ ਆਊਗੀ ਵੀ ਅੱਗੇ ਵੀ ਉਹਦਾ ਕਿਤੇ ਉਹ ਆਪਣੇ ਪਿੱਛੇ ਜਿਹਾ ਵੀ ਬਿਆਨ ਆਇਆ ਹੈਗਾ ਵੀ ਅਸੀਂ ਖੁਦ ਮੁਖਤਿਆਰੀ ਚਾਹੁੰਦੇ, ਜਦੋਂ ਕਿਉਂਕਿ ਉਹ ਇਸੇ ਤਰ੍ਹਾਂ ਹੁੰਦੀ, ਕਿਉਂਕਿ ਜਦੋਂ ਐਡੇ ਇਸ਼ੂ ਹੁੰਦੇ ਆ ਨਾ, ਅਸੀਂ ਇਸ਼ੂਆਂ ਨੂੰ ਸਿਰਫ ਸਿੰਪਥਾਈਜ਼ ਹੋ ਕੇ ਜਾਂ ਉੱਥੇ ਮਨੁੱਖੀ ਜਾਨਾਂ ਦਾ ਜਾਂ ਆਰਥਿਕ ਪੱਖ ਤੋਂ ਦੇਖਦੇ ਹਾਂ, ਅਸੀਂ ਉਹਦੀ ਜਿਹੜੀ ਜੜ ਹੁੰਦੀ ਆ ਉਹਨੂੰ ਨਹੀਂ ਸੰਬੋਧਨ ਬਹੁਤੇ ਹੁੰਦੇ ਆ। ਜਾਂ ਕਿਉਂਕਿ ਅੱਜ ਜਦੋਂ ਹੁਣ ਕਿਸਾਨ ਸੰਘਰਸ਼ ਦੀ ਵੀ ਗੱਲ ਕੀਤੀ, ਐਡਾ ਵੱਡਾ ਸੰਘਰਸ਼ ਇਤਿਹਾਸ ਦੇ ਵਿੱਚ, ਇਸ ਗੱਲੋਂ ਵੀ ਇਹ ਨਲਾਇਕੀ ਲੀਡਰਾਂ ਦੀ ਗਿਣੀ ਜਾਣੀ ਵੀ ਇਹ ਕੌਨਸਟੀਟਿਊਸ਼ਨ ਨੂੰ ਬਿਲਕੁਲ ਨਹੀਂ, ਇੰਡੀਅਨ ਸਟੇਟ ਨੂੰ ਜਾਂ ਉਸ ਪਿੱਛੇ ਜਿਹੜੀਆਂ ਤਾਕਤਾਂ ਖੜੀਆਂ ਉਹਨੂੰ ਬਿਲਕੁਲ ਨਹੀਂ ਸੰਬੋਧਨ ਹੋਏ। ਸਿਰਫ ਤੇ ਸਿਰਫ ਉਹ 3 ਬਿੱਲਾਂ ਤੇ ਲਿਆ ਕੇ ਲੋਕਾਂ ਨੂੰ ਮੰਨ ਲਓ ਸੀਮਿਤ ਕਰ ਦਿੱਤਾ, ਜਦ ਕਿ ਸਮੱਸਿਆ ਦੀ ਜੜ
ਉਹ ਤੋਂ ਬਹੁਤ ਪਿੱਛੇ ਸੀਗੀ ਵੀ ਇਹ ਸਮੱਸਿਆ ਪੈਦਾ ਕਿੱਥੋਂ ਹੋਈ, ਸੰਵਿਧਾਨ ਦੇ ਵਿੱਚੋਂ ਕਿੱਦਾਂ ਪੈਦਾ ਹੋ ਗਈ, ਇਹਦੇ ਮਗਰ ਕਿੱਦਾਂ ਤਾਕਤਾਂ ਇਹਨੂੰ ਹਾਲੇ ਤੱਕ ਯੂਜ਼ ਕਰਦੀਆਂ, ਜਾਂ ਹੁਣ ਤੱਕ ਵੀ ਉਹ ਜਦੇ ਕਦੇ ਮੱਤੇਵਾੜ ਜੰਗਲ ਜਾਂ ਆਪਣੇ ਪੰਜਾਬ ਦੇ ਇਸ਼ੂ ਜਦੋਂ ਰਿਲੇਟਡ ਜਾਂ ਪਾਣੀਆਂ ਦੇ ਉੱਤੇ ਉਹ ਧਿਰਾਂ ਕਿਉਂ ਇੰਟਰਫੇਅਰ ਕਰਦੀਆਂ ਜਿਹੜੀਆਂ ਉਸ ਕਾਨੂੰਨਾਂ ਰਿਪੇਰੀਅਨ ਕਾਨੂੰਨ ਵਗੈਰਾ ਦੇ ਉੱਤੇ ਮੰਨ ਲਓ ਗੱਲ ਕਰਨ ਨੂੰ ਤਿਆਰ ਨਹੀਂ, ਕਿਤੇ ਉਹਨਾਂ ਦੇ ਅਧਿਕਾਰ ਖੇਤਰ 'ਚ ਕਿੱਦਾਂ ਚੱਲ ਜਾਂਦੀਆਂ। ਦਿਓਲ ਸਾਹਿਬ, ਤੁਸੀਂ ਕੀ ਸੋਚਦੇ ਹੋ ਜਿਵੇਂ ਇਸ ਰੈਵੋਲੂਸ਼ਨ ਜਿਹੜਾ ਚੱਲ ਰਿਹਾ, ਲੋਕ ਤੰਗ ਹੋ ਗਏ, ਰਾਜਾ ਪਾਕਸਾ ਉਹਨਾਂ ਨੂੰ ਲਾ ਕੇ ਜਿਹੜਾ ਕੰਸਟੀਟਿਊਸ਼ਨ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਕਿ ਸੋਵਰਨਿਟੀ ਦੀ, ਸੋ ਇਸ ਸੋਵਰਨਿਟੀ ਦੇ ਥੱਲੇ ਤਾਂ ਮੈਂ ਲੋਕਾਂ ਦੇ ਸਤਿਕਾਰ ਦੀ ਗੱਲ ਆ, ਸੇਮ ਟੋਕਨ ਤੁਹਾਡਾ ਇਹ ਮਨ ਹੈ ਵੀ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਿਨਾਂ ਹੋਰ ਵੀ ਵੱਡੇ ਜਿਹੜੇ ਨੇ ਦਿਸ ਹੱਦੇ ਤੈਅ ਹੋ ਸਕਦੇ ਦੀ ਉਸ ਸਮੇਂ? ਬਿਲਕੁਲ ਗਿੱਲ ਸਾਹਿਬ, ਜਦੋਂ ਤੁਸੀਂ ਵੱਡੇ ਹਰੇਕ ਜਿਹੜਾ ਇਸ਼ੂ ਹੁੰਦਾ ਨਾ ਜੀ, ਉਹ ਤੇ ਤੁਸੀਂ ਇਕੱਲੇ ਇਸ਼ੂ ਨਹੀਂ ਸੰਬੋਧਨ ਹੋਣਾ ਹੁੰਦਾ, ਉਹਦੇ ਉੱਤੇ ਉਹਦੇ ਮਗਰ ਇਤਿਹਾਸ ਵੀ ਖੜਾ ਹੁੰਦਾ, ਜਿਹੜੇ ਦੂਜੇ ਮਸਲੇ ਵੀ ਹੁੰਦੇ ਉਹਦੇ ਨਾਲ ਹੀ ਸਾਰੇ ਰਲ ਕੇ ਹੀ ਮੰਨ ਲਓ ਉਹਦੀ ਜੜ ਜਿੱਥੋਂ ਪੈਦਾ ਹੁੰਦੇ ਉਹ ਸਾਰੀਆਂ ਚੀਜ਼ਾਂ ਨੂੰ ਸੰਬੋਧਨ ਹੋਣਾ ਹੁੰਦਾ। ਕਹਿਣ ਤੋਂ ਭਾਵ ਆ ਵੀ ਉਹ ਇਸ਼ੂ ਜਿੱਦਾਂ ਹੋਣਾ ਵੀ ਆਪਾਂ ਉਹ, ਕਿਉਂਕਿ ਸਾਡੀ ਸਮੱਸਿਆ ਇਹ ਆ ਵੀ ਅਸੀਂ ਰਾਜਨੀਤਿਕ ਧਿਰ ਨੂੰ ਇੱਕ ਨੂੰ ਜਾਂ ਕਿਸੇ ਵਿਅਕਤੀ ਨੂੰ ਫੜ ਲੈਂਦੇ ਵੀ ਆਹ ਕਾਂਗਰਸ ਨੇ ਕੀਤਾ, ਬੀਜੇਪੀ ਨੇ ਕੀਤਾ, ਆਹ ਬਾਦਲਾਂ ਨੇ ਜਾਂ ਕੈਪਟਨ ਨੇ, ਅੱਜ ਭਗਵੰਤ ਮਾਨ ਕਰ ਰਿਹਾ, ਜਦੋਂ ਕਿ ਇਹ ਕਿਹੜੇ ਮੰਨ ਲਓ ਪਾਵਰ ਕਿੱਥੋਂ ਲੈਂਦੇ ਆ ਕਰਨ ਦੀ। ਉਹ ਜਿਹੜਾ ਕਨਸਟੀਟਿਊਸ਼ਨ ਆ ਉਹਨੂੰ ਉਹਦੇ ਵਿੱਚ ਇੱਕ ਲਗਾਤਾਰਤਾ ਦੇ ਵਿੱਚੋਂ ਇਹ ਚੀਜ਼ਾਂ ਲਗਾਤਾਰ ਹੋ ਰਹੀਆਂ ਵੀ ਉਸ ਤੋਂ ਬਾਅਦ ਤਾਂ ਜੇ ਮੰਨ ਲਓ ਉਹ ਸਮੱਸਿਆ ਮੰਨ ਲਓ ਕੱਲੀ ਬਿੱਲ ਸੀਗੇ ਫੇਰ ਤਾਂ ਗਾਂਹ ਸਮੱਸਿਆਵਾਂ ਆਉਣੀਆਂ ਨਹੀਂ ਚਾਹੀਦੀਆਂ ਸੀਗੀਆਂ, ਪਰ ਉਹ ਲਗਾਤਾਰ ਆਈਆਂ। ਉਹ ਬਿੱਲ ਹੁਣ ਵੀ ਲਾਗੂ ਹੋ ਰਿਹਾ ਜਾਂ ਇਹ ਇੰਡਸਟਰੀ ਜਿਹੜੀ ਕਿਹੜੀ ਕਿੱਥੇ ਲੱਗਣੀ ਜਾਂ ਕਿੱਦਾਂ, ਇਹ ਉਹਨਾਂ ਲੋਕਾਂ ਦਾ ਇੱਕ ਅਧਿਕਾਰ ਖੇਤਰ ਹੁੰਦਾ। ਮੇਰਾ ਕਹਿਣ ਤੋਂ ਭਾਵ ਹੈ ਵੀ ਜੇ ਸਮੱਸਿਆ ਸੀਗੀ ਉਹ ਇਤਿਹਾਸਕ ਗਲਤੀ, ਜਿੱਦਾਂ ਅਸੀਂ ਰਾਜੀਵ ਲੋਂਗੋਵਾਲ ਸਮਝੌਤੇ ਦੀ ਅੱਜ ਤੱਕ ਇਤਿਹਾਸਕ ਗਲਤੀ, ਉਸ ਤੋਂ ਵੱਡੀ ਗਲਤੀ ਕੀਤੀ ਆ ਵੀ ਉਹ ਸਾਰੇ ਇੰਡੀਆ ਨੂੰ ਸੰਬੋਧਨ ਜਾਂ ਦੁਨੀਆ ਨੂੰ ਸੰਬੋਧਨ ਹੋਇਆ ਜਾ ਸਕਦਾ ਵੀ ਜਿਹੜਾ ਇੰਡੀਆ ਦਾ ਸੰਵਿਧਾਨ ਹੈ ਕਲੋਨੀਅਲ ਸਟਰਕਚਰ ਦਾ ਆ, ਵੈਸਟ ਦੀ ਉਹਦੇ ਵਿੱਚ ਪੂਰੀ ਦਿਲਚਸਪੀ ਆ ਵੀ ਉਹ ਸੰਵਿਧਾਨ ਰਵੇ, ਪਰ ਇੰਡੀਆ ਦੇ ਜਿਹੜੇ ਵਿਦਨ ਇੰਡੀਆ ਦੇ ਜਿਹੜੇ ਖੇਤਰੀ ਮੰਨ ਲਓ ਕੁਦਰਤੀ ਜਾਂ ਜਿਹੜੇ ਉਹਨਾਂ ਲੋਕਾਂ ਦੀ ਵੰਸਵੰਤਾ ਆ, ਉਹਨਾਂ ਦੀ ਸੋਵਰੇਨਟੀ ਉਹਦੇ ਵਿੱਚ ਪੂਰੀ ਤਰ੍ਹਾਂ ਖਤਮ ਆ। ਇਸੇ ਕਰਕੇ ਬਹੁਤ ਲੋਕ ਆਉਂਦੇ ਹੁੰਦੇ ਆ ਜੀ ਸੰਵਿਧਾਨ ਨੂੰ, ਕਾਨੂੰਨਾਂ ਨੂੰ ਮੰਨੋ, ਜਦੋਂ ਕਿ ਕਾਨੂੰਨ ਕਿਸੇ ਮੰਨ ਲਓ ਦੇਸ਼ ਕੋਈ ਇਹ ਨਹੀਂ ਹੁੰਦਾ ਵੀ ਆ ਬਾਉਂਡਰੀ ਵਾਧਤੀ ਆ, ਵੀ ਆ ਲੀਕਾਂ ਵਾਧਤੀਆਂ, ਦੇਸ਼ ਦੇ ਅੰਦਰ ਉਹਦੀ ਵੰਸਵੰਤਾ ਕੁਦਰਤੀ ਤੇ ਮਨੁੱਖੀ ਜਿਹੜੀ ਸੱਭਿਆਚਾਰ ਦੀ ਉਹਨੂੰ ਪ੍ਰੋਟੈਕਟ ਕਰਨਾ ਵੀ ਉਸ ਦੇਸ਼ ਦਾ ਫਰਜ਼ ਹੁੰਦਾ, ਉਸ ਸੰਵਿਧਾਨ ਦਾ। ਪਰ ਇੰਡੀਆ ਦਾ ਸੰਵਿਧਾਨ ਉਹ ਅੱਗੇ ਸ਼ਾਇਦ ਤੁਹਾਨੂੰ ਪਤਾ, ਮੁੰਡਾ ਅਨਮੋਲ ਸਿੰਘ ਨੇ ਇਹਦਾ ਸਿੰਪਲੀਫਾਈ ਬੁੱਕ ਵੀ ਲਿਖੀ ਆ, ਕਨਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈ, ਤੁਸੀਂ ਇੱਕ ਦੋ ਵਾਰੀ ਉਹਨਾਂ ਗੱਲ ਵੀ ਕੀਤੀ ਸੀਗੀ। ਉਹ ਚੀਜ਼ਾਂ ਇਹੀ ਆ ਵੀ ਉਹ ਸੰਵਿਧਾਨ ਤੁਹਾਨੂੰ ਸੰਵਿਧਾਨ ਰਾਹੀਂ ਕਿੱਦਾਂ ਗੁਲਾਮ ਬਣਾਏ। ਹੁਣ ਇਹ ਸਾਰਾ ਸ਼੍ਰੀਲੰਕਾ ਦੀ ਪ੍ਰੋਬਲਮ ਸੰਵਿਧਾਨ ਰਾਹੀਂ ਹੀ ਉਹਨਾਂ ਨੂੰ ਸਲੇਵ ਬਣਾਇਆ, ਉਹਨਾਂ ਦੀ ਗੁਲਾਮੀ ਲਿਆਂਦੀ ਹੋ ਸੀਗੀ। ਕਿਉਂਕਿ ਤੁਸੀਂ ਇੱਥੇ ਆਪਾਂ ਰਹਿ ਕੇ ਦੇਖਦੇ ਆ ਵੀ ਕਿੱਦਾਂ ਰਿਪੇਰੀਅਨ ਕਾਨੂੰਨ ਜਿਹੜਾ ਅੰਤਰਰਾਸ਼ਟਰੀ ਕੁਦਰਤੀ ਕਾਨੂੰਨ ਆ, ਉਹਨਾਂ ਕਾਨੂੰਨਾਂ ਦੀ ਵੀ ਕਿੱਦਾਂ ਸੰਵਿਧਾਨ ਵਰਤੋਂ ਕਰਦੇ ਆ, ਜਦ ਕਿ ਉਹਨਾਂ ਦੇ ਉੱਤੇ ਇੱਕ ਸਟੇਟ ਦਾ ਸੰਵਿਧਾਨ ਦੀ ਲਾਗੂ ਨਹੀਂ ਹੁੰਦਾ ਵੀ ਸਟੇਟ ਆਪਣੀ ਮਰਜ਼ੀ ਨਾਲ, ਕਿਉਂਕਿ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਹੁੰਦੇ ਉਹਨਾਂ ਤੇ ਤੁਸੀਂ ਆਪਣੀ ਮਰਜ਼ੀ ਸੰਵਿਧਾਨਕ ਤੌਰ ਤੇ ਵੀ ਨਹੀਂ ਖੜੀ ਬਣਾ ਸਕਦੇ। ਉਹਦੇ ਲਈ ਤੁਹਾਨੂੰ ਇਹ ਅੰਤਰਰਾਸ਼ਟਰੀ ਜਿਹੜੇ ਕੁਦਰਤੀ ਚੀਜ਼ਾਂ ਉਹਦੇ ਅਕੋਰਡਿੰਗ ਹੀ ਚੱਲਣਾ ਪੈਣਾ। ਮੇਰੇ ਖਿਆਲ ਨਾਲ ਇਹ ਕਾਫੀ ਖਿੱਤੇ ਦੇ ਵਿੱਚ ਜਿਹੜੀ ਸਮੁੱਚੇ ਜੀ ਕਾਫੀ ਚੇਂਜਿੰਗ ਹੋਣੀ ਹੈ। ਸ਼੍ਰੀਲੰਕਾ ਦਾ ਇਕੱਲਾ ਨਹੀਂ, ਇਹਦੇ ਨਾਲ ਆਪਾਂ ਨੂੰ ਉਸੇ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਇਹਨਾਂ ਘਟਨਾਵਾਂ ਨੂੰ ਸਮਝਣਾ ਚਾਹੀਦਾ। ਜਦੋਂ ਕੋਈ ਵੀ ਆਪਾਂ ਗੱਲ ਕਰਦੇ ਭਾਵੇਂ ਅੱਜ ਤੁਸੀਂ ਮੱਤੇਵਾੜ ਜੰਗਲ ਦੀ ਇਕੱਲੀ ਕਰੋ ਜਾਂ ਕਿਤੇ, ਉਹ ਸਾਰੀਆਂ ਚੀਜ਼ਾਂ ਨੂੰ ਸੰਬੋਧਨ ਹੋਣਾ ਹੀ ਪੈਣਾ ਵੀ ਜਿੱਥੋਂ ਪੈਦਾ ਹੁੰਦੀਆਂ। ਮੇਰਾ ਕਹਿਣ ਤੋਂ ਭਾਵ ਇਹ ਆ, ਉਹ ਇੱਕ ਇਸ਼ੂ ਤੇ ਨਹੀਂ ਫੋਕਸ ਰਹਿ ਗਏ ਵੀ ਇਕੱਲੀ ਇੱਥੇ ਆਹੀ ਗੱਲ ਕਰਨੀ ਕਾਨੂੰਨਾਂ ਦੀ ਖੇਤੀ ਦੀ, ਪਰ ਉਹ ਪੈਦਾ ਕਿਉਂ ਹੋਏ ਉਹ ਚੀਜ਼ਾਂ ਜਤਨ ਨਹੀਂ ਆਪਾਂ ਕਰਦੇ। ਮੇਰੇ ਖਿਆਲ ਨਾਲ ਉਹਨਾਂ ਚਿਰ ਉਹ ਕਾਫੀ ਵੱਡੀ ਇਤਿਹਾਸਕ ਗਲਤੀ ਸੀਗੀ। ਉਹ ਕਾਨੂੰਨ ਮਾਫ ਹੋ ਜਾਣੇ ਲੱਗ ਲਿਆ, ਪਰ ਉਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਗਿਆ, ਪੇਸ਼ ਨਹੀਂ ਕੀਤਾ ਗਿਆ। ਇਹਦੇ ਲਈ ਉਹ ਧਿਰਾਂ ਸਾਰੀਆਂ ਜ਼ਿੰਮੇਵਾਰ ਰਹਿਣੀਆਂ। ਧੰਨਵਾਦ ਜੀ। ਲਓ ਜੀ, ਵਪਾਰਕ ਸੰਦੇਸ਼ਾਂ ਤੋਂ ਬਾਅਦ ਰਾਹੋਂ ਤੋਂ ਗੰਗਵੀਰ ਰਠੌਰ ਜੀ ਮੇਰੇ ਨਾਲ ਨੇ। ਮੱਤੇਵਾੜੇ ਜੰਗਲ ਦੇ ਲਈ ਉਹਨਾਂ ਨੇ ਕੰਮ ਕੀਤਾ ਹੈ ਅਤੇ ਉਸ ਨੂੰ ਬਚਾਉਣ ਦੇ ਲਈ ਉਹਨਾਂ ਦੇ ਨਾਲ ਮੈਂ ਗੱਲਬਾਤ ਇਹ ਕਰਨੀ ਚਾਹੁੰਦਾ ਵੀ ਇਹਦੇ ਪਿੱਛੇ ਇਸ਼ੂ ਕੀ ਹੈ। ਕੀ ਇਕੱਲਾ ਮੱਤੇਵਾੜੇ ਦਾ ਇਹ ਜੰਗਲ ਉਸ ਨੂੰ ਬਚਾਉਣ ਦੀ ਗੱਲ ਹੈ, ਜਾਂ ਇਹਨੂੰ ਇੰਡਸਟਰੀਅਲ ਪਾਰਕ 'ਚ ਬਦਲ ਕੇ ਇੱਦੋਂ ਅੱਗੇ ਕੀ ਸਰਕਾਰ ਕਰਨੀ ਚਾਹੁੰਦੀ ਹੈ? ਪੰਜਾਬ ਦੇ ਵਿੱਚੋਂ ਨਾ ਜੁਰ ਕੇ ਮੁੱਕਣੇ ਨੇ, ਨਾ ਕਦੇ ਪੈਂਤੜੇ ਕੱਢਣੋਂ ਹਟਣਾ ਪੰਜਾਬ ਨੇ। ਉਹਦਾ ਰੂਪ ਅਲੱਗ-ਅਲੱਗ ਹੋ ਸਕਦਾ ਹੈ। ਕਦੇ ਹੱਥਾਂ 'ਚ ਛਵੀਆਂ ਬਰਸ਼ੇ ਅਤੇ ਭਾਲੇ ਹੁੰਦੇ ਨੇ ਅਤੇ ਮੋਢਿਆਂ ਦੇ ਵਿੱਚ ਜਿਹੜੇ ਅੱਗ ਉਗਲਦੀਆਂ ਨਾਲੀਆਂ ਪੈਂਦੀਆਂ, ਅਤੇ ਕਦੇ ਉਹ ਮੇਜ਼ਾਂ 'ਤੇ ਬੈਠ ਕੇ ਲਿਖਤ ਪੜ੍ਹਤ ਕਰਦਾ। ਪਰ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਹੈ। ਪੰਜਾਬ ਇਸ ਚੀਜ਼ ਤੋਂ ਪਰਾਂ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚੋਂ ਧਾਰਮਿਕ ਰੰਗ ਅਤੇ ਪੰਜਾਬ ਦੇ ਇਹਨਾਂ ਪਾਣੀਆਂ 'ਚੋਂ ਰੂਹਾਨੀਅਤ ਤੁਸੀਂ ਖਤਮ ਨਹੀਂ ਕਰ ਸਕਦੇ। ਗੰਗਵੀਰ ਰਠੌਰ ਉਹਨਾਂ ਨਾਲ ਬਹੁਤ ਵਾਰ ਆਪਣੀ ਗੱਲਬਾਤ ਹੋਈ ਹੈ।
ਰਾਹੋਂ ਦੇ ਉਹ ਰਹਿਣ ਵਾਲੇ ਨੇ, ਮੱਤੇਵਾੜੇ ਦੇ ਜੰਗਲ ਦੇ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਕਿ ਇੱਥੇ ਇੰਡਸਟਰੀਅਲ ਪਾਰਕ ਅਸੀਂ ਨਹੀਂ ਬਣਾਉਣ ਦੇਣਾ। ਗੰਗਵੀਰ ਰਠੌਰ ਹੋਣੀ ਮੇਰੇ ਨਾਲ ਨੇ, ਉਹਨਾਂ ਤੋਂ ਅੱਜ ਪੁੱਛਾਂਗੇ ਵੀ ਕੀ ਖਾਸੀਅਤ ਸੀ ਇਸ ਪ੍ਰੋਜੈਕਟ ਦੀ ਤੇ ਇਹਦੀ ਪਿੱਠ ਭੂਮੀ 'ਚ ਕੀ ਸੀ, ਇਹਦੇ ਪਰਦੇ ਦੇ ਪਿੱਛੇ ਕੀ ਲੁਕਿਆ ਹੋਇਆ ਸੀ ਜਿਹੜਾ ਤੁਸੀਂ ਇਸ ਤੇ ਇੰਨੀ ਮਿਹਨਤ ਕੀਤੀ। ਗੰਗਵੀਰ ਰਠੌਰ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ ਗੰਗਵੀਰ ਜੀ, ਇਸ ਮੱਤੇਵਾੜੇ ਦੀਆਂ ਗੱਲਾਂ ਤਾਂ ਚਲਦੀਆਂ, ਲੋਕ ਪੜ੍ਹ ਲੈਂਦੇ ਆ, ਕਿਉਂਕਿ ਜਿਨ੍ਹਾਂ ਨੇ ਨਹੀਂ ਉਸ ਜਗ੍ਹਾ ਨੂੰ ਵੇਖਿਆ, ਮੱਤੇਵਾੜੇ ਦੇ ਇਸ ਜੰਗਲ ਦੇ ਬਾਰੇ, ਸਤਲੁਜ ਦਰਿਆ ਦੇ ਉਰਲੇ ਕੰਢੇ ਤੇ ਇਹ ਮੱਤੇਵਾੜਾ, ਪਰਲੇ ਕੰਢੇ ਤੇ ਤੁਸੀਂ ਰਹਿੰਦੇ ਹੋ ਰਾਹੋਂ ਦੇ ਵਿੱਚ। ਇਸ ਮੱਤੇਵਾੜੇ ਦੇ ਇਸ ਜੰਗਲ ਦੀ ਪਹਿਲਾਂ ਤਾਂ ਸੁਣਨ ਵਾਲਿਆਂ ਨੂੰ ਸਮਝਾਇਓ ਇਹ ਜਗ੍ਹਾ ਕੀ ਹੈ, ਤੇ ਫਿਰ ਇਸ ਨੂੰ ਜਿਹੜਾ ਇੰਡਸਟਰੀਅਲ ਪ੍ਰੋਜੈਕਟ ਦੇ ਵਿੱਚ ਇੱਕ ਕੰਪਲੈਕਸ 'ਚ ਬਦਲਣ ਜਾ ਰਹੇ ਸੀ, ਉਸ ਦਾ ਵਿਰੋਧ ਤੁਸੀਂ ਕਿਉਂ ਇੰਨਾ ਕੀਤਾ? ਦੇਖੋ, ਆਪਣੇ ਸਤਲੁਜ ਦਰਿਆ ਦੇ ਕੰਢੇ ਤੇ ਪਹਿਲਾਂ ਨਾ ਪੁਰਾਤਨ ਸਮੇਂ 'ਚ ਜੀ ਛੰਭਾਂ ਹੁੰਦੀਆਂ ਸੀਗੀਆਂ। ਇੱਕ ਛੰਭ ਸਾਡੇ ਵਾਲੇ ਪਾਸੇ ਸੀਗੀ, ਜਾਂ ਵੈਟਲੈਂਡ ਸੀ, ਉਹ ਖਤਮ ਹੋ ਗਿਆ ਸੀ, ਤੇ ਇਹ ਬਚੇ ਖੁਚੇ ਜੰਗਲ ਸੀਗੇ ਜਿਹੜੇ ਇੱਥੇ ਇਹ ਰੋਪੜ ਤੋਂ ਚੱਲਦੇ ਆਉਂਦੇ ਸੀ। ਜਦੋਂ ਮਹਾਰਾਜ ਨਿਕਲੇ ਵੀ ਆ ਸਰਸਾ ਤੋਂ, ਤਾਂ ਇਹਨਾਂ ਜੰਗਲਾਂ ਚੋਂ ਹੀ ਨਿਕਲੇ ਸੀ। ਨਾਲ ਦਰਿਆ ਚੱਲਦਾ ਤੇ ਨਾਲ ਸਤਲੁਜ ਦਾ ਫਲੱਡ ਜ਼ੋਨ ਹੈ, ਤਾਂ ਇਸ ਕਰਕੇ ਇਹ ਸੀ ਵੀ ਹੁਣ ਉੱਥੇ ਥੋੜਾ ਬਹੁਤਾ ਜੰਗਲ ਜਿਹੜਾ ਬਚ ਗਿਆ ਸੀਗਾ ਉਹ ਮੱਤੇਵਾੜੇ ਦੇ ਵਿੱਚ ਹੀ ਬਚਿਆ, ਬਾਕੀ ਤਾਂ ਜਾਂ ਜ਼ਮੀਨਾਂ ਬਾਹ ਗਈਆਂ ਜਾਂ ਪਿੰਡ ਬਸ ਗਏ। ਸੋ ਹੁਣ ਜਦੋਂ ਦੇਖਿਆ ਵੀ ਜਦੋਂ ਲਾਸਟ ਟਾਈਮ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ, ਤਾਂ ਉਹਨਾਂ ਨੇ ਸੋਚਿਆ ਸੀ ਕਿ ਜਿੰਨੀਆਂ ਕੁ ਵਿਹਲੀਆਂ ਜ਼ਮੀਨਾਂ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਉਹ ਸਨਅਤਕਾਰਾਂ ਨੂੰ ਦੇਣੀਆਂ ਜੀ, ਜਾਂ ਕਹਿ ਲਓ ਕਿ ਇਹ ਇੱਕ ਵੱਡਾ ਸਕੈਮ ਸੀਗਾ ਵੀ ਇੰਡਸਟਰੀ ਨੂੰ ਪਿੰਡਾਂ ਦੀਆਂ ਜ਼ਮੀਨਾਂ ਔਣੇ ਪੌਣੇ ਭਾਅ ਦੇ ਦੇਣਗੇ। ਤਾਂ ਉਹੀ ਸਾਜ਼ਿਸ਼ ਦੇ ਵਿੱਚ ਮੱਤੇਵਾੜਾ ਜੰਗਲ ਨੂੰ ਇਹਨਾਂ ਨੇ ਮਤਲਬ ਹਿੱਸਾ ਬਣਾਉਣਾ ਚਾਹਿਆ। ਉਹਦੇ ਇਹਨਾਂ ਨੇ ਜਿਹੜਾ ਸਾਡੇ ਪੌਣ ਪਾਣੀ ਤੇ ਜਿਹੜੇ ਅਸਰ ਪੈਣੇ ਸੀਗੇ ਉਹਨਾਂ ਨੂੰ ਬੇਧਿਆਨਾ ਕੀਤਾ, ਤੇ ਉਹਦੇ ਨਾਲ ਹੋਰ ਪੰਜਾਬ ਦੇ ਵੱਡੇ ਵੱਡੇ ਜਿਹੜੇ ਹਿੱਤ ਸੀਗੇ ਉਹਨਾਂ ਦੇ ਉਲਟ ਅਸਰ ਪੈ ਸਕਦਾ ਸੀਗਾ। ਸੋ ਇਸ ਕਰਕੇ ਮੇਰਾ ਸ਼ੁਰੂ ਤੋਂ ਹੀ ਇਸ ਮਸਲੇ ਤੇ ਉਸ ਪੱਖ ਤੋਂ ਵਿਰੋਧ ਸੀਗਾ ਵੀ ਆਹ ਪ੍ਰੋਜੈਕਟ ਕਿਸੇ ਵੀ ਹਾਲ 'ਚ ਸਤਲੁਜ ਦੇ ਕੰਢੇ ਜਾਂ ਮੱਤੇਵਾੜ ਜੰਗਲਾਂ 'ਚ ਨਹੀਂ ਲੱਗਣਾ ਚਾਹੀਦਾ ਜੀ। ਤੇ ਕਾਰਨ ਕੀ ਹੈ ਕਿ ਸਤਲੁਜ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਸੁੰਗੜ ਗਿਆ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਦਰਿਆ ਦੇ ਜੇ ਇਸ ਹਿੱਸੇ 'ਚ ਹਿਊਮਨ ਜਿਹੜਾ ਇੰਟਰਫੇਰੈਂਸ ਜ਼ਿਆਦਾ ਵੱਧ ਜਾਂਦੀ ਜੀ, ਤਾਂ ਕੀ ਹੋਣਾ ਸੀਗਾ। ਇੱਥੇ ਜਿੱਦਾਂ ਆਪਾਂ ਦੇਖਦੇ ਹਾਂ ਨਾ ਖਰੜ ਜਾਂ ਚੰਡੀਗੜ੍ਹ ਦੇ ਆਸੇ ਪਾਸੇ ਬਰਸਾਤੀ ਨਦੀਆਂ ਦੇ ਆਸੇ ਪਾਸੇ ਕਬਜ਼ਾ ਕਰ ਲਿਆ, ਰੀਅਲ ਏਸਟੇਟ ਦਾ ਕਬਜ਼ਾ ਹੋ ਗਿਆ, ਤੇ ਹੁਣ ਉੱਥੇ ਫਲੱਡ ਨਹੀਂ ਆਉਂਦੇ। ਪਰ ਇਹ ਹੈ ਵੀ ਉਹਦੇ ਨਾਲ ਜਿਹੜਾ ਵਾਟਰ ਟੇਬਲ ਹੈ ਉਹਨੂੰ ਵੀ ਅਸਰ ਪੈ ਗਿਆ, ਤੇ ਬਾਇਓਡਾਇਵਰਸਿਟੀ ਦਾ ਵੱਡਾ ਨੁਕਸਾਨ ਹੋਇਆ। ਸੋ ਜੇਕਰ ਇੱਥੇ ਵੀ ਕੋਈ ਸਨਅਤਕਾਰੀ ਲੱਗ ਜਾਂਦੀ, ਉਹਦੇ ਨਾਲ ਤਾਂ ਪੰਜਾਬ 'ਚ ਜਿਹੜਾ ਭਿਆਨਕ ਸੰਕਟ ਆ ਜਾਣਾ ਸੀ। ਕਾਰਨ ਕੀ ਹੈ ਕਿ ਦੇਖਿਆ ਕਿ ਜਿਵੇਂ ਲੁਧਿਆਣਾ ਸ਼ਹਿਰ ਦਾ ਸਾਰਾ ਗੰਦ ਜਿਹੜਾ ਉਹ ਬੁੱਢੇ ਦਰਿਆ 'ਚ ਪਾ ਦਿੱਤਾ ਜੀ, ਉਹ ਬੁੱਢਾ ਦਰਿਆ ਅੱਗੇ ਜਾ ਕੇ ਸਤਲੁਜ 'ਚ ਜਾਂਦਾ ਹੈ। ਉਹਦੇ ਨਾਲ ਹੁਣ ਹੀ ਆਪਾਂ ਉਸ ਬੈਲਟ 'ਚ ਦੇਖਦੇ ਹਾਂ ਲੁਧਿਆਣੇ ਤੋਂ ਅੱਗੇ ਕੈਂਸਰ ਜਾਂ ਕਾਲਾ ਪੀਲੀਆ ਦੇ ਕੇਸਿਸ ਬਹੁਤ ਜ਼ਿਆਦਾ ਆ ਗਏ। ਤੇ ਜਦੋਂ ਇਹਦੇ ਕੰਢੇ ਤੇ ਸਨਅਤੀ ਪ੍ਰੋਜੈਕਟ ਲੱਗ ਜਾਂਦਾ ਤਾਂ ਹਿਊਮਨ ਇੰਟਰਵੈਂਸ਼ਨ ਹੋ ਜਾਂਦੀ। ਇੱਕ ਤਾਂ ਜੰਗਲ ਦੀ ਸਿਹਤ ਤੇ ਮਾੜਾ ਅਸਰ ਪੈਣਾ ਸੀਗਾ, ਬਾਇਓਡਾਇਵਰਸਿਟੀ ਖਤਮ ਹੋ ਜਾਣੀ ਸੀ, ਤੇ ਸਤਲੁਜ ਦਾ ਪਾਣੀ ਬਿਲਕੁਲ ਪਲੀਤ ਹੋ ਜਾਣਾ ਸੀਗਾ। ਹੁਣ ਕੀ ਹੋ ਰਿਹਾ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਸਤਲੁਜ ਦੇ ਵਿੱਚ ਆਮ ਦਿਨਾਂ 'ਚ ਪਾਣੀ ਬਹੁਤ ਥੋੜਾ ਹੁੰਦਾ ਜੀ। ਐਕਚੁਅਲ 'ਚ ਕੀ ਸੀਗਾ ਵੀ ਜਿੱਦਾਂ ਡੈਮ ਲੱਗਦੇ ਆ, ਡੈਮ ਲੱਗਦੇ ਸਾਰੀ ਇੱਕ ਕਾਨੂੰਨ ਹੁੰਦਾ ਹੈ ਜਿਹੜਾ ਨਿਯਮ ਕਹਿੰਦਾ ਹੈ ਕਿ ਡੈਮ ਤੋਂ ਪਹਿਲਾਂ ਜਿੰਨਾ ਪਾਣੀ ਚੱਲਦਾ ਸੀਗਾ ਉਹਦਾ 25% ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਪੰਜਾਬ ਦੇ ਦਰਿਆਵਾਂ 'ਚ ਓਨਾ ਪਾਣੀ ਵੀ ਨਹੀਂ ਹੈ, ਇਸ ਕਰਕੇ ਉਹਦੇ ਕੰਢੇ ਸੁੰਗੜਨੇ ਸ਼ੁਰੂ ਹੋ ਗਏ ਆ। ਜੇ ਹੁਣ ਉੱਥੇ ਲੋਕ ਬੈਠ ਗਏ ਤਾਂ ਕੱਲ ਨੂੰ ਫਲੱਡ ਮੈਨੇਜਮੈਂਟ ਦੇ ਨਾਂ ਤੇ ਉਹਦਾ ਪਾਣੀ ਡਾਇਵਰਟ ਕਰਨ ਦੀ ਸਾਜ਼ਿਸ਼ ਘੜੀ ਜਾ ਸਕਦੀ ਸੀਗੀ। ਉਹ ਚਾਹੇ SYL ਨੂੰ ਕੋਈ ਹੋਰ ਨਾਂ ਤੇ ਕੁਛ ਉਹ ਕਰ ਜਾਂਦੇ ਜਾਂ ਕੋਈ ਹੋਰ ਸਕੀਮ ਨਾਲ। ਸੋ ਇਸ ਕਰਕੇ ਮੇਰਾ ਖਦਸ਼ਾ ਇਹੀ ਸੀਗਾ, ਮੈਂ ਨਹੀਂ ਚਾਹੁੰਦਾ ਸੀਗਾ ਵੀ ਜਿਹੜਾ ਸਤਲੁਜ ਦੇ ਕੰਢੇ ਤੇ ਚਾਹੇ ਉਹ ਨੰਗਲ ਤੋਂ ਲੈ ਕੇ ਹਰੀਕੇ ਤੱਕ ਕਿਸੇ ਵੀ ਫਲੱਡ ਪਲੇਨ ਤੇ ਕੋਈ ਏਦਾਂ ਦਾ ਮਨੁੱਖੀ ਕਬਜ਼ਾ ਹੋਵੇ ਜਾਂ ਇੰਡਸਟਰੀ ਆਵੇ। ਦੂਸਰਾ ਇਹ ਹੈ ਵੀ ਸਾਨੂੰ ਇਹ ਹਾਲੇ ਜੋ ਪੰਜਾਬ 'ਚ ਹੁਣ ਪਾਣੀ ਰਹਿ ਗਿਆ, 17 ਸਾਲ ਦਾ ਪਾਣੀ ਰਹਿ ਗਿਆ ਜੀ, ਤੇ ਸਾਨੂੰ ਇੱਕ ਨਾ ਇੱਕ ਦਿਨ ਦਰਿਆਵਾਂ ਤੋਂ ਨਿਰਭਰ ਹੋਣਾ ਹੀ ਪੈਣਾ, ਕਿਉਂਕਿ ਪੰਜਾਬ ਦੀ ਜਿਹੜੇ
ਧਰਤੀ ਉਹ ਸੀਗੀ ਦਰਿਆਵਾਂ ਕਰਕੇ ਸੀ, ਸੱਭਿਅਤਾ ਹੀ ਦਰਿਆਵਾਂ ਕਰਕੇ ਵਸੀ ਸੀਗੀ। ਪਹਿਲਾਂ ਜ਼ਰੂਰਤਾਂ ਸਾਡੀਆਂ ਦਰਿਆ ਹੀ ਪੂਰੇ ਕਰਦੇ ਸੀ, ਤੇ ਹੁਣ ਸਾਨੂੰ ਕਿਤੇ ਨਾ ਕਿਤੇ ਜੇ ਭਵਿੱਖ 'ਚ ਇਹਨਾਂ ਦਰਿਆਵਾਂ ਤੇ ਵਾਪਸ ਆਉਣਾ ਪਊਗਾ, ਆਪਣੇ ਪਾਣੀ ਦਾ ਕਲੇਮ ਕਰਨਾ ਪਊਗਾ, ਤਾਂ ਸਾਨੂੰ ਇਹਦੇ ਕੰਢੇ ਵੀ ਬਚਾਉਣੇ ਪੈਣੇ ਆ, ਤਾਂ ਕਿ ਉਹਦੇ ਵਿੱਚ ਭਵਿੱਖ 'ਚ ਵੀ ਕੱਲ੍ਹ ਨੂੰ ਆਪਾਂ ਪਾਣੀ ਦੇ ਛੋਟੇ ਛੋਟੇ ਡੈਮ ਬਣਾ ਕੇ ਸਾਡੀਆਂ ਜ਼ਰੂਰਤਾਂ ਦਾ ਖਿਆਲ ਰੱਖ ਸਕੀਏ। ਕਿਉਂਕਿ ਕੀ ਹੋ ਗਿਆ ਕਿ ਆਪਾਂ ਜੋ ਦੇਖਦੇ ਪਏ ਆ, ਜੇ ਮਤਲਬ ਸਾਡੇ ਪੋਲੀਟੀਕਲ ਜਮਾਤ ਇਸ ਚੀਜ਼ ਨੂੰ ਸਮਝ ਨਹੀਂ ਰਹੀ ਜਾਂ ਲਾਲਚ ਬਸ ਇਸ ਚੀਜ਼ ਨੂੰ ਬੇਧਿਆਨਾ ਕਰਦੀ ਹੈ। ਪੰਜਾਬ ਦੇ ਵਿੱਚ 3 ਦਰਿਆ ਹੋਣ ਦੇ ਬਾਵਜੂਦ ਵੀ ਸਾਡਾ ਜਿਹੜਾ ਇਰੀਗੇਸ਼ਨ ਰਕਬਾ ਹੈ ਉਹ 20% ਤੋਂ ਥੱਲੇ ਹੈ, ਵੈਸੇ ਤਾਂ 16 ਤੋਂ ਵੀ ਥੱਲੇ ਹੈ। ਹਰਿਆਣਾ ਹਾਈ ਕੋਰਟ ਦੇ ਵਿੱਚ ਹਮੇਸ਼ਾ ਇਹ ਐਫੀਡੇਵਿਟ ਦਿੰਦਾ ਰਿਹਾ, ਹਰਿਆਣਾ ਤੇ ਰਾਜਸਥਾਨ, ਜੀ ਪੰਜਾਬ ਨੂੰ ਤਾਂ ਪਾਣੀ ਦੀ ਜ਼ਰੂਰਤ ਹੀ ਨਹੀਂ ਹੈ, ਗਰਾਊਂਡ ਵਾਟਰ ਯੂਜ਼ ਕਰਦੇ ਆ, ਇਸ ਕਰਕੇ ਸਾਨੂੰ ਪਾਣੀ ਦਿੱਤਾ ਜਾਵੇ। ਉਹ ਇਹ ਦੇਖ ਲਓ ਵੀ ਜਿਹੜਾ BBMB ਦੇ ਪ੍ਰੋਜੈਕਟਾਂ ਵਿੱਚ ਵੀ ਹੈ, ਜਿਹੜਾ ਤਾਂ ਸਾਡੇ ਕੋਲ ਪੁਰਾਣੇ ਪ੍ਰੋਜੈਕਟਾਂ 'ਚ ਜੋ ਸਾਡੇ ਇਰੀਗੇਸ਼ਨ 'ਚ ਲੈਂਡ ਆਇਆ ਹੋਇਆ ਸੀ ਪਹਿਲੀ ਅੰਗਰੇਜ਼ ਦੌਰ ਦੇ ਵਿੱਚ ਹੀ, ਉਹਨੂੰ ਨਹਿਰੀ ਪਾਣੀ ਨਾਲ ਜ਼ਿਆਦਾ ਨਹੀਂ ਕਿਸੇ ਨੂੰ ਜੋੜਿਆ ਗਿਆ। ਜੇ ਦੁਆਬੇ ਵਿੱਚ ਬਿਸਤ ਦੁਆਬ ਚੱਲਦੀ ਪਈ ਹੈ ਤਾਂ ਉਹ ਸਿਰਫ ਵਾਟਰ ਰੀਚਾਰਜਿੰਗ ਲਈ ਸੀਗਾ, ਉਹਦੇ ਲਈ ਨਹੀਂ ਸੀਗਾ, ਇਰੀਗੇਸ਼ਨ ਲਈ ਨਹੀਂ ਸੀਗਾ। ਸੋ ਇਸ ਪੱਖ ਤੋਂ ਮੇਰਾ ਵਿਰੋਧ ਸੀਗਾ, ਤੇ ਕਿਉਂਕਿ ਸਾਨੂੰ ਇਹ ਲੱਗਦਾ ਵੀ ਅੱਜ ਡੈਮ ਬਣਿਆ ਦੇਖਿਆ, ਹੁਣ ਜਿੱਦਾਂ ਤੁਸੀਂ ਬਾਹਰ ਰਹਿੰਦੇ ਆ ਤੁਸੀਂ ਦੇਖਿਆ ਹੋਊਗਾ ਵੀ ਅਮਰੀਕਾ ਦੇ ਵਿੱਚ ਪੁਰਾਣੇ ਡੈਮ ਤੋੜੇ ਜਾ ਰਹੇ ਆ, ਤੇ ਉਹਨਾਂ ਦੀ ਬਾਇਓਡਾਇਵਰਸਿਟੀ ਬਹਾਲ ਕੀਤੀ ਜਾ ਰਹੀ ਹੈ। ਸੋ ਜੇ ਸਾਡੇ ਕੋਲ ਖਿੱਤਾ ਹੈ ਜੀ ਹਿਊਮਨ ਇੰਟਰਵੈਂਸ਼ਨ ਹੀ ਇੰਨੀ ਜ਼ਿਆਦਾ ਹੋ ਜਾਂਦੀ ਸੀ ਤੇ ਕੱਲ੍ਹ ਨੂੰ ਡੈਮ ਨਾ ਹੋਣ ਦੀ ਸੂਰਤ ਦੇ ਵਿੱਚ ਆਪਾਂ ਕੀ ਕਰਾਂਗੇ। ਸੋ ਇਸ ਕਰਕੇ ਇਸ ਪੱਖ ਤੋਂ ਇਹੀ ਸੀਗਾ ਵੀ ਸਾਨੂੰ ਅੱਗੇ ਤੋਂ 25 ਤੋਂ 30 ਸਾਲ ਦੀ ਜਾਂ 35 ਸਾਲ ਦੀ ਪਹਿਲੀ ਜੋ ਸਾਡੀ ਸਿਚੁਏਸ਼ਨ ਆਉਣ ਵਾਲੀ ਹੈ ਉਹਦੇ ਲਈ ਪਹਿਲੀ ਸੁਚੇਤ ਹੋਣਾ ਪੈਣਾ ਤੇ ਤਿਆਰੀ ਰੱਖਣੀ ਪੈਣੀ ਸੀ। ਇਸ ਕਰਕੇ ਮੇਰਾ ਇਹੀ ਸੀਗਾ ਕਿ ਇਹਦੇ ਫਲੱਡ ਪਲੇਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਬਜ਼ਾ ਜਾਂ ਕੋਈ ਰੀਅਲ ਅਸਟੇਟ ਜਾਂ ਇੰਡਸਟਰੀ ਨਾ ਵਸੇ, ਤੇ ਕੋਈ ਵੀ ਇੰਡਸਟਰੀ ਹੈ ਪੰਜਾਬ ਦੇ ਜਿਹੜਾ ਪਾਣੀ ਦੇ ਸੋਮਿਆਂ ਤੋਂ ਦੂਰ ਲੱਗੇ। ਸੋ ਇਸ ਕਰਕੇ ਮੈਂ ਇਸ ਵਿਰੋਧ 'ਚ ਸ਼ਾਮਲ ਸੀ। ਰਠੌਰ ਜੀ, ਇੱਕ ਤੁਹਾਡੀ ਮੈਂ ਪੋਸਟ ਜਿਹੜੀ ਮੈਂ ਪੜ੍ਹ ਰਿਹਾ ਸੀ 18 ਦੇ ਵਿੱਚ ਬਿਆਸ ਦੇ ਵਿੱਚ, ਜਿਹੜੀ ਬਿਆਸ ਦਰਿਆ ਦੇ ਨਾਲ ਕਮਲਦੀਪ ਸਿੰਘ ਬਰਾੜ ਉਹਨਾਂ ਨੇ ਤੇ ਜੈਮਲ ਸਿੰਘ ਹੋਣੀ ਦਰਿਆ ਦੇ ਵਿੱਚ ਕਿਸ਼ਤੀ ਉਹ ਚਲਾਉਂਦੇ ਆ ਤੇ ਉਹਦੇ 'ਚ ਪਾਣੀ ਪੀਂਦੇ ਸੀ, ਉਹ 'ਚ ਸੀਰਾ ਆ ਗਿਆ, ਸੀਰਾ ਰਿਸ ਗਿਆ ਤੇ ਉਹ ਕਹਿੰਦੇ ਮੇਰੇ ਪਾਣੀ ਪੀਣ ਦਾ ਨਹੀਂ ਰਿਹਾ। ਜਿਹੜਾ ਨਾ ਅਸੀਂ ਪਿੱਠ ਕਰੀ ਬੈਠੇ ਆ ਵੀ ਜੀ ਲੋਡੂਵਾਲ ਦੇ ਕੋਲ ਪੁਲ ਦੇ ਉੱਪਰੋਂ ਜਾ ਕੇ ਜੀ ਚਲੋ ਜੀ ਢਾਲੇ ਕਰ ਦਿਓ ਜੀ ਉੱਥੇ ਜਿੰਨਾ ਕੁ ਪਾਣੀ, ਕਿਉਂਕਿ ਪਾਣੀ ਵਿਸਾਖੀ ਦੇ ਦਿਨਾਂ ਦੇ ਵਿੱਚ ਜਦ ਲੋਕ ਸਤਲੁਜ ਦੇ ਨਹਾਉਣ ਆਉਂਦੇ ਲੋਡੂਵਾਲ ਦੇ ਕੋਲ ਬਹੁਤ ਜ਼ਿਆਦਾ ਪਾਣੀ ਹੁੰਦਾ ਸੀ ਸਤਲੁਜ ਦੇ ਵਿੱਚ, ਤੇ ਸਾਨੂੰ ਸਤਲੁਜ ਦੇ ਰਾਹੀਂ ਫਲੱਡ ਗੇਟ ਖੋਲ੍ਹ ਕੇ ਉਜਾੜਿਆ ਕਿਵੇਂ ਗਿਆ ਸੀ ਮੰਡ ਦੇ ਵਿੱਚ ਸੰਘਰਸ਼ ਦੇ ਸਮੇਂ, ਉਹ ਵੀ ਹੈ। ਸੋ ਜੇ ਇਹਨਾਂ ਦਾ ਜਿਹੜਾ ਕਾਰਖਾਨੇ ਲੱਗ ਜਾਂਦੇ ਨੇ ਤੇ ਇਹਨਾਂ ਨੂੰ ਵਸਾ ਲੈਂਦੇ ਨੇ, ਫਲੱਡ ਪਲੇਨਸ ਖਤਮ ਕਰ ਦਿੰਦੇ ਨੇ, ਇੱਕ ਤਾਂ ਸਾਡੀ ਸਰਕਾਰੀ ਜ਼ਮੀਨਾਂ ਸਾਡੀਆਂ, ਤੇ ਉਸ ਤੋਂ ਬਾਅਦ ਉਹ ਦਰਿਆਵਾਂ ਦੇ ਵਿੱਚ ਕਦੇ ਪਾਣੀ ਛੱਡਣ ਦੀ ਉਹ ਗੱਲ ਨਹੀਂ ਉਹ ਕਰ ਸਕਦੇ ਵੀ ਇੱਥੇ ਆਲੇ ਦੁਆਲੇ ਤਾਂ ਜੀ ਇਹ ਤਾਂ ਹੁਣ ਪ੍ਰੋਟੈਕਸ਼ਨ ਹੈ ਨਹੀਂ, ਇਹ 'ਚ ਪਾਣੀ ਉਹ ਨਹੀਂ ਛੱਡ ਸਕਦੇ। ਸੋ ਤੁਸੀਂ ਇਸ ਗੱਲ ਦੇ ਬਾਰੇ ਸੋਚ ਰਹੇ ਹੋ ਜੀ ਵੀ ਆਉਣ ਵਾਲੇ 10-20 ਸਾਲਾਂ ਦੇ ਵਿੱਚ ਭਾਖੜਾ ਤੋਂ ਇਹ ਪਾਣੀ ਇਹਨਾਂ ਦਰਿਆਵਾਂ ਦੇ ਵਿੱਚ ਜਾਂ ਪੌਂਗ ਵਾਲੇ ਪਾਸਿਓਂ ਬਿਆਸ ਦੇ ਵਿੱਚ ਫਿਰ ਪਾਣੀ ਛੱਡਣਾ ਪਊਗਾ ਜੀ? ਬਿਲਕੁਲ, ਮੈਂ ਇਹੀ ਦੱਸ ਰਿਹਾ ਨਾ। ਦੇਖੋ ਪੌਂਗ ਤਾਂ ਹੁਣ ਬਣਿਆ, ਜੇ ਤਾਂ ਭਾਖੜਾ ਇਹ ਆਪਣੀ ਉਮਰ ਪੂਰੀ ਕਰ ਚੁੱਕਾ। ਤੁਸੀਂ ਇਹ ਦੇਖ ਲੈਣਾ ਵੀ ਭਾਖੜੇ ਦੀਆਂ ਕਾਫੀ ਟਰਬਾਈਨਾਂ ਤਾਂ ਕੰਮ ਕਰਨੀਆਂ ਬੰਦ ਕਰ ਗਈਆਂ ਕਿਉਂਕਿ ਉਹਦੇ ਵਿੱਚ ਸਿਲਟ ਬਹੁਤ ਹੈ। ਇਹ ਡੈਮ ਇੱਕ ਟਾਈਮ ਆ ਕੇ ਅੱਜ ਤੋਂ 25-30 ਸਾਲ ਬਾਅਦ ਯੂਜ਼ਲੈਸ ਹੋ ਜਾਣਾ ਤੇ ਇਹਨੂੰ ਇੱਥੋਂ ਹਟਾਉਣਾ ਹੀ ਪੈਣਾ ਜਾਂ ਡਿਸਮੈਂਟਲ ਕਰਨਾ ਪੈਣਾ ਹੈ। ਤੇ ਇਸ ਕਰਕੇ ਉਸ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਕੀ ਤਿਆਰੀ ਹੋਣੀ ਹੈ। ਜੇ ਪੰਜਾਬ ਦੇ ਜਿਹੜੇ ਰਾਜਨੇਤਾ ਇਹ ਚੀਜ਼ ਨਹੀਂ ਸੋਚਦੇ ਤਾਂ ਇਹਨਾਂ ਨੂੰ ਸਰਕਾਰਾਂ ਵਿੱਚ ਜਾਂ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ ਤੇ ਇਹਨਾਂ ਨੂੰ ਅਸੀਂ ਪਾਸੇ ਵੀ ਖਦੇੜ ਦਾਂਗੇ। ਇਹ ਗੱਲ ਸੋਚਣੀ ਪਊਗੀ। ਅਸੀਂ ਕਹਿੰਦੇ ਵੀ ਤੁਸੀਂ ਰਾਜ ਭੋਗੋ, ਠੀਕ ਹੈ, ਜੋ ਤੁਸੀਂ ਕਰਨਾ ਕਰੋ, ਪਰ ਜੋ ਪੰਜਾਬ ਦੇ ਮੋਟੇ ਵੱਡੇ ਹਿੱਤ ਹਨ, ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਹਿੱਤ ਹੈ, ਉਹ ਅਸੀਂ ਵੇਚਣ ਨਹੀਂ ਦੇਵਾਂਗੇ। ਸੋ ਇਸ ਕਰਕੇ ਇਹ ਹੈ ਵੀ ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਲੜਾਈਆਂ ਹੋਣੀਆਂ ਉਹ ਪਾਣੀ ਕਰਕੇ ਹੀ ਹੋਣੀਆਂ, ਤੇ ਸਾਡੇ ਕੋਲ ਪਾਣੀ ਹੁੰਦੇ ਹੋਏ ਵੀ ਹੈ ਵੀ ਸਾਡਾ ਇੰਤਜ਼ਾਮ ਕਿੱਥੇ ਹੈ। ਅਸੀਂ ਕੀ ਸੋਚਦੇ ਪਏ ਹਾਂ ਵੀ ਅਗਰ 50 ਸਾਲ ਬਾਅਦ ਪੰਜਾਬ ਕਿੱਥੇ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਆਪਾਂ ਲੜਾਈ ਲੜਨੀ ਹੈ, ਜਾਂ ਕੀ ਸਾਡੀਆਂ ਭਵਿੱਖ ਦੀਆਂ ਨਸਲਾਂ ਲਈ ਇੱਥੇ ਆਪਾਂ ਕੁਝ ਛੱਡ ਕੇ ਚੱਲੇ ਹਾਂ। ਜੇ ਇੱਥੇ ਸਭ ਕੁਝ ਏਦਾਂ ਹੀ ਹੋ ਜਾਂਦਾ ਤਾਂ ਨਸਲਾਂ ਨੇ ਗਾਲਾਂ ਕੱਢਣੀਆਂ ਵੀ ਇਹ ਬੰਦੇ ਸੀਗੇ ਵੀ ਜਦੋਂ ਇਹਨਾਂ ਦਾ ਸਮੇਂ ਸੀਗਾ ਉਹ ਕਿੱਥੇ ਬੈਠੇ ਸੀਗੇ, ਕੌਣ ਵਿਰੋਧ ਕਰ ਰਿਹਾ ਸੀਗਾ।
ਸੋ ਇਹ ਵੱਡੇ ਮਸਲੇ ਹਨ ਤੇ ਇਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਅਸੀਂ ਦਬਾਅ ਪਾ ਕੇ ਹੀ ਇੱਥੇ ਲੈ ਕੇ ਆਏ ਹਾਂ। ਤੁਸੀਂ ਇਹ ਦੇਖ ਲਓ ਵੀ ਅੱਜ ਇਹਨਾਂ ਦੀ ਰਾਜਨੀਤਿਕ ਧਿਰਾਂ ਦੀ ਮਜਬੂਰੀ ਬਣ ਗਈ ਸੀ ਵੀ ਉੱਥੇ ਆਉਣਾ, ਜਦ ਵੀ ਸੱਤਾ 'ਚ ਚਾਹੇ ਕਾਂਗਰਸੀ ਸੀ ਜਾਂ ਅਕਾਲੀ ਸੀਗੀ, ਉਹ ਵੀ ਇਹ ਦਰਿਆ ਦੱਬਣ ਦੀ ਗੱਲਾਂ ਕਰਦੇ ਹੁੰਦੇ ਸੀ ਜਾਂ ਮਨਸੂਬੇ ਘੜਦੇ ਹੁੰਦੇ ਸੀਗੇ। ਸੋ ਇਹ ਤਾਂ ਇਹ ਹੋ ਗਿਆ ਵੀ ਮਹਾਰਾਜ ਦੀ ਅਸੀਂ ਸੱਚੇ ਮਨੋਂ ਅਰਦਾਸ ਕੀਤੀ ਵੀ ਠੀਕ ਹੈ ਵੀ ਜਿੱਦਣ ਆਹ ਹੋਣਾ ਵੀ ਮਹਾਰਾਜ ਵੀ ਅਸੀਂ ਤਾਂ ਸਾਡੇ ਪੱਲੇ ਕੱਖ ਨਹੀਂ ਹੈਗਾ, ਕੋਈ ਇਹ ਵੀ ਨਹੀਂ ਹੈਗੀ ਅਸੀਂ ਕਿਸੇ ਵੱਡੀ ਸੰਸਥਾ ਨਾਲ ਹੈ ਜਾਂ ਸਾਡੇ ਪਿੱਛੇ ਇੰਨੇ ਬੰਦੇ ਆ ਜੂਗੇ, ਪਰ ਜੋ ਕਰਨਾ ਤੂੰ ਕਰਨਾ ਵੀ ਮਤਲਬ ਕਿ ਲੋਕਾਂ ਦਾ ਭਵਿੱਖ ਦਾ ਮਸਲਾ ਸੀਗਾ, ਨਸਲਾਂ ਦਾ ਮਸਲਾ ਸੀਗਾ। ਅੱਛਾ ਜੀ, ਕਿਰਪਾ ਹੋਈ ਹੈ। ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜੀ, ਮਾੜਾ ਜਿਹਾ ਦੱਸੋ। ਫਿਰ ਇਕੱਠ ਕਿਵੇਂ ਹੋਇਆ ਤੇ ਬੇਸਿਕਲੀ ਰੁਕੇ ਕਿਵੇਂ ਜਾ ਕੇ? ਫਿਰ ਦੇਖੋ ਪਿਛਲੇ 2 ਸਾਲ ਤੋਂ ਨਾ ਅਸੀਂ ਇੱਕ ਇਕੱਠ ਪਿਛਲੇ ਸਾਲ ਵੀ ਕਰ ਹਟੇ ਸੀ। ਉਸ ਤੋਂ ਪਹਿਲਾਂ ਕੋਵਿਡ ਸੀਗਾ ਚੱਲਦਾ, ਉਦੋਂ ਵੀ ਸਾਡੀਆਂ ਐਕਟੀਵਿਟੀਆਂ ਚੱਲਦੀਆਂ ਪਈਆਂ ਸੀ। ਇਸ ਪੂਰੇ ਪ੍ਰੋਸੈਸ ਦੇ ਵਿੱਚ ਮੈਂ ਮਤਲਬ ਸ਼ਰੇਆਮ ਕਹਿਣਾ, ਮੈਂ ਕਿਸੇ ਪਾਰਟੀ ਤੱਕ ਪਹੁੰਚ ਕਰਨ ਤੋਂ ਨਹੀਂ ਝਿਜਕਿਆ। ਅਸੀਂ ਪਹੁੰਚ ਕੀਤੀ ਹੈ ਪਾਰਟੀਆਂ ਤੱਕ ਕੋਈ ਨਾ ਕੋਈ ਚੈਨਲ ਦੇ ਥਰੂ, ਵੀ ਉਹਨਾਂ ਨੂੰ ਕਿਹਾ ਵੀ ਇਹਦੇ ਥਰੂ ਆਓ, ਤੁਸੀਂ ਇਹਦਾ ਵਿਰੋਧ ਕਰੋ। ਹਾਲਾਂਕਿ ਇਹ ਮਾੜੀ ਗੱਲ ਸੀਗੀ ਕਿ ਇਹ ਪ੍ਰੋਜੈਕਟ ਦੇ ਖਿਲਾਫ ਇਲੈਕਸ਼ਨ 'ਚ ਮਸਲਾ ਨਹੀਂ ਬਣ ਪਾਇਆ, ਕਿਉਂਕਿ ਇੱਕ ਲੌਬੀ ਜਿਹੜੀ ਹੈ ਦਿੱਲੀ ਤੋਂ ਜੋ ਵਪਾਰਕ ਲੌਬੀ ਹੈ ਬਹੁਤ ਤਕੜੀ ਹਾਵੀ ਸੀਗੀ ਇੱਥੇ, ਅਫਸਰਸ਼ਾਹੀ ਬਹੁਤ ਵੱਡੇ ਲੈਵਲ ਤੇ ਹਾਵੀ ਸੀਗੀ, ਤਾਂ ਕਰਕੇ ਮਸਲਾ। ਪਰ ਫਿਰ ਵੀ ਅਸੀਂ ਮਤਲਬ ਆਸ 'ਚ ਸਟੂਡੈਂਟ ਜਥੇਬੰਦੀਆਂ ਤੱਕ ਜਾਂਦੇ ਰਹੇ, ਲੁਧਿਆਣੇ ਦੇ NGOs ਸ਼ਾਮਿਲ ਸੀਗੇ ਤੇ ਹੋਰ ਆਮ ਲੋਕਾਂ ਦੇ ਵਿੱਚ ਅਸੀਂ ਜਾਂਦੇ ਰਹੇ ਤੇ ਉਹਨਾਂ ਨੂੰ ਦੱਸਦੇ ਰਹੇ ਵੀ ਇਹ ਤਾਂ ਸਾਡਾ ਵੱਡਾ ਨੁਕਸਾਨ ਹੋ ਜਾਊਗਾ। ਫਿਰ ਇਹ ਹੋ ਗਿਆ ਕਿ ਜਿੱਦਾਂ ਆਮ ਆਦਮੀ ਪਾਰਟੀ ਸੀ ਜਦੋਂ ਵਿਰੋਧੀ ਧਿਰ 'ਚ ਸੀਗੀ ਤਾਂ ਇਹਨਾਂ ਨੇ ਵੀ ਇੱਥੇ ਪਹੁੰਚ ਕੀਤੀ ਸੀਗੀ। ਅੱਛਾ ਜੀ। ਤਾਂ ਇਹ ਲੋਕ ਵੀ ਮਤਲਬ ਬਿਆਨ ਦਿੰਦੇ ਰਹਿੰਦੇ ਸੀਗੇ ਵੀ ਇਹ ਪ੍ਰੋਜੈਕਟ ਨਹੀਂ ਲੱਗਣਾ ਚਾਹੀਦਾ ਸੀ, ਪਰ ਜਦੋਂ ਇਹ ਸੱਤਾ 'ਚ ਆਏ ਤਾਂ ਇਹ ਪਲਟ ਗਏ। ਪਰ ਇਹਨਾਂ ਦੇ ਬਿਆਨ ਦਿੱਤੇ ਸਾਡੇ ਕੰਮ ਆ ਗਏ। ਅਸੀਂ ਉਹਨਾਂ ਬਿਆਨਾਂ ਦੇ ਬੇਸ ਤੇ ਹੀ ਜਿਹੜਾ ਵਿਰੋਧ ਖੜਾ ਕੀਤਾ ਵੀ ਆਹ ਦੇਖੋ ਵੀ ਇਹਨਾਂ ਨੇ ਕਿਆ ਬੋਲਿਆ, ਹੁਣ ਵਿਧਾਨ ਸਭਾ 'ਚ ਕੀ ਬੋਲਦੇ ਪਏ ਆ, ਤੇ ਇਹਨਾਂ ਦੀ ਕ੍ਰੈਡੀਬਿਲਿਟੀ ਦਾ ਮਸਲਾ ਆ ਗਿਆ ਸੀਗਾ। ਤੇ ਇਸ ਕਰਕੇ ਸਰਕਾਰ ਵੀ ਦਬਾਅ ਦੇ ਵਿੱਚ ਆ ਗਈ ਤੇ ਅਸੀਂ ਦਬਾਅ ਦੇ ਲਈ ਹੀ ਸਾਰੀਆਂ ਧਿਰਾਂ ਨੂੰ ਫਿਰ ਇਕੱਠਾ ਕੀਤਾ ਤੇ ਇਹ ਧਿਆਨ ਰੱਖਿਆ ਵੀ ਠੀਕ ਹੈ ਵੀ ਜੇ ਉਹ ਸਾਡੇ ਪਾਰਟੀਆਂ ਨਾਲ ਵੱਖਰੇਵੇਂ ਹੁੰਦੇ ਹੈ, ਵਿਚਾਰਧਾਰਕ ਮਤਭੇਦ ਹੈ, ਪਰ ਇਹ ਪੰਜਾਬ ਦਾ ਸਾਂਝਾ ਮਸਲਾ ਹੈ। ਇਹਦੇ ਲਈ ਚਾਹੇ ਅਸੀਂ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਬਾਦਲ, ਕਾਂਗਰਸ, BJP ਤੱਕ ਵੀ ਅਸੀਂ ਪਹੁੰਚ ਕੀਤੀ ਵੀ ਜੇ BJP ਵੀ ਕਹਿੰਦੀ ਹੈ ਵੀ ਅੱਜ ਕੱਲ੍ਹ ਕਹਿੰਦੇ ਫਿਰਦੇ ਆ, ਜੇ ਦਸੰਗੀ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਹਿਤੈਸ਼ੀ ਆ ਵੀ ਸਾਨੂੰ ਸਮਝਦੇ ਨਹੀਂ, ਤਾਂ ਅਸੀਂ ਉਹਨਾਂ ਅੱਗੇ ਵੀ ਗੱਲ ਕੀਤੀ ਵੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਆ ਹਿਤੈਸ਼ੀ ਆ, ਪਰ ਪੰਜਾਬ ਦੇ ਜਿੰਨੇ ਮਾਹੌਲ ਖਰਾਬ ਕਰਨ ਦੇ ਜਾਂ ਪੰਜਾਬ ਨੂੰ ਤਬਾਹ ਕਰਨ ਦੇ ਮਨਸੂਬਿਆਂ ਦੇ ਵਿੱਚ ਤੁਸੀਂ ਨਹਿਰੂ ਜਾਂ ਇੰਦਰਾ ਤੋਂ ਘੱਟ ਤਾਂ ਹੈ ਨਹੀਂ ਕਿਤੇ। ਜੇ ਤੁਸੀਂ ਹੈਗੇ ਆ ਤੇ ਪੰਜਾਬ ਦੇ ਮਸਲੇ ਤੇ ਆ ਕੇ ਖੜੋ। ਸਾਡਾ ਤੁਹਾਡੇ ਨਾਲ ਕਿਸਾਨੀ ਬਿਲਾਂ ਵੇਲੇ ਵਿਰੋਧ ਸੀਗਾ, ਉਹ ਤੁਸੀਂ ਵਾਪਸ ਲੈ ਲਿਓ, ਉਹ ਖਤਮ ਹੋ ਗਿਆ। ਪਰ ਅੱਗੇ ਤੁਸੀਂ ਭਵਿੱਖ 'ਚ ਕੀ ਸੋਚਣਾ ਉਹ ਤੁਹਾਡੇ ਤੇ ਹੈ। ਤਾਂ ਇਸ ਕਰਕੇ ਉਹਨਾਂ ਵਿੱਚੋਂ ਵੀ ਕੁਝ ਬੰਦੇ ਮਤਲਬ ਓਪਨਲੀ ਪਾਰਟੀ ਲਾਈਨ ਤੋਂ ਹਟ ਕੇ ਇਸ ਮਾਹੌਲ ਦੇ ਵਿੱਚ ਇਸ ਪ੍ਰੋਜੈਕਟ ਦਾ ਵਿਰੋਧ ਕਰਨ ਆਏ। ਸੋ ਮਤਲਬ ਇਹ ਕਿਹਾ ਜਾ ਸਕਦਾ ਵੀ ਆਪਾਂ ਰਲਮਾ ਮਿਲਮਾ ਸਾਰਾ ਉਹ ਕੀਤਾ। ਇਹਦੇ ਵਿੱਚ ਕਿਸਾਨ ਯੂਨੀਅਨਾਂ ਵੀ ਆ ਗਈਆਂ, ਸਟੂਡੈਂਟ ਯੂਨੀਅਨਾਂ ਵੀ ਆ ਗਈਆਂ। ਤਾਂ ਇੱਕ ਤਰ੍ਹਾਂ ਇਹ ਹੋ ਗਿਆ ਸੀ ਕਿ ਪੰਜਾਬ ਦਾ ਜਿਹੜਾ ਆਮ ਲੋਕਾਂ ਦਾ ਹੀ ਹੈ ਨਾ, ਇਹ ਯੂਨਾਈਟਿਡ ਓਪੋਜੀਸ਼ਨ ਖੜਾ ਹੋ ਗਿਆ। ਉਹ ਯੂਨਾਈਟਿਡ ਓਪੋਜੀਸ਼ਨ ਦਾ ਇਹ ਇੰਪੈਕਟ ਪਿਆ ਕਿ ਸਰਕਾਰ ਨੂੰ ਡਰ ਪੈ ਗਿਆ ਵੀ ਜੇ ਇਹ ਪ੍ਰੋਜੈਕਟ ਨੂੰ ਹੁਣ ਰੱਦ ਨਾ ਕੀਤਾ ਗਿਆ ਤਾਂ ਉਹੀ ਹਾਲ ਹੋਣਾ ਜੋ ਕਿਸਾਨੀ ਬਿੱਲਾਂ ਤੋਂ ਬਾਅਦ ਨਵੇਂ ਖਲਨਾਇਕ ਪੰਜਾਬੀਆਂ ਲਈ ਬਣੇ ਆ। ਉਹੀ ਤਰ੍ਹਾਂ ਦਾ ਖਲਨਾਇਕਾਂ ਦਾ ਐਂਗਲ ਜਿਹੜਾ ਉਹ ਦਿੱਲੀ ਤੋਂ ਚੰਡੀਗੜ੍ਹ ਸ਼ਿਫਟ ਹੋ ਜਾਣਾ ਸੀਗਾ। ਸੋ ਇਸ ਕਰਕੇ ਮਤਲਬ ਸਰਕਾਰ ਨੇ ਦੇ ਵਿੱਚ ਆ ਕੇ ਇਹ ਫੈਸਲਾ ਵਾਪਸ ਲਿਆ। ਹਾਲਾਂਕਿ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ, ਪਰ ਹਾਲੇ ਤੱਕ ਅਸੀਂ ਇਹਨਾਂ ਦੇ ਓਫੀਸ਼ੀਅਲ ਨੋਟੀਫਿਕੇਸ਼ਨ ਤੇ ਵੀ ਉਹ ਵੇਟ ਕਰ ਰਹੇ ਹਾਂ, ਕਿਉਂਕਿ ਕੀ ਹੈ ਕਿ ਇੰਡਸਟਰੀਅਲ ਪ੍ਰੋਜੈਕਟ ਰੱਦ ਕਰਤਾ, ਉਹ ਪਹਿਲਾ ਪੜਾਅ ਹੈ ਜੀ। ਅਸੀਂ ਚਾਹੁੰਦੇ ਹਾਂ ਕਿ ਇਸ ਜ਼ਮੀਨ ਤੇ ਕੋਈ ਕਿਤੇ ਇਹ ਚੋਰ ਮੋਹਰੀ ਰਾਹੀਂ ਕੋਈ ਰੀਅਲ ਅਸਟੇਟ ਨਾ ਬਾੜ ਦੇਣ, ਕੋਈ ਇੱਥੇ ਕਲੋਨੀਆਂ ਕੱਟਣ ਨਾ ਲੱਗ ਜਾਵੇ। ਸੋ ਇਸ ਕਰਕੇ ਅਸੀਂ ਸਾਰੀ ਚੀਜ਼ਾਂ ਨੂੰ ਵੇਟ ਐਂਡ ਵਾਚ ਦੇ ਹਿਸਾਬ ਨਾਲ ਦੇਖਦੇ ਪਏ ਹਾਂ ਤੇ ਮਤਲਬ ਇਕੱਲੇ ਨੁਕਤੇ ਤੇ ਸਾਡਾ ਉਹ ਨਜ਼ਰ ਰੱਖੀ ਹੋਈ ਆ ਵੀ ਕੁੱਲ ਮਿਲਾ ਕੇ ਮਨਸੂਬਾ ਇਹੀ ਹੈ ਕਿ ਇਹ ਫਲੱਡ ਪਲੇਨ ਹੈ ਜਿਹੜੇ ਇਹਨਾਂ ਨੂੰ ਨੋ ਕੰਸਟਰਕਸ਼ਨ ਜ਼ੋਨ ਜਿਹੜਾ ਹੈ ਉਹ ਬਹਾਲ ਕੀਤਾ ਜਾਵੇ, ਮੱਤੇਆੜਾ ਜੰਗਲ ਦੀ ਬਾਇਓਡਾਇਵਰਸਿਟੀ ਦਾ ਖਿਆਲ ਰੱਖਿਆ ਜਾਵੇ
ਤੇ ਇੱਕ ਇੱਥੇ ਸਾਡੇ ਪਿੰਡ ਸੀਗਾ ਸਿੱਖੋਵਾਲ, ਉਹ ਮਜ਼੍ਹਬੀ ਸਿੱਖਾਂ ਦਾ ਵਿਚਾਰਿਆਂ ਦਾ ਪਿੰਡ ਸੀਗਾ। 63 ਚ ਆ ਕੇ ਉਹਨਾਂ ਨੇ ਜ਼ਮੀਨਾਂ ਵਾਹ ਕੇ ਆਬਾਦ ਕੀਤੀਆਂ ਸੀ ਜੀ। ਉਹਨਾਂ ਨੂੰ ਮਤਲਬ ਕਿ ਇਸ ਤਰ੍ਹਾਂ ਉਜਾੜ ਦਿੱਤਾ ਵੀ ਜਿਵੇਂ ਕੋਈ ਟੱਪਰਵਾਸੀ ਨਹੀਂ ਭਜਾਉਂਦੇ ਹੁੰਦੇ ਜੀ, ਵੀ ਤੁਸੀਂ ਇੱਥੋਂ ਚਲੇ ਜਾਓ। ਤਾਂ ਸਾਡਾ ਇਹ ਸੀਗਾ ਵੀ ਉਹ ਪੂਰਾ ਪਿੰਡ ਸਿੱਖਾਂ ਦਾ ਪਿੰਡ, ਜੋ ਪੰਜਾਬ 'ਚ ਜੇ ਸਿੱਖਾਂ ਨਾਲ ਇਸ ਤਰ੍ਹਾਂ ਹੋਣ ਲੱਗ ਗਿਆ, ਵੀ ਉਹ ਵਿਚਾਰੇ ਗਰੀਬੜੇ ਸਿੱਖ ਸੀਗੇ, ਤਾਂ ਫਿਰ ਸਿੱਖ ਸੇਫ ਕਿੱਥੇ ਹੈ? ਸੋ ਇਸ ਕਰਕੇ ਸਾਡਾ ਇਹੀ ਸੀਗਾ ਵੀ ਉਸ ਪੰਚਾਇਤ ਦੇ ਵਿੱਚ ਜਿਹੜੇ ਬੰਦੇ ਜ਼ਮੀਨ ਵਾਹ ਰਹੇ ਸੀਗੇ, ਉਸ ਪਿੰਡ ਦੇ ਵਿੱਚ ਕਿਸੇ ਕੋ ਵੀ ਆਪਦੀ ਨਿੱਜੀ ਮਾਲਕੀ ਦੀ ਜ਼ਮੀਨ ਨਹੀਂ ਸੀ ਜੀ, ਉਹ ਵਿਚਾਰੇ ਗੁਜ਼ਾਰਾ ਕਰ ਰਹੇ ਸੀਗੇ। ਤੇ ਇਸ ਕਰਕੇ ਸਾਡਾ ਇਹ ਵੀ ਮਸਲਾ ਸੀਗਾ ਵੀ ਇਹ ਬੰਦੇ ਵਿਚਾਰੇ ਉੱਜੜ ਗਏ ਤਾਂ ਪੰਥ ਨੂੰ ਵੱਡਾ ਘਾਟਾ ਹੋਣਾ, ਕਿਉਂਕਿ ਇੱਥੇ ਇਸ ਪਿੰਡ ਦੇ ਵਿੱਚ ਪਹਿਲਾਂ ਕੁਝ ਸਾਲ ਪਹਿਲਾਂ ਚਰਚ ਆਈ ਸੀਗੀ ਇੱਥੇ ਜੀ ਜੀ, ਉਹ ਚਰਚ ਪ੍ਰਚਾਰ ਪ੍ਰਚੂਰ ਕਰਕੇ ਚਲੇ ਗਏ, ਕੋਈ ਇੱਥੇ ਕਨਵਰਸ਼ਨ ਨਹੀਂ ਹੋ ਸਕੀ, ਤਾਂ ਮੁੜ ਵਾਪਸ ਚਲੇ ਗਏ। ਜੇ ਇਹੀ ਬੰਦੇ ਕੱਲ ਨੂੰ ਜ਼ਿਮੀਂਦਾਰੀ ਤੋਂ ਜੇ ਮੁੜ ਮਜ਼ਦੂਰੀ ਕਰਨ ਲੱਗਦੇ ਤਾਂ ਹੋ ਸਕਦਾ ਵੀ ਆਰਥਿਕ ਹਾਲਾਤਾਂ ਦੇ ਵਿੱਚੋਂ ਕੋਈ ਬੰਦੇ ਟੁੱਟ ਸਕਦੇ ਸੀ। ਸਾਡਾ ਇਹੀ ਸੀਗਾ ਕਿ ਇਹਨਾਂ ਬੰਦਿਆਂ ਨੂੰ ਬਚਾਉਣਾ ਪਊਗਾ। ਜੇ ਸਾਡੇ ਭਰਾ ਸੀਗੇ, ਜੇ ਸਾਡੇ ਭਰਾ ਜ਼ਮੀਨਾਂ ਤੋਂ ਰੋਟੀ ਖਾਂਦੇ ਪਏ ਆ ਤਾਂ ਰੋਟੀ ਖਾਂਦੇ ਰਹਿਣ, ਕਿਉਂਕਿ ਅੱਜ ਹੁਣ ਪੰਜਾਬ 'ਚ ਇਹ ਵੀ ਹੋ ਰਿਹਾ ਕਿ ਇਹ ਜੋ ਪ੍ਰਵਾਸੀ ਲੇਬਰ ਆਉਂਦੀ ਹੈ, ਝੁੱਗੀਆਂ ਬਣਾ ਕੇ ਕਬਜ਼ਾ ਕਰਦੀ ਹੈ, ਇੱਕ ਪਾਸੇ ਤਾਂ ਸਰਕਾਰ ਉਹਨਾਂ ਨੂੰ ਪੱਕਾ ਕਰਦੀ ਫਿਰਦੀ ਹੈ। ਜਿਹੜੇ ਸਾਡੇ ਬੰਦੇ ਸੀ, ਜਿਹੜੇ ਜਗ੍ਹਾ ਨੂੰ ਆਬਾਦ ਕਰਨ ਵਾਲੇ ਸੀਗੇ ਇੱਥੇ ਦੇ ਧਰਤੀ ਦੇ ਵਾਰਸ, ਉਹਨਾਂ ਨੂੰ ਉਜਾੜਨ ਦੀ ਇਹ ਅਫਸਰਸ਼ਾਹੀ ਤੇ ਇਹ ਸਰਕਾਰਾਂ ਮਿਲ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਫਿਰਦੇ। ਧੰਨਵਾਦ ਜੀ ਰਠੌਰ ਸਾਹਿਬ। ਤੇ ਮੈਂ ਗੰਗਵੀਰ ਸਿੰਘ ਰਠੌਰ, ਉਹਨਾਂ ਦਾ ਫੇਸਬੁੱਕ 'ਤੇ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਨੇ ਮਿਹਨਤਾਂ ਕਿਵੇਂ ਕੀਤੀਆਂ ਵੇਖਣ ਵਾਲੀ ਹੈ। ਅਤੇ ਰਠੌਰ ਸਾਹਿਬ ਤੁਹਾਨੂੰ ਅਤੇ ਸਾਰਿਆਂ ਨੂੰ, ਆਪਾਂ ਨੂੰ ਸਾਰਿਆਂ ਨੇ ਰਲ ਕੇ ਕੀਤਾ, ਅਤੇ ਤੁਸੀਂ ਇਹਦੇ ਵਿੱਚ ਮੋਹਰੀ ਰੋਲ ਨਿਭਾਇਆ ਪਿਛਲੇ 2 ਵਰ੍ਹਿਆਂ ਤੋਂ। ਧੰਨਵਾਦ ਬਹੁਤ ਬਹੁਤ। ਮੈਂ ਅਗਲੇ ਹਫ਼ਤੇ ਕਿਸੇ ਦਿਨ ਪੰਜਾਬ ਦੇ ਪਾਣੀਆਂ ਦੀ ਤੁਹਾਡੇ ਨਾਲ ਡੀਟੇਲਡ ਗੱਲ ਕਰਨੀ ਚਾਹੁੰਦਾ, ਵੀ ਪੰਜਾਬ ਦਾ ਪਾਣੀ ਕਿਸ ਤਰ੍ਹਾਂ ਮੁੱਕ ਰਿਹਾ, ਜਿਹੜਾ ਲੱਗ ਰਿਹਾ ਲੋਕਾਂ ਨੂੰ ਇਹ ਪਾਣੀ ਨਹੀਂ ਮੁੱਕਣਾ 15-16 ਸਾਲ ਤੱਕ, ਹੁਣ ਤੋਂ ਮਤਲਬ 2037, 38, 40 ਤੱਕ ਪੰਜਾਬ ਕਿਹੋ ਜਿਹਾ ਹੋਏਗਾ, ਇਸ ਵਿਸ਼ੇ 'ਤੇ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਚਾਹਾਂਗਾ ਅਗਲੇ ਹਫ਼ਤੇ ਕਿਸੇ ਦਿਨ, ਜਾਂ ਅੱਜ ਦੇ ਦਿਨ ਮੰਗਲਵਾਰ ਅਗਲੇ ਹਫ਼ਤੇ ਆਪਾਂ ਦੁਬਾਰਾ ਗੱਲਬਾਤ ਕਰਾਂਗੇ। ਸ਼ੁਭ ਸ਼ਾਮਾਂ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਧੰਨਵਾਦ ਜੀ। ਗੰਗਵੀਰ ਸਿੰਘ ਰਠੌਰ ਗੱਲਬਾਤ ਕਰ ਰਹੇ ਸਨ ਮੇਰੇ ਨਾਲ। ਅਤੇ ਸੱਚ ਦੀ ਜਿਹੜੀ ਜਿੱਤ ਸਦਾ ਹੁੰਦੀ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਜੇਮਸ ਵੈਬ ਅਰਬਾਂ ਸਾਲ ਪਹਿਲਾਂ ਬਣੇ ਤਾਰਿਆਂ ਨੂੰ ਕਿਵੇਂ ਇਹ ਦੂਰਬੀਨ ਝਾਤ ਕਹਿ ਕੇ ਵੇਖਦੀ ਹੈ। ਨਾਸਾ ਦਾ ਇੱਕ ਐਡਮਿਨਿਸਟ੍ਰੇਟਰ ਜਿਸ ਦਾ ਨਾਮ ਜੇਮਸ ਵੈਬ ਸੀ, ਜਦ ਚੰਦ 'ਤੇ ਅਪੋਲੋ ਗਿਆ ਐਡਮਿਨਿਸਟ੍ਰੇਟਰ ਸੀ, ਉਹਦੇ ਨਾਂ 'ਤੇ 30 ਸਾਲਾਂ ਦੇ ਵਿੱਚ $10 ਅਰਬ ਲਾ ਕੇ ਟੈਨਿਸ ਗਰਾਊਂਡ ਜਿੰਨੀ ਚੌੜੀ ਅਤੇ 3 ਮੰਜ਼ਿਲਾ ਉੱਚੀ ਇਹ ਜੇਮਸ ਵੈਬ ਇੱਕ ਦੂਰਬੀਨ ਬਣਾਈ ਗਈ, ਜਿਸ ਨੂੰ ਪਿਛਲੇ ਸਾਲ ਦਸੰਬਰ 'ਚ ਛੱਡਿਆ ਅਤੇ 15 ਲੱਖ ਕਿਲੋਮੀਟਰ ਦੂਰ ਧਰਤੀ ਤੋਂ ਇਹ ਦੂਰਬੀਨ ਨੂੰ ਸਟੇਸ਼ਨ ਕੀਤਾ। L2 ਲੈਗਰੇਂਜ ਇੱਕ ਪੁਆਇੰਟ ਆ L2। ਹੁਣ ਮੈਂ ਇਹਨੂੰ ਸਮਝਾਊਂਗਾ ਸਿੱਧਿਆਂ ਸ਼ਬਦਾਂ 'ਚ, ਫਿਰ ਅਗਲੇ ਘੰਟੇ 'ਚ ਆਪਾਂ ਗੱਲਾਂ ਬਾਤਾਂ ਕਰਾਂਗੇ। ਆਪਣੇ ਸੌਰ ਮੰਡਲ 'ਚ ਇਹਦਾ ਕਾਰਨ ਕੀ ਸੀ, ਇਹਨੂੰ ਕਿਉਂ ਬਣਾਇਆ ਗਿਆ, ਕਾਰਨ ਇਹਦਾ ਕੀ ਸੀ ਕਿ ਜਦ ਜਿਵੇਂ ਕਹਿੰਦੇ ਆ ਨਾ ਵੀ ਵੱਡਾ ਧਮਾਕਾ ਹੋਇਆ, ਬਿਗ ਬੈਂਗ, ਜਿਹਨੂੰ 13.8 ਲਗਭਗ 14 ਅਰਬ ਸਾਲ ਪਹਿਲਾਂ 13.8 ਬਿਲੀਅਨ ਈਅਰਸ ਪਹਿਲਾਂ ਬਿਗ ਬੈਂਗ ਹੋਇਆ। ਬਹੁਤ ਵੱਡਾ ਧਮਾਕਾ ਹੋਇਆ। ਉਸ ਤੋਂ ਬਾਅਦ ਕਾਲਾ ਯੁੱਗ ਸ਼ੁਰੂ ਹੋਇਆ, ਡਾਰਕ ਏਜ ਸ਼ੁਰੂ ਹੋਈ, ਜਿਹੜੀ 13.7 ਬਿਲੀਅਨ ਸਾਲ ਪਹਿਲਾਂ ਹੋਈ। ਫਿਰ ਤਾਰੇ ਬਣਨ ਲੱਗੇ, ਜਿਹੜੀਆਂ ਗੈਲੈਕਸੀਜ਼ ਨੇ, ਜਿਹੜੀਆਂ ਆਕਾਸ਼ ਗੰਗਾ ਨੇ, ਲਗਭਗ 13 ਅਰਬ ਸਾਲ ਪਹਿਲਾਂ ਉਹ ਸ਼ੁਰੂ ਹੋਈਆਂ। ਉਹ
ਸਾਡੇ ਸੌਰ ਮੰਡਲ ਤੋਂ ਕਿੰਨੀ ਦੂਰ ਨੇ ਉਹਨੂੰ ਪ੍ਰਕਾਸ਼ ਵਰ੍ਹੇ ਦੇ ਵਿੱਚ ਨਾਪਿਆ ਜਾਂਦਾ ਹੈ। ਪ੍ਰਕਾਸ਼ 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਜਿਹੜਾ ਉਹ ਜਿਹੜੀ ਹੈ ਦੂਰੀ ਤੈਅ ਕਰਦਾ ਹੈ। 9.5 ਅਰਬ 9.5 ਖਰਬ ਸਾਲ ਉਹ ਕਹਿ ਰਹੇ ਨੇ 9.5 ਖਰਬ ਕਿਲੋਮੀਟਰ 1 ਸਾਲ ਦੇ ਵਿੱਚ ਪ੍ਰਕਾਸ਼ ਜਾਂਦਾ, ਬਿਯੋਂਡ ਲਿਮਿਟੇਸ਼ਨ ਹੋ ਜਾਂਦਾ ਹੈ। ਹੁਣ ਕੀ ਹੈ ਕਿ ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। 15 ਕਰੋੜ ਕਿਲੋਮੀਟਰ ਦੂਰ ਦਾ ਮਤਲਬ ਵੀ ਸੂਰਜ ਤੋਂ ਸਾਡੇ ਤੱਕ ਪ੍ਰਕਾਸ਼ ਦੀ ਕਿਰਨ 8 ਮਿੰਟ ਦੇ ਵਿੱਚ ਆਉਂਦੀ ਹੈ। ਸੋ ਜੇ ਸੂਰਜ ਬੁੱਝ ਜਾਵੇ ਤਾਂ 8 ਮਿੰਟ ਬਾਅਦ ਧਰਤੀ ਤੇ ਹਨੇਰਾ ਹੋ ਜਾਣਾ। ਇਸੇ ਤਰ੍ਹਾਂ ਹੁਣ ਤੱਕ 4 ਪ੍ਰਕਾਸ਼ ਵਰ੍ਹੇ ਦੂਰ ਇੱਕ ਤਾਰਾ ਜਿਹੜਾ ਉਹ ਲੱਭਿਆ ਗਿਆ ਸਾਡੇ ਸੌਰ ਮੰਡਲ ਤੋਂ ਬਾਹਰ, ਜਿਸ ਦਾ ਨਾਮ ਪ੍ਰੋਕਸੀਮਾ ਸੈਂਚੁਰੀ ਹੈ, ਉਹ ਲੱਭਿਆ ਗਿਆ। ਹੁਣ ਜਿਹੜਾ ਜੇਮਸ ਵੈਬ ਨੇ ਕੀ ਕਰਨਾ ਹੈ, ਇਸ ਟੈਲੀਸਕੋਪ ਨੇ ਕੀ ਕਰਨਾ ਹੈ ਵੀ ਸਾਡੇ ਸੌਰ ਮੰਡਲ ਤੋਂ ਦੂਰ ਕਿੰਨੀਆਂ ਆਕਾਸ਼ ਗੰਗਾ ਨੇ, ਕਿੱਥੇ ਤੱਕ, ਲਗਭਗ 13 ਅਰਬ ਸਾਲ ਦੂਰ ਤੱਕ ਉਹਨਾਂ ਤਾਰਿਆਂ ਦੀ, ਕਿਉਂਕਿ ਜਦ ਪਹਿਲੀ ਗਲੈਕਸੀ 13 ਅਰਬ ਸਾਲ ਬਣੀ 13 ਅਰਬ ਸਾਲ ਪਹਿਲਾਂ ਬਣੀ, ਉਹਦੀ ਪ੍ਰਕਾਸ਼ ਦੀ ਮਤਲਬ ਉੱਥੇ ਪਹਿਲੇ ਜਿਹੜਾ ਤਾਰਾ ਟਿਮਟਮਾਇਆ ਉਸ ਦੀ ਰੋਸ਼ਨੀ ਸਾਡੇ ਤੱਕ ਇਸ ਧਰਤ ਤੱਕ ਪਹੁੰਚਣ ਲਈ 13 ਅਰਬ ਸਾਲ ਬਣੀ, ਉਹਨੂੰ ਉਹਨੇ ਵੇਖਣਾ। ਇਹਦਾ ਨਾਮ ਹੈ ਜੇਮਸ ਵੈਬ। ਤੇ ਇਸ ਨੇ ਇੱਕ ਪਹਿਲਾਂ ਵੀ ਚੱਲ ਰਹੀ ਹੈ ਜਿਹੜੀ ਹਬਲ ਟੈਲੀਸਕੋਪ ਆ, ਉਹ ਧਰਤੀ ਦਾ ਗੇੜਾ ਕੱਢ ਰਹੀ ਹੈ, ਧਰਤੀ ਦੇ ਪੰਧ ਤੇ ਆ ਤੇ ਉਹ ਧਰਤੀ ਦੀ ਆਰਬਿਟਿੰਗ ਕਰ ਰਹੀ ਹੈ। ਇਸ ਨੇ ਜੇ ਐਨੀਮੇਸ਼ਨ ਇਸ ਦੀ ਦੇਖੋ ਨਾਸਾ ਤੇ, ਇਹਨੇ ਧਰਤੀ ਦਾ ਪੰਧ ਕੱਢਦੇ ਕੱਢਦੇ ਧਰਤੀ ਦੇ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ, ਧਰਤੀ ਵਾਂਗੂ ਇਹਨੇ ਘੁੰਮਦੇ ਘੁੰਮਦੇ ਧਰਤੀ ਦੇ ਬਰਾਬਰ 100 ਸੂਰਜ ਤੋਂ ਦੂਜੇ ਬੰਨੇ ਉੱਥੇ L2 ਲੈਗਰੇਂਜ ਪੁਆਇੰਟ ਹੈ, 4 ਪੁਆਇੰਟ ਬਣਾਏ ਹੋਏ ਨੇ ਗੁਰੂਤਾ ਸ਼ਕਤੀ ਦੇ। ਲੈਗਰੇਂਜ ਪੁਆਇੰਟ ਕੀ ਹੈ ਕਿ ਸੂਰਜ ਦੇ ਆਲੇ ਦੁਆਲੇ ਉਹਨੇ 4 ਪੁਆਇੰਟ ਬਣਾਏ ਹੋਏ ਨੇ, L1 ਨਾ 5, L2, L3, L4, L5। ਜਿੱਥੇ ਧਰਤੀ ਆਲੇ ਦੁਆਲੇ ਘੁੰਮਦੀ ਹੈ ਉਸ ਤੇ ਜਗ੍ਹਾ ਤੇ ਗੁਰੂਤਾ ਸ਼ਕਤੀ ਸੂਰਜ ਦੀ ਤੇ ਧਰਤੀ ਦੀ ਉਹਨਾਂ ਪੁਆਇੰਟਾਂ ਤੇ ਬਰਾਬਰ ਹੁੰਦੀ ਹੈ। ਇਸ ਦੇ ਲਈ ਇਸ ਨੂੰ L2 ਤੇ ਕੀਤਾ ਗਿਆ। L2 ਜੇ ਲਾਈਨ 'ਚ ਵੇਖਿਆ ਜਾਵੇ ਸੂਰਜ ਹੈ, ਸੂਰਜ ਤੋਂ ਧਰਤੀ ਵੱਲ ਨੂੰ ਜੇ ਆਈਏ, ਧਰਤੀ ਤੋਂ ਦੂਸਰੇ ਬੰਨੇ L2 ਤੇ ਇਸ ਨੂੰ ਜਿਹੜਾ ਉਹ ਰੱਖਿਆ ਗਿਆ, ਜਿਹੜਾ ਧਰਤੀ ਤੋਂ 15 ਲੱਖ ਕਿਲੋਮੀਟਰ ਹੈ। ਜਿਹੜੀ ਹਬਲ ਹੈ ਉਹ ਧਰਤੀ ਤੋਂ 570 ਕਿਲੋਮੀਟਰ ਉੱਪਰ ਜਿਹੜਾ ਉਹ ਧਰਤੀ ਦੇ ਗੇੜੇ ਕੱਢ ਰਹੀ ਹੈ। ਨਾਲ ਨਾਲ ਉਹ ਦੂਜੇ ਸੋਲਰ ਸਿਸਟਮ ਤੋਂ ਦੂਰ ਯੂਨੀਵਰਸ ਜਿਹੜੇ ਦੇ ਵਿੱਚ ਝਾਕਦੀ ਹੈ। ਚੰਦ ਦਾ ਜਿਹੜਾ ਹੈ 3,84,400 ਕਿਲੋਮੀਟਰ ਹੈ ਧਰਤੀ ਤੋਂ, ਤੇ ਜੇਮਸ ਵੈਬ ਧਰਤੀ ਤੋਂ 15 ਲੱਖ ਕਿਲੋਮੀਟਰ ਸੂਰਜ ਵਾਲੇ ਪਾਸੇ ਤੋਂ ਦੂਜੇ ਵਾਲੇ ਪਾਸੇ ਨੂੰ। ਦੂਜੇ ਵਾਲੇ ਪਾਸੇ ਦਾ ਮਤਲਬ ਹੈ ਜਿੱਧਰ ਸੂਰਜ ਦੇ ਨਾਲ ਜਿਹੜੇ ਦੂਜੇ ਗ੍ਰਹਿਆਂ ਤੋਂ ਲਾਈਨ ਸ਼ੁਰੂ ਹੁੰਦੀ ਹੈ, ਵੀਨਸ ਸੋਨਾ ਤੋਂ ਬੁੱਧ ਤੇ ਸ਼ੁੱਕਰ ਵਾਲਿਆਂ ਤੋਂ ਅੱਗੇ ਫਿਰ ਧਰਤੀ ਆਉਂਦੀ ਹੈ। ਧਰਤੀ ਤੋਂ ਦੂਸਰੇ ਪਾਸੇ ਨੂੰ ਇਹਨੂੰ L2 ਤੇ ਖੜਾਇਆ ਹੋਇਆ। ਸੂਰਜ ਹੈ, ਸੂਰਜ ਤੋਂ ਬਾਅਦ ਮਰਕਰੀ ਹੈ, ਮਰਕਰੀ ਤੋਂ ਬਾਅਦ ਵੈਨਸ ਹੈ, ਵੈਨਸ ਤੋਂ ਬਾਅਦ ਧਰਤੀ ਹੈ। ਧਰਤੀ ਤੋਂ ਸੂਰਜ ਜਿਵੇਂ ਦੱਸਿਆ ਮੈਂ 15 ਕਰੋੜ ਕਿਲੋਮੀਟਰ ਹੈ। ਇਹਨੂੰ 15 ਲੱਖ ਕਿਲੋਮੀਟਰ ਤੇ ਉਹਨਾਂ ਨੇ L2 ਤੇ ਖੜਾਇਆ। ਤੇ ਇਹ ਧਰਤੀ ਦਾ ਨਹੀਂ, ਸੂਰਜ ਦਾ, ਜਿਵੇਂ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਸੇਮ ਲਾਈਨ ਤੇ ਜੇਮਸ ਵੈਬ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ। ਕਾਰਨ ਕੀ ਹੈ? ਉਸ ਜਗ੍ਹਾ ਤੇ ਇਹਦੀਆਂ 2 ਸ਼ੀਲਡਾਂ ਨੇ, 2 ਸਾਈਡ ਨੇ
ਇਸ ਦੀਆਂ ਸੂਰਜ ਦੀ ਤਪਸ਼ ਕੋਈ ਵੀ ਉਹ ਸੂਰਜ ਦੀ ਗਰਮੀ ਤੋਂ ਬਚਾਉਣ ਲਈ ਸਭ ਤੋਂ ਵੱਡੀ ਟੈਲੀਸਕੋਪ ਦਾ ਕੰਮ ਹੈ ਵੀ ਉਹਨੂੰ ਗਰਮੀ ਤੋਂ ਬਚਾਇਆ ਜਾਵੇ। ਇਸ ਦਾ ਜਿਹੜੀਆਂ ਦੋ ਸਾਈਡਾਂ ਵੈਬ ਟੈਲੀਸਕੋਪ ਦੀਆਂ ਨੇ, ਇੱਕ ਬੰਨੇ ਤੁਸੀਂ ਦੇਖਿਓ 8 ਭੁਜੀ ਸ਼ੀਸ਼ਿਆਂ ਦੇ ਜਿਹਦੇ ਤੇ ਸੋਨੇ ਦੀ ਪਰਤ ਚੜ੍ਹੀ ਹੋਈ ਹੈ, ਉਹ ਲੈਂਜ਼ ਹੈ। ਉਹ ਲੈਂਜ਼ ਦੇ ਹੌਟ ਸਾਈਡ ਆ ਸੂਰਜ ਵਾਲੇ ਪਾਸੇ, ਉੱਥੇ 85 ਡਿਗਰੀ ਸੈਲਸੀਅਸ ਆ ਸੋਲਰ ਪੈਨਲ ਨੇ ਜਿਹੜੇ ਉੱਥੇ ਸੋਲਰ ਪੈਨਲ ਨੇ ਜਿਹਦੇ ਨਾਲ ਇਹਨੂੰ એનર્ਜੀ ਦੇਣੀ ਆ ਉਹਨਾਂ ਨੇ। ਕਮਿਊਨੀਕੇਸ਼ਨ ਐਂਟੀਨਾ ਉੱਥੇ ਹੀ ਆ, ਉੱਥੇ ਹੀ ਕੰਪਿਊਟਰ ਆ, ਉੱਥੇ ਹੀ ਸਟੀਅਰਿੰਗ ਆ, ਰਿਐਕਸ਼ਨ ਵੀਲ ਤੇ ਜੈਟ ਨੇ ਜਿਹੜੀ ਲਾਈਟ ਸੂਰਜ ਤੋਂ ਇਹ ਲੈਂਦੀ ਆ। ਦੂਜੇ ਬੰਨੇ ਜਿੱਥੋਂ ਇਹਨੇ ਠੰਡਾ ਜਿਹੜਾ ਦੂਜੇ ਬੰਨੇ ਜਿਹਦਾ ਸੂਰਜ ਦੀ ਤਪਸ਼ ਨੂੰ ਰੋਕ ਕੇ ਜਿਹੜੇ ਮੇਨ ਇਹਦੇ ਸਾਇੰਸ ਦੇ ਇੰਸਟਰੂਮੈਂਟ ਨੇ, ਡਿਟੈਕਟਰਸ ਨੇ, ਫਿਲਟਰਸ ਨੇ, ਸੈਕੰਡ ਮਿਰਰ ਹੈ ਜਿਹੜਾ ਉਹ ਹੈਗੀ -233 ਡਿਗਰੀ ਸੈਲਸੀਅਸ। ਤੁਸੀਂ ਦੇਖੋ ਇੱਕੇ ਟੈਲੀਸਕੋਪ ਤੇ ਇੱਕ ਬੰਨੇ ਸੂਰਜ ਦੀਆਂ ਕਿਰਨਾਂ ਨੂੰ ਰੋਕ ਕੇ ਦੂਜੇ ਬੰਨੇ -233 ਡਿਗਰੀ ਸੈਲਸੀਅਸ ਹੈ, ਇੱਕ +85 ਡਿਗਰੀ ਹੈ। ਸੋ ਲਗਭਗ 320 ਡਿਗਰੀ ਦਾ ਫਰਕ ਆ ਇੱਕ ਹੀ ਖੁਰਦਬੀਨ ਦੇ ਵਿੱਚ, ਟੈਲੀਸਕੋਪ ਦੇ ਵਿੱਚ। ਉਚਾਈ ਇਹਦੀ ਲਗਭਗ 3 ਮੰਜ਼ਿਲਾ, ਵੱਡੀ ਹੈ ਟੈਨਿਸ ਗਰਾਊਂਡ ਜਿੰਨੀ ਆ, ਤੇ $10 ਅਰਬ ਲੱਗਿਆ ਤੇ 30 ਸਾਲਾਂ ਦੇ ਵਿੱਚ ਬਣੀ ਹੈ। ਸੋ ਇਹ ਜਿਹੜੀ L2 ਤੇ ਇਸ ਨੂੰ ਫਿਕਸ ਕੀਤਾ ਤੇ ਉੱਥੇ ਇਹਨੇ ਫਿਰ ਜਿਹੜੀਆਂ ਨੇ ਇਹ ਯੂਨੀਵਰਸ ਵੱਲ ਹੀਟ ਦੇ ਨਾਲ, ਇੱਕ ਤਾਂ ਹੈ ਪ੍ਰਕਾਸ਼ ਜਿਹੜਾ ਸਾਨੂੰ ਦਿਖਦਾ, ਦੂਜਾ ਪ੍ਰਕਾਸ਼ ਆ ਜਿਹੜੀ ਤਪਸ਼ ਦੇ ਨਾਲ ਲਾਲ, ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਪਰ ਵੇਖ ਨਹੀਂ ਸਕਦੇ। ਜੇ ਪ੍ਰਿਜ਼ਮ ਦੇ ਵਿੱਚ ਦੀ ਤੁਸੀਂ ਸੂਰਜ ਨੂੰ ਆਪਣੇ ਪ੍ਰਕਾਸ਼ ਨੂੰ ਵੇਖੋ ਤਾਂ ਉਹਦੇ ਵਿੱਚ ਅਲੱਗ-ਅਲੱਗ ਜਿਵੇਂ ਰੇਨਬੋ ਆ, ਜਿਵੇਂ ਸਤਰੰਗੀ ਪੀਂਘ ਹੈ, ਉਹਦੇ ਵਿੱਚ ਜਿਸ ਤਰ੍ਹਾਂ ਦਾ ਲਾਲ ਰੰਗ ਹੈ ਇਨਫਰਾਰੈਡ, ਜਿਹੜੀ ਉਹਦੀ ਤਪਸ਼ ਦੇ ਨਾਲ ਇਹਨੇ ਅਰਬਾਂ ਹੀ ਪ੍ਰਕਾਸ਼ ਵਰੇ ਦੂਰ ਜਿਹੜੇ ਤਾਰੇ ਸੀ ਉਹਨਾਂ ਨੂੰ ਇਹਨੇ ਵੇਖਣਾ। ਇਹ 1 ਮਹੀਨੇ 'ਚ ਆਪਣੇ L2 ਦੀ ਜਗ੍ਹਾ ਤੇ ਪਹੁੰਚ ਗਈ ਸੀ, ਪਰ ਜਨਵਰੀ ਤੋਂ ਲੈ ਕੇ ਜੁਲਾਈ ਤੱਕ 6 ਮਹੀਨਿਆਂ ਦੇ ਵਿੱਚ ਇਹ ਸਾਰਾ ਸਿਸਟਮ ਇਸਨੇ ਡਿਵੈਲਪ ਕੀਤਾ। ਜਿਹੜੀਆਂ ਲਾਂਚ ਹੋਈਆਂ, ਇਸ ਦਾ ਕਿਸ ਤਰ੍ਹਾਂ ਕਿਹੜੀ ਪੁਜਾ ਹੋਈ, ਕਿਹੜੀ ਚੀਜ਼ ਕਿਸ ਤਰ੍ਹਾਂ ਬਣੀ, ਅਨਫੋਲਡ ਹੋਈ, ਕਿਵੇਂ ਉਸਨੂੰ ਇਹਨੂੰ ਟਕਿਆ। ਇਹਦੇ ਸਟੇਸ਼ਨ ਜਿਹੜੇ ਬਣਾਏ ਨੇ ਜਿੱਥੋਂ ਇਸਨੇ ਇਹਦਾ ਡੇਟਾ ਜਿਹੜਾ ਟਰਾਂਸਫਰ ਹੋਣਾ, ਆਸਟ੍ਰੇਲੀਆ 'ਚ, ਸਪੇਨ 'ਚ ਅਤੇ ਕੈਲੀਫੋਰਨੀਆ 'ਚ 3 ਜਗ੍ਹਾ ਇਹਦੇ ਵੱਡੇ ਸਟੇਸ਼ਨ ਬਣਾਏ ਹੋਏ ਨੇ। ਅਤੇ ਇਸਨੇ ਜਿਹੜੀਆਂ ਪਹਿਲੀਆਂ ਇਮੇਜ ਜਿਹੜੀਆਂ ਭੇਜੀਆਂ, ਜਿਹੜਾ ਇਹਨੇ ਪ੍ਰਤੱਖ ਬਣਾ ਕੇ ਭੇਜੀਆਂ, ਉਹ ਪਿਕਚਰ ਜਿਹੜੀਆਂ ਨੇ ਉਹਨੂੰ ਵੇਖ ਕੇ ਲੋਕ ਹੈਰਾਨ ਹੋ ਰਹੇ ਨੇ। ਅਤੇ ਜਿਸ ਦਾ ਨਾਮ SMACS 0733 ਹੈ, ਅਤੇ ਸ਼ੁਰੂ ਦੇ ਇਸ ਬ੍ਰਹਿਮੰਡ ਦੇ ਉਹਨਾਂ ਤਾਰਿਆਂ ਦੀ ਇਹਨੇ ਫੋਟੋ ਭੇਜੀ ਹੈ, ਇਮੇਜ ਭੇਜੀ ਹੈ, ਅਤੇ ਜਿੱਥੋਂ ਇਹ ਦੁਨੀਆ ਜਿਹੜੀ ਇਹ ਜਿਹੜਾ ਪੁਲਾੜ ਨਾ ਕਹਾਂ, ਜਿਹੜੇ ਬ੍ਰਹਿਮੰਡ ਜਿਹੜਾ ਸਾਰਾ ਇਹ ਉਹ ਸ਼ੁਰੂ ਜਿਹੜਾ ਹੋਇਆ। ਇਹਦਾ 6.5 ਮੀਟਰ ਦਾ ਗੋਲਡਨ ਮਿਰਰ ਹੈ, ਜਿਹੜਾ ਸੁਪਰ ਸੈਂਸਿਟਿਵ ਇਨਫਰਾਰੈਡ ਇੰਸਟਰੂਮੈਂਟ ਹੈ, ਜਿਹੜਾ ਡਿਟੈਕਟ ਕਰਦਾ ਪਿਕਚਰਾਂ। ਅਤੇ ਜਿਹੜੀਆਂ ਗਲੈਕਸੀਜ਼ ਸ਼ੁਰੂ ਹੋਈਆਂ ਅਬਾਊਟ 1/2 ਬਿਲੀਅਨ 600 ਮਿਲੀਅਨ ਸਾਲ ਬਾਅਦ, 60 ਕਰੋੜ ਸਾਲ ਬਾਅਦ ਬਿਗ ਬੈਂਗ ਤੋਂ, ਅਤੇ ਉੱਥੋਂ ਹੁਣ ਇਹਨੇ ਫੋਟੋਆਂ ਖਿੱਚ ਕੇ ਲੈ ਕੇ ਆਉਣੀਆਂ ਨੇ। ਜਿਹੜਾ 0723 ਹੈ, ਇਹ ਇਸ ਦੀਆਂ ਜਿਹੜਾ ਇਹ ਜਾਇੰਟ ਪਲੈਨਟ ਜਿਹੜੇ ਇਸ ਨੂੰ ਕਹਿ ਰਹੇ ਨੇ ਲੋਕੇਟਡ ਹੈ 1000 ਲਾਈਟ ਈਅਰ ਧਰਤੀ ਤੋਂ ਦੂਰ, 9.5 ਅਰਬ ਕਿਲੋਮੀਟਰ ਨੂੰ ਲਾ ਲਓ, 1 ਸਾਲ ਅਤੇ +1000। ਜਾਣੀ ਆਪਣੇ ਗਿਣਤੀ ਵਾਲੀ ਕਹਾਣੀ ਹੈ ਨਹੀਂ, ਬਸ ਇਹ ਆਪਾਂ ਇਹਦਾ ਦਿਮਾਗ 'ਚ ਇਹ ਵਸਾਉਣੀ ਆ ਵੀ ਸ਼ੁਰੂ ਦੇ ਵੱਡੇ ਧੰਦੂਕਾਰੇ ਤੋਂ ਅਰਬਨ
ਜਿਹੜਾ ਇੱਕ ਸ਼ਬਦ ਹੈ ਅਰਬਨ ਨਰਮਦ ਧੰਦੂਕਾਰਾ, ਸ਼ਾਇਦ ਮੈਂ ਉਹ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਵੀ ਮੈਂ ਘੰਟੇ ਤੋਂ ਅਗਲੇ ਖਬਰਾਂ ਤੋਂ ਬਾਅਦ ਮੈਂ ਤੁਹਾਡੇ ਸਨਮੁਖ ਕਰਾਂਗਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ। ਅਤੇ ਇਹ ਚੀਜ਼ਾਂ ਜਿਹੜੀਆਂ ਅੱਜ ਜੇਮਸ ਵੈਬ ਖਿੱਚ ਰਹੀ ਹੈ, ਬਣਾ ਰਹੀ ਹੈ, ਦਿਖਾ ਰਹੀ ਹੈ, ਇਹਨੇ ਇੱਕ ਨਵਾਂ ਅਧਿਆਏ ਇਸ ਯੂਨੀਵਰਸ ਦੇ ਵਿੱਚ ਛੇੜਿਆ ਅਤੇ ਇਸ ਨੇ ਉੱਥੇ ਤੱਕ ਪਹੁੰਚ ਕਰਨੀ ਹੈ ਜੇ ਪਹਿਲੇ ਤਾਰੇ ਵੱਡੇ ਧਮਾਕੇ ਤੋਂ ਬਾਅਦ ਬਣੇ। ਵਾਪਸ ਆਉਣਾ ਖਬਰਾਂ ਤੋਂ ਬਾਅਦ, ਅਤੇ ਤੁਸੀਂ ਵੀ ਤਿਆਰੀ ਕਰੋ ਇਸ ਵਿਸ਼ੇ 'ਤੇ, ਆਪਾਂ ਰਲ ਮਿਲ ਕੇ ਗੱਲ ਕਰਾਂਗੇ। ਅਥਾਹ ਇਹ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਇਹ ਆਪਾਂ ਰਲ ਕੇ ਗੱਲਬਾਤ ਇਸ 'ਤੇ ਕਰਾਂਗੇ। ਸਰਪਾਲ ਸਿੰਘ ਪੁਰੇਵਾਲ ਉਹਨਾਂ ਨਾਲ ਮੈਂ ਕੋਸ਼ਿਸ਼ ਕੀਤੀ ਅੱਜ ਗੱਲ ਕਰਨ ਦੀ, ਪਰ ਉਹ ਹਸਪਤਾਲ ਸਨ, ਗੱਲ ਨਹੀਂ ਕਰ ਸਕੇ। ਜਦੋਂ ਮਿਲੇ ਉਸੇ ਸਮੇਂ ਹੀ ਉਹਨਾਂ ਨਾਲ ਮੈਂ ਜਿਹੜੀ ਗੱਲ ਕਰਨੀ ਹੈ ਇਹ ਜੇਮਸ ਵੈਬ ਦੇ ਬਾਰੇ, ਵੀ ਇਹ ਕਿਸ ਤਰ੍ਹਾਂ L2 ਪੁਆਇੰਟ 'ਤੇ ਲੈਗਰੇਂਜ 2 ਜਿਹੜਾ ਧਰਤੀ ਦੇ ਚੰਦ ਆਲੇ ਦੁਆਲੇ ਘੁੰਮਦਾ, ਹਬਲ ਵੀ ਆਲੇ ਦੁਆਲੇ ਘੁੰਮਦੀ ਹੈ, ਪਰ ਇਸ ਨੇ ਇਹ ਜਿਹੜੀਆਂ ਇਮੇਜ ਲੈਂਦੀ ਹੈ, ਬਿੰਬ ਜਿਹੜਾ ਲੈਂਦੀ ਹੈ, ਉਹ ਹੀਟ ਦੇ ਨਾਲ ਲੈਂਦੀ ਹੈ। ਜਿਵੇਂ ਤੁਸੀਂ ਯਾਦ ਹੋਵੇ ਤੁਹਾਨੂੰ ਕਿ ਪੁਲਿਸ ਵਾਲੇ ਜਾਂ ਮਿਲਟਰੀ ਵਾਲੇ ਰਾਤ ਨੂੰ ਖਾਸ ਇਨਫਰਾਰੈਡ ਲੈਂਸ ਲਾ ਕੇ ਬੋਡੀ ਦੀ ਹੀਟ ਦੇ ਨਾਲ ਬੰਦਾ ਦੇਖਦੇ ਨੇ, ਚਾਨਣ 'ਚ ਨਹੀਂ। ਜਿੱਥੇ ਉਹਨਾਂ ਨੂੰ ਆਕਾਰ ਲਾਲ ਦਿਖਦਾ ਉੱਥੇ ਗੋਲੀ ਮਾਰ ਦਿੰਦੇ ਆ। ਇਸ ਤਰ੍ਹਾਂ ਹੀ ਇਹਨਾਂ ਨੇ ਵੀ ਇਸ ਜੇਮਸ ਵੈਬ ਦੇ ਨਾਲ ਦੂਰ ਦੇ, ਕਿਉਂਕਿ ਜਿਹੜੇ ਜਦ ਇਹ ਸਾਡਾ ਇਹ ਆਕਾਸ਼ ਗੰਗਾ ਬਣਨੀਆਂ ਸ਼ੁਰੂ ਹੋਈਆਂ, ਗਲੈਕਸੀਜ਼ ਬਣਨੀਆਂ ਸ਼ੁਰੂ ਹੋਈਆਂ ਬਿਗ ਬੈਂਗ ਤੋਂ ਅਬਾਊਟ 800 ਮਿਲੀਅਨ ਸਾਲ ਬਾਅਦ, 13.8 ਬਿਲੀਅਨ ਸਾਲ ਪਹਿਲਾਂ ਬੈਂਗ ਹੋਇਆ, ਅਤੇ 13 ਬਿਲੀਅਨ ਤੋਂ ਬਾਅਦ 13 ਅਰਬ ਸਾਲਾਂ ਅੱਜ ਤੋਂ ਪਹਿਲੇ ਇਹ ਤਾਰੇ ਬਣਨ ਲੱਗੇ। ਉਹਨਾਂ ਤਾਰਿਆਂ ਤੱਕ ਪਹੁੰਚ ਨਹੀਂ ਸੀ ਹੋ ਰਹੀ। ਵਿੱਚ ਰਾਹ ਦੇ ਵਿੱਚ ਗਰਦਾਂ ਨੇ, ਪਹਾੜ ਨੁਮਾ ਧਰਤੀ ਦੇ ਉਹਨਾਂ ਤਾਰਿਆਂ ਦੇ ਆਲੇ ਦੁਆਲੇ ਸੰਗ੍ਰਹਿ ਆ ਤਾਰਿਆਂ ਦਾ, ਫਿਰ ਗੈਸ ਆ, ਡਸਟ ਹੈ, ਉਹਨਾਂ ਦੇ ਵਿੱਚੋਂ ਹੀਟ ਦੇ ਰਾਹੀਂ ਉਸਨੇ, ਜੇਮਸ ਵੈਬ ਨੇ ਹੀਟ ਦੇ ਰਾਹੀਂ ਉਹਨਾਂ ਦੇ ਆਕਾਰ ਉਹ ਇਮੇਜ ਭੇਜ ਰਹੀ ਹੈ। ਹੈਰਾਨੀ ਦੀ ਗੱਲ ਹੈ, 30 ਸਾਲਾਂ ਦੇ ਵਿੱਚ ਉਹਨੂੰ ਬਣਾਇਆ, 10 ਅਰਬ ਸਾਲ ਲਾਇਆ, ਬਹੁਤ ਵੱਡਾ ਆਕਾਰ ਹੈ, ਅਤੇ ਉਸ ਨੂੰ ਉਸ ਪੁਆਇੰਟ 'ਤੇ ਰੱਖਿਆ ਜਿੱਥੇ ਧਰਤੀ ਉਹਦੇ ਸੰਨ 'ਚ ਆ ਰਹੀ ਹੈ, ਸਮੁੰਦਰ ਆਪਣੇ ਜਿਹੜੀ ਸੂਰਜ ਦੇ ਸੰਨ 'ਚ, ਅਤੇ ਇੱਕ ਲਾਈਨ 'ਚ ਧਰਤੀ ਦੇ ਵਾਂਗ ਹੀ ਉਹ ਔਰਬਿਟਿੰਗ ਕਰ ਰਿਹਾ, ਘੁੰਮ ਰਿਹਾ ਆਲੇ ਦੁਆਲੇ। ਅਤੇ ਤੁਹਾਨੂੰ ਮੈਂ ਹੀਟ ਦੱਸ ਕੇ ਹਟਿਆ, ਉਹਦੇ ਜਿਹੜੇ ਪੈਨਲ ਨੇ, ਜਿੱਥੇ ਉਹ ਸੋਲਰ ਪੈਨਲ ਨੇ ਉਹ ਉਸ ਨੂੰ ਸ਼ਕਤੀ ਦਿੰਦੇ ਨੇ, ਉੱਥੋਂ ਹੀ ਉਸ ਨੂੰ ਗਰਮੀ ਤੋਂ ਬਚਾਉਂਦੇ ਨੇ। 85 ਡਿਗਰੀ ਸੈਲਸੀਅਸ ਪਲੱਸ 85 ਹੈ, ਅਤੇ ਗਰਮੀ ਵਾਲੇ ਪਾਸੇ ਦੂਜੇ ਬੰਨੇ ਜਿੱਥੇ ਆਪਰੇਟ ਕਰਦੀ ਆ ਉਹ -233 ਡਿਗਰੀ 'ਤੇ ਕਰਦੀ ਹੈ। ਹੁਣ ਬਾਕੀ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਐਡ ਇਨ ਕਰਿਓ। ਇਹ ਬਹੁਤ ਵੱਡਾ ਵਿਸ਼ਾਲ ਇੱਕ ਜਿਹੜਾ ਸਬਜੈਕਟ ਹੈ ਜਿਹਦੇ 'ਤੇ ਮੈਂ ਕੁਝ ਗੱਲਾਂ ਕਰ ਸਕਿਆ। ਬਾਕੀ ਤੁਹਾਡਾ ਅਲੱਗ-ਅਲੱਗ ਇਸ ਦਾ, ਕਿਉਂਕਿ ਥਾਂ ਨਹੀਂ ਹੈ ਇਸ ਚੀਜ਼ ਦੀ, ਤੁਸੀਂ ਵੀ ਅਲੱਗ-ਅਲੱਗ ਪੁਆਇੰਟ ਜਿਹੜੇ ਨੇ ਉਹ ਇਹਦੇ 'ਤੇ ਨਾਪੇ ਹੋਣਗੇ। ਤੁਸੀਂ ਆਪਣੀ ਇਹ 'ਚ ਇਨਪੁਟ ਪਾਓ। ਸੁਨੀਲ ਜੀ ਪਹਿਲੇ ਕਾਲਰ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਮੈਂ ਡਾਕੂਮੈਂਟ ਲੈਣੇ, ਮੈਂ 2-3 ਵਿਸ਼ੇ ਤੁਹਾਡੇ ਨਾਲ ਸਾਂਝੇ ਕਰਨੇ ਆ। ਕਰੋ ਜੀ। ਪਹਿਲਾਂ ਤਾਂ ਜਿਹੜਾ ਮੁੰਡਾ ਬੋਲ ਕੇ ਗਿਆ ਰਠੌਰ, ਉਹਦਾ ਤੇ ਜਿਹੜੇ ਉਹਦੇ ਨਾਲ ਦੇ ਜਿੰਨੇ ਵੀ ਵਲੰਟੀਅਰ ਜਾਂ ਐਕਟਿਵਿਸਟ, ਉਹਨਾਂ ਦਾ ਧੰਨਵਾਦ ਸਾਡਾ ਕਰਨਾ ਬਣਦਾ। ਇਸ ਕਰਕੇ ਨਹੀਂ ਵੀ ਉਹਨਾਂ ਨੇ ਇਹ ਰੋਕ ਲਿਆ, ਇਸ ਕਰਕੇ ਕਿ ਜਿਸ ਪੰਜਾਬ ਦੇ ਬਾਰੇ ਇਹ ਕਿਹਾ ਜਾਂਦਾ ਵੀ ਉੱਥੇ ਸਾਰੇ ਹੁਣ ਬੰਦੇ ਨਸ਼ੇੜੀ ਤੇ ਉਹ ਬੈਠੇ ਆ, ਇਹ ਉਹੀ ਸਾਡੇ ਜਵਾਕ ਉੱਥੇ ਬੈਠੇ ਆ ਜਿਹੜੇ ਕਿ ਹੁਣ ਇਹ ਹਮਲਾ ਕਰ ਰਿਹਾ ਕਿ ਸਰਕਾਰ ਨੂੰ ਚੈਲੰਜ ਕਰ ਰਹੇ ਆ ਉਹਨਾਂ ਦੀਆਂ ਨੀਤੀਆਂ ਬਾਰੇ। ਇਹ ਸਾਰਿਆਂ ਨਾਲੋਂ ਵੱਡੀ ਗੱਲ ਆ, ਕਿਉਂਕਿ ਇਹ ਅੱਗੇ ਨਹੀਂ ਹੋ ਰਿਹਾ ਸੀ, ਇਹ ਹੁਣ ਹੋ ਰਿਹਾ। ਇਹਦਾ ਮਤਲਬ ਉਹ ਸਾਡੇ ਅੰਦਰ ਲੁਕਿਆ ਸੀਗਾ, ਲੇਟੈਂਟ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਛੁਪਿਆ ਸੀਗਾ,
ਬਾਹਰ ਨਹੀਂ ਆ ਰਿਹਾ ਸੀ, ਹੁਣ ਇਹ ਬਾਹਰ ਹੋ ਕੇ ਆ ਰਿਹਾ, ਜਿਹਦੇ ਵਿੱਚ ਮੈਂ ਇਹ ਵੀ ਕਹਿ ਰਿਹਾ ਵੀ ਕਿਸਾਨ ਮੋਰਚੇ ਦਾ ਵੀ ਇੱਕ ਰੋਲ ਹੈਗਾ ਹੈ। ਜੀ ਜੀ, ਡਜ਼ਨਟ ਮੈਟਰ ਉਹਦੇ ਕੀ ਫੈਸਲੇ ਹੋਏ ਜਾਂ ਕੌਣ ਕਿੱਦਾਂ ਕਰ ਰਿਹਾ। ਦੂਜੀ ਗੱਲ, ਮੈਂ ਇੱਕ ਗੱਲ ਦੀ ਅੱਜ ਤੁਹਾਨੂੰ ਇੱਕ ਐਜ਼ ਏ ਫਰੈਂਡ ਤੇ ਮੈਂ ਐਜ਼ ਏ ਕਾਲਰ ਵੀ ਕਹਿਣਾ ਚਾਹੁੰਦਾ ਜੀ, ਜਦੋਂ ਤੁਸੀਂ ਬੋਲ ਰਹੇ ਸੀਗੇ ਕਿ ਨਾ ਜੇਮਸ ਵੈਬ ਦੀ ਟੈਲੀਸਕੋਪ ਬਾਰੇ ਦੀ ਐਕਸਪਲੇਨੇਸ਼ਨ ਤੁਸੀਂ ਪੰਜਾਬੀ 'ਚ ਕੀਤੀ ਆ, ਉਹ ਬਹੁਤ ਸ਼ਾਨਦਾਰ ਸੀਗੀ। ਕਿਉਂਕਿ ਆਮ ਤੌਰ 'ਤੇ ਕਹਿੰਦੇ ਦੇਖੋ ਜੀ, ਜਿਹੜੀਆਂ ਸਾਇੰਟੀਫਿਕ ਚੀਜ਼ਾਂ ਨੇ ਉਹਨਾਂ ਨੂੰ ਪੰਜਾਬੀ 'ਚ ਐਕਸਪਲੇਨ ਕਰਨ ਵਾਸਤੇ ਸਾਡੇ ਕੋਲ ਸ਼ਬਦਾਂ ਦੀ ਘਾਟ ਆ, ਪਰ ਅੱਜ ਜੇ ਤੁਸੀਂ ਐਕਸਪਲੇਨ ਕੀਤਾ ਉਹਨੇ ਮੈਨੂੰ ਇੱਕ ਸ਼ਕਤੀ ਦਿੱਤੀ ਆ ਕਿ ਨਹੀਂ, ਇਹਦਾ ਪ੍ਰਚਾਰ ਹੋ ਸਕਦਾ ਕਿ ਜੇ ਚਾਈਨੀਜ਼ ਲੈਂਗੁਏਜ ਨੂੰ ਇੱਦਾਂ ਕੀਤਾ ਜਾ ਸਕਦਾ ਜੀ, ਜਾਂ ਨਾਸਾ ਦੀ ਜਿਹੜੀ ਸਾਈਟ ਸੀਗੀ ਉਹਦੀ ਜਿਹੜੀ PDF ਆ 40 ਲੈਂਗੁਏਜਿਸ ਦੇ ਵਿੱਚ, ਉਹਦੇ 'ਚ ਪੰਜਾਬੀ ਵੀ ਇੱਕ ਆ। ਜੀ ਜੀ ਜੀ, ਤੇ ਮੇਰਾ ਜੀ ਕੀਤਾ ਕਿ ਜੇ ਮੇਰਾ ਵੀਰ ਨਾਸਾ ਵੱਲੋਂ ਲੈਕਚਰ ਦੇਵੇ ਤੇ ਬੜਾ ਵਧੀਆ ਪੰਜਾਬੀ। ਐਨੀਵੇਜ਼, ਥੈਂਕ ਯੂ। ਇਹ ਥਿੰਗਸ ਅ ਪਾਰਟ ਇਹ ਆ ਕਿ ਮੈਨੂੰ ਇੰਨੀ ਨੌਲੇਜ ਨਹੀਂ, ਪਰ ਮੈਨੂੰ ਅੱਜ ਲੱਗਿਆ ਕਿ ਬਲਜੀਤ ਸਿੰਘ ਨੇ ਸ਼ਾਇਦ ਤੁਹਾਡੇ ਉੱਤੇ ਛੋਟੇ ਹੁੰਦਾ ਕੋਈ ਨਾ ਕੋਈ ਸਾਇੰਸ ਦਾ ਹੱਥ ਫੇਰਿਆ ਹੋਇਆ। ਪੈਰੀਸਕੋਪ ਬਣਾ ਕੇ ਦੇਖਦੇ ਰਹੇ 8ਵੀਂ 'ਚ, ਮੈਂ ਪੈਰੀਸਕੋਪ ਕੰਧ ਤੋਂ ਉੱਪਰ ਦੀ ਮੈਨੂੰ ਦਿਖਾਉਂਦੇ ਰਹੇ, ਉਹ ਤੈਨੂੰ ਪੈਰੀਸਕੋਪ ਦਿਖਾਵਾਂ, ਪਰਲੇ ਬੰਨੇ ਡੰਗਰ ਖੜੇ ਦਿਖਾਵਾਂ। ਤੇ ਜਿੱਦਾਂ ਮੇਰਾ ਵੀਰ ਇਹਨੂੰ ਨਾ ਜਿਹੜਾ ਏਦਾਂ ਹੀ ਜਾਰੀ ਰੱਖੋ ਜ਼ਰੂਰ। ਪਰ ਮੈਂ ਇੱਕ ਹੋਰ ਇੱਕ ਚੀਜ਼ ਕਹਿਣਾ ਚਾਹੂੰਗਾ ਜੀ। 2 ਦਿਨ ਪਹਿਲਾਂ ਤੁਹਾਡੇ ਮਿੱਤਰ ਨੇ, ਮੈਂ ਉਹਨਾਂ ਦਾ ਨਾਂ ਨਹੀਂ ਜਾਣ ਕੇ ਨਾ, ਵੈਟਨਰੀ ਡਾਕਟਰ ਸੀ, ਉਹਨਾਂ ਦੇ ਘਰੇ ਬੈਠੇ ਤੁਹਾਡੀ ਗੱਲ ਚੱਲ ਪਈ ਤਾਂ ਇੱਕੋ ਹੀ ਗੱਲ ਤੇ ਮੈਂ ਕਹਿਣਾ, ਮੈਂ ਅੱਗੇ ਵੀ ਕਿਹਾ, ਮੈਂ ਫਿਰ ਵੀ ਮੇਰਾ ਹੈਗਾ ਵਿਸ਼ਵਾਸ ਆ ਵੀ ਵੇ ਜਿਹੜਾ ਤੇਰਾ ਸਟੋਰੀ ਟੈਲਿੰਗ ਆ ਮੇਰਾ ਵੀਰ, ਇਹ ਯੂਨੀਕ ਆ। ਬਸ ਥੈਂਕ ਯੂ। ਧੰਨਵਾਦ ਜੀ। ਸੁਨੀਲ ਹੋਣੀ ਭਰਾ ਨੇ, ਅਸੀਂ ਚਿਰਾਂ ਦੇ ਮਿੱਤਰ ਹਾਂ, ਜਦ 97 ਤੋਂ ਆਏ ਭਰਾ, ਜਦ ਦੋਸਤ ਇੱਕ ਦੂਜੇ ਨੂੰ ਸਰਾਉਂਦੇ ਆ ਔਖਾ ਹੁੰਦਾ, ਪਰ ਸਰਾਉਣਾ ਚਾਹੀਦਾ, ਇਹ ਤੁਰਦਾ ਰੱਖਦਾ ਤੁਹਾਨੂੰ। ਦਵਿੰਦਰ ਕੌਰ ਹੁੰਦਲ ਜੀ, ਲਾਈਨ ਨੰਬਰ 2। ਦਵਿੰਦਰ ਸਿੰਘ ਹੁੰਦਲ ਜੀ। ਅੱਛਾ ਜੀ, ਦਵਿੰਦਰ ਸਿੰਘ ਹੁੰਦਲ ਜੀ, ਸੌਰੀ ਜੀ। ਯਾ ਭਾਜੀ, ਮੈਂ ਤੁਹਾਡੇ ਕੋਲੋਂ ਜਿਹੜੀਆਂ ਸਾਇੰਸ ਦੀਆਂ ਪੰਜਾਬੀ 'ਚ ਸੁਣਿਆ, ਬਹੁਤ ਮੈਨੂੰ ਅੱਛਾ ਲੱਗਿਆ। ਧੰਨਵਾਦ ਜੀ। ਤੇ ਮੈਨੂੰ ਬਚਪਨ ਤੋਂ ਹੀ ਤੁਹਾਡੇ ਵਾਕਣਾ ਬਹੁਤ ਸ਼ੌਕ ਹੈ ਇਹ ਤਾਰਿਆਂ ਬਾਰੇ ਜਾਣਨ ਦਾ। ਹਾਲੇ ਤੱਕ ਕੋਈ ਐਸਾ ਬੰਦਾ ਮਿਲਿਆ ਨਹੀਂ ਜਿਹਦੇ ਕੋਲੋਂ ਹਿੰਦੀ 'ਚ ਜਾਂ ਪੰਜਾਬੀ 'ਚ ਉਸ ਸਾਇੰਸ ਦੇ ਵਰਡਾਂ ਨੂੰ ਚੇਂਜ ਕਰਕੇ ਸਾਨੂੰ ਸਮਝਾ ਸਕੇ, ਕਿਉਂਕਿ ਮੈਂ ਹੈਗਾ ਅਨਪੜ੍ਹ ਹਾਂ, ਇੰਗਲਿਸ਼ ਦਾ ਤੇ ਇੱਕ ਅੱਖਰ ਨਹੀਂ ਜਾਣਦੇ। ਇਸ ਕਰਕੇ ਜੋ ਕੁਝ ਤੁਸੀਂ ਪੰਜਾਬੀ 'ਚ ਦੱਸਿਆ ਮੈਨੂੰ ਬਹੁਤ ਆਨੰਦ ਆਇਆ। ਹੋਰ ਇਸ ਤਰ੍ਹਾਂ ਦਾ ਤੁਸੀਂ ਪ੍ਰੋਗਰਾਮ ਫਿਰ ਵੀ ਕਰੋਗੇ, ਮੈਂ ਆਸ ਰੱਖਦਾ। ਜੀ ਹੁੰਦਲ ਸਾਹਿਬ, ਧੰਨਵਾਦ। ਮੈਂ ਕਰਾਂਗਾ ਜੀ, ਜ਼ਰੂਰ ਕਰਾਂਗਾ, ਮੇਰਾ ਪਸੰਦੀਦਾ ਇਹ ਸ਼ੌਕ ਆ ਆਪਣਾ। ਹੁਣ ਸਮਝਿਓ ਕੁਦਰਤ ਜਿੱਥੇ ਤੁਸੀਂ ਰਹਿੰਦੇ ਹੋ, ਤੁਸੀਂ ਇਹਦੇ 'ਤੇ ਥੋੜ੍ਹਾ ਜਿਹਾ, ਕਿਉਂਕਿ ਸਾਡੀਆਂ ਸੀਮਤਾਵਾਂ ਨੇ, ਦਿਮਾਗ ਨੂੰ ਤੁਸੀਂ ਜਿੰਨਾ ਵਰਤਦੇ ਹੋ ਓਨਾ ਹੀ ਇਹ ਚੱਲਦਾ ਹੈ। ਜਿਹੜੀ ਗੱਲ ਸੁਨੀਲ ਉਹਨਾਂ ਨੇ ਭਾਈ ਸਾਹਿਬ ਵੱਡਿਆਂ ਲਈ ਕੀਤੀ, ਉਹ 8ਵੀਂ ਦੇ ਵਿੱਚ ਨਾ ਸਾਇੰਸ ਦੇ ਮਾਸਟਰ ਜੀ ਤੋਂ, ਸਰਾਗ ਉਜਾਗਰ ਸਿੰਘ ਉਹਨਾਂ ਤੋਂ, ਉਹ ਟੈਲੀਸਕੋਪ ਲੈ ਕੇ ਆਉਂਦੇ, ਰਾਤ ਨੂੰ ਉਹ 11 12 ਵਜੇ ਤੱਕ ਦੇਖਦੇ ਰਹਿੰਦੇ ਉਹਦੇ 'ਚ। ਫਿਰ ਆਪੇ ਬਾਈ ਨੇ ਇੱਕ ਜਿਹੜਾ ਪੈਰੀਸਕੋਪ ਬਣਾਇਆ, ਜਿਹੜਾ ਜ਼ੈਡ ਵਰਗਾ ਬਣਦਾ ਹੁੰਦਾ, ਇੱਧਰੋਂ ਉਹਨੂੰ ਦੇਖਦੇ ਕੰਧ 'ਤੇ ਦੂਜੇ ਬੰਨੇ ਰੱਖ ਕੇ, ਦੂਜੇ ਵਿਹੜੇ 'ਚ ਆਪਣੇ ਡੰਗਰ ਖੜੇ, ਉਹ ਦੇਖਦਾ ਹੁੰਦਾ। ਮੈਨੂੰ ਕਹਿੰਦਾ ਆ ਜਾ ਤੈਨੂੰ ਦਿਖਾਵਾਂ। ਲੋ ਆਪ ਗੱਤੇ ਦੇ ਬਣਾਏ ਉਹਨੇ। ਡੱਡੂ ਦਾ ਜਦ ਆਪਰੇਸ਼ਨ ਕੀਤਾ ਪ੍ਰੀ ਮੈਡੀਕਲ 'ਚ, ਡੱਡੂ ਬੇਹੋਸ਼ ਕਰਨ 'ਚ ਮੈਂ ਬੜਾ ਕੰਮ ਕੀਤਾ, ਉਹਦੇ ਲੂਣ ਤੇ ਘੋਲ ਕੇ ਮਿੱਟੀ ਦਾ ਤੇਲ, ਕੈਰੋਸੀਨ, ਉਹਦੇ ਨਾਲ ਡੱਡੂ ਨੂੰ ਬੇਹੋਸ਼ ਕੀਤਾ। ਐਨੀਵੇਜ਼, ਮੈਂ ਹੈਲਪਰ ਦੇ ਤੌਰ 'ਤੇ। ਪਰ ਇਹ ਜਿਹੜੀ ਚੀਜ਼ ਜੇ ਤੁਸੀਂ ਬੈਠਿਆਂ ਦੇਖਦੇ ਹੋ, ਹੁਣ ਜੇਮਸ ਵੈਬ ਕੀ ਕਰ ਰਹੀ ਹੈ? ਜੇਮਸ ਵੈਬ ਨੇ ਜਿਹੜੇ ਪਹਿਲੇ ਤਾਰੇ ਬਣੇ ਵੱਡੇ ਬੈਂਗ ਤੋਂ ਬਾਅਦ, ਉਹਨਾਂ ਤਾਰਿਆਂ ਤੱਕ ਪਹੁੰਚ ਕਰਨਾ, ਜਿਹੜੀ ਪ੍ਰਕਾਸ਼ ਵਰ੍ਹਿਆਂ ਦੇ ਵਿੱਚ ਜਿਸ ਨੂੰ ਨਾਪਿਆ ਜਾਂਦਾ ਹੈ, ਤੇ 13 ਅਰਬ ਸਾਲ ਪਹਿਲਾਂ, 13 ਬਿਲੀਅਨ ਈਅਰਸ ਪਹਿਲਾਂ ਤਾਰੇ ਬਣਨੇ ਸ਼ੁਰੂ ਹੋਏ। ਉਹਨਾਂ ਦੀ ਇਮੇਜ ਜਿਹੜੀ ਜੇਮਸ ਵੈਬ ਨੇ ਇਸ ਟੈਲੀਸਕੋਪ ਨੇ ਤੁਹਾਡੇ ਤੱਕ ਲੈ ਕੇ ਆਉਣੀ ਹੈ। ਬਹੁਤ ਇੱਕ ਵੱਡਾ ਕੀਰਤੀਮਾਨ ਆ। ਅੱਛਾ, ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ, ਇਸ ਉਤਪਤੀ ਦੇ ਲਈ ਜਿਹੜੇ ਸ਼ਬਦ ਬੋਲੇ ਨੇ, ਜਿਹੜੇ ਅਸੀਂ ਪੜ੍ਹਦੇ ਹਾਂ,
ਉਹਦੇ 'ਚ ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨ ਅੰਤ, ਤਿੱਥੇ ਲੋ ਲੋ ਆਕਾਰ, ਜਿਬ ਜਿਬ ਹੁਕਮ ਤਿਵੇ ਤਿਵਕਾਰ, ਵੇਖੇ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸੋ ਇਹਦੇ 'ਚ ਸਾਹਿਬ ਕੀ ਕਹਿੰਦੇ ਨੇ, ਬਰਭੰਡ ਨੂੰ ਬ੍ਰਹਿਮੰਡ ਹੈ। ਉਹ ਕਹਿੰਦੇ ਉਸ ਅਵਸਥਾ ਵਿੱਚ, ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ 'ਚ ਮਨੁੱਖ ਨੂੰ ਬੇਅੰਤ ਖੰਡ ਮੰਡਲ ਤੇ ਬੇਅੰਤ ਬ੍ਰਹਿਮੰਡ ਦਿਸਦੇ ਨੇ। ਤੇ ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦਾ ਅੰਤ ਨਹੀਂ ਪੈ ਸਕਦਾ। ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦੀ ਓੜਕ ਨਹੀਂ ਪੈ ਸਕਦੀ। ਉਸ ਅਵਸਥਾ ਵਿੱਚ ਬੇਅੰਤ ਭਵਨ ਤੇ ਆਕਾਰ ਦਿਸਦੇ ਨੇ। ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜਾ ਵਰਤਦੀ ਦਿਸਦੀ ਹੈ। ਉਹ ਤੁਹਾਡੀ ਇੰਟਰਨਲ ਸਾਇੰਸ ਦੀ ਅੰਦਰਲੀ ਸਾਇੰਸ ਨਾ ਕਹਾ, ਆਤਮਿਕ ਅਵਸਥਾ ਦੀ ਗੱਲ ਕਰ ਰਹੇ ਨੇ। ਜਦ ਉਸ ਲੈਵਲ 'ਤੇ ਪਹੁੰਚਦੇ ਹੋ, ਇਹੀ ਇਸ 'ਤੇ ਹੀ ਮੰਦਾਵਣੀ ਜਿਹੜੀ ਕਿਤਾਬ ਅਮਨਦੀਪ ਸਿੰਘ ਉਹਨਾਂ ਨੇ ਲਿਖੀ ਆ, ਆਸਟ੍ਰੇਲੀਆ ਵਾਲਿਆਂ ਨੇ, ਔਰ ਥੋੜ੍ਹੇ ਜਿਹੇ ਢਿੱਲੇ ਚੱਲ ਰਹੇ ਨੇ, ਮੈਂ ਬਾਈ ਜੀ ਨੂੰ ਲੈ ਕੇ ਆਉਣਾ। ਮੰਦਾਵਣੀ ਇਹੀ ਇਸ ਦੇ ਨਾਲ ਉਹ ਮਨੁੱਖੀ ਸਰੀਰ ਦਾ ਇਸ ਬ੍ਰਹਿਮੰਡ ਦੇ ਵਿੱਚ ਆਕਾਰ ਅਤੇ ਇਸ ਬ੍ਰਹਿਮੰਡ ਦਾ ਇੱਕ ਹਿੱਸਾ ਹੁੰਦੇ ਹੋਏ ਪੰਜੇ ਤੱਤ ਨੇ ਜਿਹੜੇ ਉਹ ਇਹਦੇ 'ਚ ਕਿਵੇਂ ਸਮਾਉਂਦੇ ਨੇ। ਜਿਹੜੀ ਬਾਡੀ ਹੈ ਉਹ ਇਸ ਬ੍ਰਹਿਮੰਡ ਦੇ ਵਿੱਚ ਕਿਵੇਂ ਖਤਮ ਹੁੰਦੀ ਹੈ, ਸੋਲ ਜਿਹੜੀ ਕਿਵੇਂ ਟਰੈਵਲ ਕਰਦੀ ਹੈ। ਜਿਹੜੇ ਬਾਣੇ ਦੇ ਧਾਰਨੀ ਨੇ, ਜਿਹੜੇ ਸ਼ਹੀਦੀ ਪਹਿਰਿਆਂ ਦੀ ਗੱਲ ਕਰਦੇ ਨੇ, ਉਹ ਸ਼ਹੀਦਾਂ ਨੂੰ ਇੱਥੋਂ ਤਾਂ ਹੁਣ ਬਹੁਤ ਦੂਰ ਹੈ, ਜੇ ਦੇਖਿਆ ਜਾਵੇ 12-14 ਹਜ਼ਾਰ ਕਿਲੋਮੀਟਰ। ਉਹ ਕਹਿੰਦੇ ਉੱਥੋਂ ਕਿਵੇਂ, ਪਰ ਨਹੀਂ, ਉਹ ਕਹਿੰਦੇ ਵੀ ਉਹ ਧਰਤੀ ਦਾ ਇੱਕ ਹਿੱਸਾ ਪੰਜਾਬ ਹੈ, ਦੂਜਾ ਹਿੱਸਾ ਸਰੀ ਹੈ। ਪਰ ਜਿਹੜੀਆਂ ਵੇਵਜ਼ ਨੇ, ਵੇਵ ਲੈਂਥ ਹੈ ਜਿਹੜੀ ਆ, ਜਿਹਦੇ ਨਾਲ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਨਾ, ਤਰੰਗ ਹੀ ਹੈ ਇਹ। ਇਹਦੇ ਵਿੱਚ ਸਿਗਨਲ ਰੇਡੂਆ ਭੇਜ ਦਿੰਦਾ ਹੈ, ਉਹ ਵੇਵ ਲੈਂਥ ਟਰੈਵਲ ਕਰ ਰਹੀ ਹੈ। ਤੁਹਾਡੇ ਐਂਟੀਨੇ ਜਿੱਥੇ ਨੇ ਉਹ ਘੜਿੱਚ ਦੇ ਕੇ ਉਹਨੂੰ ਫੜ ਲੈਂਦੇ ਨੇ, ਉੱਥੋਂ ਤੁਸੀਂ ਰੇਡੀਓ ਸੁਣਨ ਲੱਗਦੇ ਹੋ। ਦੈਟਸ ਵਾਟ ਇਟ ਇਜ਼। ਸ਼ਾਰਟ ਵੇਵ, ਮੀਡੀਅਮ ਵੇਵਜ਼, ਲੌਂਗ ਰੇਂਜ ਜਿਹੜੀਆਂ ਵੇਵਜ਼ ਨੇ। ਇਸ ਤਰ੍ਹਾਂ ਹੀ ਉਹ ਕਹਿੰਦੇ ਨੇ ਬਈ ਜਦ ਕਾਰ ਉਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ, ਤੇ ਉਸ ਨੂੰ ਪ੍ਰਤੱਖ ਦਿਸਦਾ ਕਿ ਅਕਾਲ ਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਤੇ ਖੁਸ਼ ਹੁੰਦਾ ਹੈ। ਹੇ ਨਾਨਕ, ਜਿਹੜਾ ਅਖੀਰ ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਹੇ ਨਾਨਕ, ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ। ਭਾਵੇਂ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ। ਸਪੈਸ਼ਲ ਨੋਟ, ਰੱਬ ਦੀ ਹੋਂਦ ਨਾ ਮੰਨਣ ਵਾਲਿਆਂ ਨਾਲ ਇਹ ਗੱਲ ਨਹੀਂ ਜਿਹੜੀ ਮੈਂ ਕਰ ਰਿਹਾ, ਇਹਦੇ ਤੋਂ ਪਰਾਂ ਰਹਿਣ। ਜਿਵੇਂ ਟੋਰਾਂਟੋ ਵਾਲਾ ਭਾਈ ਕਹਿੰਦਾ ਹੁੰਦਾ, ਮੈਂ ਹੁਣ ਬਾਲਗਾਂ ਵਾਲੀ ਗੱਲ ਕਰਨ ਲੱਗਿਆ, ਜਿਹੜੇ ਬੱਚੇ ਨੇ ਉਹ ਲਾਈਨਾਂ ਛੱਡ ਦਿਓ। ਇਸ ਤਰ੍ਹਾਂ ਹੀ ਮੈਂ ਕਹਿੰਦਾ ਵੀ ਜਿਹੜੇ ਰੱਬ ਦੀ ਹੋਂਦ ਨੂੰ ਮਜ਼ਾਕ ਕਰਦੇ ਆ, ਕਹਿੰਦੇ ਰੱਬ ਹੈ ਨਹੀਂ, ਪ੍ਰੋਫੈਸਰ ਨੇ ਵਾ, ਸਾਇੰਟਿਸਟ ਨੇ ਵਾ ਲੋਕ, ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 1। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਅੱਛਾ, ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਨੂੰ ਖੈਰ ਮੈਂ ਇਹਦੇ ਬਾਰੇ ਪੜ੍ਹਿਆ ਤਾਂ ਨਹੀਂ ਹੈ, ਮੈਂ ਉਹਦੀ ਗੱਲ ਨਹੀਂ ਕਰਨੀ, ਪਰ ਮੈਂ ਇੱਕ ਤਜਰਬਾ ਸਾਂਝਾ ਜ਼ਰੂਰ ਕਰਨਾ ਜੀ। ਕਰੋ। ਮੈਂ ਪਿਛਲੇ ਮਹੀਨੇ ਜਾ ਰਿਹਾ ਸੀ ਤੇ ਮੈਂ ਕੈਨੀਅਨ ਵਿੱਚ ਦੀ ਲੰਘਿਆ ਸੀ ਜੀ। ਕੈਨੀਅਨ ਦੇ ਉੱਤੇ ਉਹ ਥੋੜਾ ਜਿਹਾ ਰਾਤ ਹੋ ਗਈ। ਉੱਥੇ ਜਗ੍ਹਾ ਬਹੁਤ ਇੱਕ ਵਧੀਆ, ਜੇ ਕੋਈ ਗਿਆ ਹੋਵੇ ਤਾਂ ਪਤਾ ਹੋਣਾ। ਉਹ ਪਹਾੜੀ ਦੇ ਉੱਪਰ ਨਾ ਸ਼ੀਸ਼ੇ ਦੇ ਹੱਟ ਬਣਾਏ ਹੋਏ ਨੇ। ਉਹਨਾਂ ਹੱਟਾਂ ਦੇ ਵਿੱਚ ਤੁਸੀਂ ਲੈ ਕੇ ਕਿਰਾਏ ਤੇ ਤੁਸੀਂ ਰਾਤ ਨੂੰ, ਹਨੇਰੀਆਂ ਰਾਤਾਂ ਨੂੰ ਤੁਸੀਂ ਉੱਥੇ ਪੈ ਜਾਓ ਜੀ, ਤੇ ਤੁਹਾਨੂੰ ਪਿਆ ਨੂੰ ਉੱਪਰ ਫਿਰ ਰੱਬ ਜਿਹਨੂੰ ਆਪਾਂ ਕਹਿੰਦੇ ਆ ਨਾ, ਰੱਬ ਦਿੰਦਾ। ਉਹ ਰੱਬ ਏਦਾਂ ਦਿੰਦਾ ਜਿਵੇਂ ਤੁਸੀਂ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਸਾਰੀ ਚੀਜ਼ ਦਾ ਵਿਖਿਆਨ ਕਰਕੇ ਹਟੇ ਹੋ ਨਾ, ਵੀ ਤਾਰੇ ਐਂ ਦਿਖਦੇ ਨੇ, ਗਲੈਕਸੀ ਏਦਾਂ ਦਿੰਦੀ ਹੈ, ਗੈਸਸ ਏਦਾਂ ਦਿੰਦੀਆਂ ਨੇ, ਨੀਲਾ ਆਸਮਾਨ ਆ ਵਿੱਚ ਲਾਲ ਆ। ਸਰਦਾਰ ਜੀ, ਐਂ ਲੱਗਦਾ ਰਾਤ ਨੂੰ ਜੋ ਤੁਸੀਂ ਲਗਾਤਾਰ ਵੇਖੀ ਜਾਂਦੇ ਹੋ ਵੀ ਜਿਵੇਂ ਰੱਬ ਨੂੰ ਤੇ ਤਾਰਿਆਂ ਨੂੰ ਤੁਸੀਂ ਹੱਥ ਨਾਲ ਫੜ ਸਕਦੇ ਹੋ। ਇੰਨੀ ਵਧੀਆ ਕੁਦਰਤ ਦਾ ਉਹ ਨਜ਼ਾਰਾ, ਜੇ ਕਿਸੇ ਨੇ ਨਹੀਂ ਦੇਖਿਆ ਤਾਂ ਜ਼ਰੂਰ ਵੇਖਿਓ। ਆ ਜਦੋਂ ਤੁਸੀਂ ਸੁਣਾ ਰਹੇ ਸੀ, ਮੈਨੂੰ ਇਉਂ ਲੱਗਦਾ ਸੀ ਜਿਵੇਂ ਮੈਂ ਉਹ ਹੱਥ 'ਚ ਪਿਆ ਜਿਹੜੀ ਦੂਰਬੀਨ ਵਾਲੀ ਕਹਾਣੀ ਹੈ, ਮੈਂ ਉਹ ਨੇੜੇ ਪਹੁੰਚ ਗਿਆ ਤੇ ਉਹ ਬਿਲਕੁਲ ਨਜ਼ਾਰਾ। ਮੈਂ
ਤੁਹਾਨੂੰ ਫੋਟੋ ਭੇਜੂਗਾ, ਮੈਂ ਇੱਕ ਉਹਦੀ ਫੋਟੋ ਖਿੱਚੀ ਸੀ। ਵਾਹ। ਅੱਛਾ, ਇਹ ਜਿਹੜੀ ਚੀਜ਼ ਆ ਨਾ, ਇਹਦੇ ਵਿੱਚ ਵਿਸਮਾਦ ਆਉਂਦਾ। ਵਿਸਮਾਦ ਦਾ ਮਤਲਬ ਹੁੰਦਾ ਜਦੋਂ ਤੁਹਾਡੀ ਸੋਚ ਵੱਖ-ਵੱਖ ਪਹਿਲੂਆਂ ਤੋਂ ਰੁਕ ਕੇ ਇੱਕ ਥਾਂ ਤੇ ਖਲੋ ਜਾਵੇ ਜੀ। ਤੁਹਾਡੀ ਸੋਚ ਵਿੱਚ ਕੁਝ ਹੋਰ ਹੋਵੇ ਹੀ ਨਾ, ਸਿਰਫ ਉਹੀ ਹੋਵੇ ਜਿਹੜਾ ਕੁਝ ਤੁਹਾਡੀਆਂ ਅੱਖਾਂ ਵੇਖਦੀਆਂ ਨੇ, ਔਰ ਉਹਦੇ ਵਿੱਚ ਤੁਹਾਡਾ ਜਦੋਂ ਟਿਕਾ ਆਉਂਦਾ, ਤੁਸੀਂ ਫਿਰ ਉਹਦੇ ਵਿੱਚੋਂ ਇੱਕ ਕਿਸਮ ਦਾ, ਜਿਵੇਂ ਆਪਾਂ ਇਹ ਕਹੀਏ ਵੀ ਪੰਜਾਬੀ ਦੇ ਵਿੱਚ ਵੀ ਮਖਿਆਲ ਦੀ ਘੁੱਟ ਭਰੀ ਤੇ ਸਾਡੇ ਮੂੰਹ ਦੇ ਵਿੱਚ ਤੇ ਗਲ ਦੇ ਵਿੱਚ ਉਹਦਾ ਸਵਾਦ ਆ ਗਿਆ। ਏਦਾਂ ਦਾ ਮਤਲਬ ਤੁਸੀਂ ਉਹ ਆਨੰਦ ਲੈਂਦੇ ਹੋ। ਮੇਰਾ ਖਿਆਲ ਮੈਂ 2 ਘੰਟੇ ਵਹਿੰਦਾ ਰਿਹਾ ਤੇ ਨੀਂਦ ਕਦੋਂ ਆ ਗਈ ਪਤਾ ਨਹੀਂ ਲੱਗਿਆ। ਔਰ ਉਹ ਨਜ਼ਾਰਾ ਵੇਖਣ ਵਾਲਾ, ਜੇ ਕੋਈ ਵੀਰ ਭੈਣ ਜਾ ਸਕਦੇ ਨੇ ਉਹ ਜਾ ਕੇ ਜ਼ਰੂਰ ਉਹ ਜਾਣ। ਉਦੋਂ ਜਦੋਂ ਕਾਲੀਆਂ ਰਾਤਾਂ, ਜਿਵੇਂ ਆਪਾਂ ਮੱਸਿਆ ਦੀ ਰਾਤ ਕਹਿੰਦੇ, ਉਦੋਂ ਕੁਦਰਤ ਦਿੰਦੀ ਆ। ਬਾਕੀ ਬਾਈ ਜੀ, ਆ ਜਿਹੜਾ ਕੋਈ ਤੁਸੀਂ ਪੰਜਾਬੀ ਦੇ ਵਿੱਚ ਬੋਲ ਕੇ ਸਾਇੰਸ ਦੇ ਸ਼ਬਦਾਂ ਦਾ ਵਰਤਿਆ, ਬੇਸਿਕਲੀ ਗੱਲ ਏਦਾਂ ਦੀ ਆ ਵੀ ਜਦੋਂ ਮਨੁੱਖ ਕੋਸ਼ਿਸ਼ ਕਰਦਾ ਨਾ, ਉਹ ਕੋਸ਼ਿਸ਼ ਦੇ ਵਿੱਚੋਂ ਧਿਆਨ ਤੁਹਾਡਾ ਸ਼ਬਦਾਂ ਨੂੰ ਬਣਤਰ ਵਿੱਚ ਕੁਦਰਤੀ ਤੌਰ ਤੇ ਪੈਦਾ ਕਰੀ ਜਾਂਦਾ, ਪਰ ਚਾਹਤ ਹੋਣੀ ਚਾਹੀਦੀ ਹੈ। ਉਹ ਚਾਹਤ ਸਾਨੂੰ ਪੈਦਾ ਕਰਨੀ ਚਾਹੀਦੀ ਹੈ। ਔਰ ਧੰਨਵਾਦ ਤੁਹਾਡਾ ਜੇ ਤੁਸੀਂ ਉਹਦਾ ਦੀ ਗੱਲ ਸੁਣਾਉਂਦੇ ਹੋ। ਵਿਸਮਾਦ 'ਚ ਬੰਦਾ ਚਲੇ, ਮੈਨੂੰ ਇਉਂ ਲੱਗਿਆ ਤੁਸੀਂ ਹਟਾ ਕੇ ਮੈਂ ਗੱਡੀ ਚਲਾ ਰਿਹਾ ਵੈਸੇ, ਤੇ ਮੈਂ ਬਾਅਦ 'ਚ ਮਹਿਸੂਸ ਕੀਤਾ ਵੀ ਜਦ ਤੂੰ ਕਮਲਾ ਹੋ ਗਿਆ, ਤੂੰ ਕਿਸੇ ਦੇ ਵਿੱਚ ਮਾਰਨੀ ਸੀ। ਧੰਨਵਾਦ। ਧੰਨਵਾਦ ਜੀ। ਮਾਰੂ ਮੁਹੱਲਾ ਪਹਿਲਾ ਹੈ, ਪ੍ਰਭਜੋਤਪਾਲ ਸਿੰਘ ਉਹਨਾਂ ਨੇ ਭੇਜਿਆ। ਅਰਬਦ ਨਰਬਦ ਧੁੰਦੂ ਕਾਰਾ ਧਰਣ, ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ, ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਬਹਾਏ ਦਾ, ਨਾ ਤਦ ਸੁਰਗ ਮੱਛ ਪਿਆਲਾ, ਦੋਜਕ ਭਿਸਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏ ਦਾ, ਕਮਾਲ ਕਰਤੀ। ਸੋ ਇਹ ਆਨੰਦ ਦੀ ਕਹਾਣੀ ਆ। ਲਿਆਓ ਜੀ ਪ੍ਰਭਜੋਤਪਾਲ ਸਿੰਘ, ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਧੰਨਵਾਦ। ਜਿੱਦਾਂ ਤੁਸੀਂ ਵਿਖਿਆਨ ਕਰਦੇ ਆ, ਸਾਰਿਆਂ ਨੇ ਦੱਸ ਦਿੱਤੀ ਆ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ। ਜਿਹੜਾ ਪੰਜਾਬੀ 'ਚ ਤੁਸੀਂ ਗੱਲ ਕਰਦੇ ਆ, ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜਿੱਦਾਂ ਤੁਸੀਂ ਵੀ ਜਿਹਨੂੰ ਧਰਮ ਨਾਲ ਕੋਈ ਲੈਣ ਦੇਣ ਨਹੀਂ, ਉਹ ਪਰੇ ਹੀ ਰਹੇ, ਉਹ ਨਾ ਹੀ ਸੁਣੇ ਤੇ ਚੰਗਾ ਆ। ਜਿਹੜੀ ਗੱਲ ਤੁਸੀਂ ਕਰ ਰਹੇ ਹੈਗੇ ਆ, ਉਹ ਗੱਲ ਉਹਨੂੰ ਹੀ ਸਮਝ ਆਉਣੀ ਆ ਜਿਹੜਾ ਸਮਝਣਾ ਚਾਹੁੰਦਾ। ਫਿਰ ਤੁਸੀਂ ਉਦਾਹਰਨ ਦਿੱਤੀ ਵੀ ਜਿਹੜਾ ਜਿੱਦਾਂ ਤੁਸੀਂ ਗੱਲਬਾਤ ਕਰ ਰਹੇ ਆ, ਤੇ ਜਿਹੜੀਆਂ ਇਹ ਧੁਨਾਂ ਤੇ ਗੱਲ ਹੋ ਰਹੀ ਆ, ਇਹ ਕਿਸੇ ਨੇ ਵਿਸ਼ਵਾਸ ਕੀਤਾ ਤੇ ਉਧਰ ਨੂੰ ਤੁਰਿਆ ਤੇ ਇਹ ਧੁਨਾਂ ਲੱਭੀਆਂ ਤੇ ਇਹੋ ਗੱਲ ਹੋਈ ਆ। ਹੁਣ ਅਸੀਂ ਪਰਮਾਤਮਾ ਦਾ ਵਜੂਦ ਆ ਜਿਹੜਾ ਅਸੀਂ ਮੰਨਣਾ ਹੀ ਨਹੀਂ ਚਾਹੁੰਦੇ, ਅਸੀਂ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਨਾ ਚਾਹੁੰਦੇ, ਜਦ ਕਿ ਨੈਸਾ ਵਰਗੀਆਂ ਜਿਹੜੀਆਂ ਸੰਸਥਾਵਾਂ ਆ, ਉਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਰਹੀਆਂ। ਉਹ ਜਦੋਂ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਫਿਰ ਜਾ ਕੇ ਬੈਠਦੇ ਆ, ਪੜਚੋਲ ਕਰਦੇ ਆ। ਉਹ ਇਸ ਗੱਲ ਨੂੰ ਸਮਝਣਾ ਚਾਹੁੰਦੇ ਆ। ਤੇ ਤੁਸੀਂ ਜਿੱਦਾਂ ਵੀ 2 ਵਾਰੀ ਦ੍ਰਿਸ਼ਟਾਂਤ ਹੁਣ ਗੁਰਬਾਣੀ ਚੋਂ ਪੜ੍ਹ ਦਿੱਤੇ ਹੈਗੇ ਆ ਰੇਡੀਓ ਤੇ, ਜਾਣੀ ਕਿ ਇਹ ਕਸਰ ਤਾਂ ਸਾਡੇ ਸਮਝਣ ਵਾਲੀ ਆ। ਅਸੀਂ ਉਧਰ ਨੂੰ ਤੁਰਦੇ ਨਹੀਂ। ਸਾਡੇ ਗੁਰੂ ਨੇ ਤਾਂ ਸਾਨੂੰ ਬਹੁਤ ਬਖਸ਼ਿਸ਼ ਕੀਤੀ ਹੈਗੀ ਆ, ਹਰ ਇੱਕ ਚੀਜ਼ ਡਿਫਾਈਨ ਕੀਤੀ ਉਹ ਗੁਰਬਾਣੀ 'ਚ, ਤੇ ਉਹਦੇ ਵਿੱਚ ਪਰਮਾਤਮਾ ਦਾ ਵਜੂਦ ਆ ਜਿਹੜਾ ਉਹਨੂੰ ਸਭ ਤੋਂ ਉੱਪਰ ਰੱਖਿਆ ਹੈਗਾ। ਸੋ ਸਾਨੂੰ ਵਿਸ਼ਵਾਸ ਕਰਕੇ ਤੇ ਉਧਰ ਨੂੰ ਚੱਲਣਾ ਚਾਹੀਦਾ ਆ। ਉਹਦੇ ਵਿੱਚ ਜਦੋਂ ਅਸੀਂ ਪੜਚੋਲ ਕਰਾਂਗੇ ਤੇ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਨਿਕਲ ਆਉਣਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸ਼ਾਹ ਗੁਰਮੁਖ ਸਿੰਘ ਜੀ ਦਿਓਲ ਜੀ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ, ਇੱਕ ਤਾਂ ਇਹ ਆ ਵੀ ਜਿਹੜਾ ਇਹ ਧਰਮ ਤੇ ਵਿਗਿਆਨ ਦੇ ਇਸ਼ੂ ਵਿਸ਼ੇ ਆ, ਇਹ ਬਹੁਤ ਵੱਡੇ ਆ, ਤੇ ਇਹ ਤਕਰੀਬਨ ਦੁਨੀਆ ਦੇ ਹਰੇਕ ਖਿੱਤੇ ਦੇ ਵਿੱਚ, ਹਰੇਕ ਜਿੰਨੀਆਂ ਵੀ ਬੋਲੀਆਂ ਉਹਨਾਂ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਇਹ ਮੰਨ ਲਓ ਕਾਫੀ ਇਹਨਾਂ ਦੇ ਉੱਤੇ ਮੇਰਾ ਕਹਿੰਦਾ ਮਤਲਬ ਵੀ ਜਿੱਦਾਂ ਉਹਨਾਂ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਜਿਹੜਾ ਹੁੰਦਾ, ਨਜ਼ਰੀਏ ਰਾਹੀਂ ਇਹ ਬਹੁਤ ਅਗਲੇ ਨੇ ਆਪਣੀ ਤਰੱਕੀ ਕੀਤੀ ਹੁੰਦੀ ਹੈ। ਕਈ ਵਾਰੀ ਜਿੱਦਾਂ ਉਹ ਇਹ ਨੂੰ ਨਹੀਂ ਵੇਖਦੇ ਵੀ ਆਪਾਂ ਕਈ ਵਾਰੀ ਉਹ ਵੈਸਟ ਦਾ ਇੱਕ ਦਾਇਰੇ ਦੇ ਵਿੱਚ ਸੋਚ ਕੇ ਦੇਖਦੇ ਆ ਵੀ ਖਰੇ ਇੱਥੇ ਹੀ ਆ, ਉਹ ਫਿਰ ਉਦੋਂ ਸੀਮਾ ਜੀ ਬੰਦੇ ਦੀ ਰੁਕ ਜਾਂਦੀ ਆ ਵੀ, ਜਦ ਕਿ ਉਹ ਜਿੱਦਾਂ ਤੁਸੀਂ ਐਕਸਪਲੇਨ ਪੰਜਾਬੀ ਕੀਤਾ ਵਧੀਆ
ਪਰ ਇੱਕ ਜਿੱਦਾਂ ਦੇਖੋ ਇੱਕ ਗੱਲ ਤਾਂ ਹੈਗੀ ਹੈ ਨਾ ਵੀ ਜਿਹੜੀ ਤੁਸੀਂ ਚੀਜ਼ ਦੱਸ ਰਹੇ ਆ ਕਿ ਇੰਨੀ ਦੂਰ ਆ ਜਾਂ ਮੰਨ ਲਓ ਲੱਖਾਂ ਪ੍ਰਕਾਸ਼ ਜੀਰ ਜਾਂ ਕੁਛ ਵੀ ਆਪਾਂ ਉਹਨੂੰ ਨਾਂ ਦੇ ਦਈਏ, ਪਰ ਉਹ ਸਾਰੀ ਗੱਲ ਮੰਨਣ ਤੇ ਖੜੀ ਆ। ਮੰਨ ਲਓ ਜੇ ਹੁਣ ਕੋਈ ਜਿੱਦ ਕਰੇ ਵੀ ਮੈਂ ਤਾਂ ਦੇਖੀ ਨਹੀਂ, ਮੈਂ ਕਦੀ ਨਹੀਂ, ਮੰਨ ਲਓ ਜਿੱਦਾਂ ਇੱਥੇ ਮੈਂ ਉਹ ਨਹੀਂ ਚਾਹੁੰਦਾ ਵੀ ਜਿੱਦਾਂ ਉਹ ਧਰਮ ਤੇ ਵਿਗਿਆਨ ਵਾਲਿਆਂ ਦਾ ਕਈ ਬੰਦੇ ਵਿਵਾਦ ਪਾ ਕੇ ਖੜ ਜਾਂਦੇ ਹੁੰਦੇ ਆ ਨਾ ਵੀ ਅਸੀਂ ਜਿਹੜੀ ਅੱਖੀਂ ਦੇਖੀ ਚੀਜ਼ ਸਾਨੂੰ ਉਹ ਤੇ ਪ੍ਰੂਵ ਮੰਨਣਾ ਚਾਹੀਦਾ। ਮੰਨ ਲਓ ਵੀ ਇਹ ਦੋਨੋਂ ਵਿਸ਼ੇ ਇੱਦਾਂ ਦੇ ਕੋਈ ਮਨ ਦੀ ਅਵਸਥਾ ਆ ਜਿੱਦਾਂ ਗੁਲਾਮੀ ਤੇ ਆਜ਼ਾਦੀ ਆ, ਮਨ ਦੇ ਅਵਸਥਾ ਤੇ ਹੀ ਖੜੀ ਆ ਵੀ ਜੇ ਤੁਸੀਂ ਮਹਿਸੂਸ ਕੀਤੀ ਆ ਤੇ ਗੁਲਾਮੀ ਹੈਗੀ ਤਾਂ ਤੁਸੀਂ ਆਜ਼ਾਦੀ ਦੀ ਕਾਮਨਾ ਕਰਦੇ ਆ, ਜੇ ਤੁਸੀਂ ਆਜ਼ਾਦ ਆ ਤਾਂ ਤੁਸੀਂ ਹੋਰ ਕੁਛ ਮੰਨ ਲਓ ਉਹ ਚੀਜ਼ਾਂ। ਮੇਰਾ ਕਹਿਣ ਤੋਂ ਭਾਵੇਂ ਵੀ ਕਿਉਂਕਿ ਮੇਰਾ ਵਿਗਿਆਨ ਵਿਸ਼ਾ ਨਹੀਂ ਹੈਗਾ, ਪਰ ਇਹਦੇ ਵਿੱਚ ਅਵਸਥਾ ਉਹੀ ਆਉਂਦੀ ਆ ਬੰਦੇ ਦੀ ਵੀ ਮਿੱਥਾਂ ਜਿਹੜੀਆਂ ਆ ਉਹ ਇਤਿਹਾਸ ਤੌਰ ਤੇ ਕੋਈ ਚੀਜ਼ ਜਦੋਂ ਪ੍ਰਗਟ ਹੁੰਦੀ ਉਸ ਤੋਂ ਪਹਿਲਾਂ ਮਿੱਥਾਂ ਬਹੁਤ ਵੱਡੀ ਚੀਜ਼ ਆ। ਮਿੱਥਾਂ ਦੇ ਰਾਹੀਂ ਹੀ ਉਹ ਚੀਜ਼ ਹੁਣ ਉੱਥੇ ਕਦੇ ਕਿਸੇ ਇਨਸਾਨ ਨੇ ਜਾਣਾ ਜਾਂ ਨਹੀਂ ਜਾਣਾ, ਪਰ ਮਾਨਸਿਕ ਤੌਰ ਤੇ ਮਨ ਦੇ ਤੌਰ ਤੇ ਬੰਦੇ ਉੱਥੇ ਜਾਂਦੇ ਆ। ਜਦੋਂ ਤੁਸੀਂ ਕਿਤੇ ਕੋਈ ਬੰਦਾ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਪੰਜਾਬ ਬੈਠਾ, ਕੋਈ ਇੱਥੇ, ਉਹ ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਕਿਸੇ ਖਿੱਤੇ ਦੇ ਵਿੱਚ ਬੈਠ ਕੇ ਜਾਂ ਕਿਸੇ ਧਰਤੀ ਦੇ ਵਿੱਚ ਉਹ ਇਤਿਹਾਸ ਤੌਰ ਤੇ ਅਨੁਭਵ ਕਰਨੀਆਂ ਹੋਰ ਚੀਜ਼ ਆ, ਪਰ ਮਾਨਸਿਕ ਤੌਰ ਤੇ ਬੰਦਾ ਕਿਤੇ ਬੈਠਾ ਵੀ ਅਨੁਭਵ ਕਰ ਲੈਂਦਾ। ਇਹ ਬੇਸ਼ੱਕ ਆਪਾਂ ਧਰਮ ਗ੍ਰੰਥਾਂ ਦੇ ਰਾਹੀਂ ਸਮਝ ਲਈਏ, ਬੇਸ਼ੱਕ ਕੁਛ ਵਿਗਿਆਨ ਦੇ ਨੁਕਤਿਆਂ ਦੇ, ਪਰ ਇੰਨਾ ਕੁ ਜ਼ਰੂਰ ਆ ਧਰਮ ਤੇ ਵਿਗਿਆਨ ਵਿਰੋਧੀ ਨਹੀਂ। ਇਹ ਦੋਨੋਂ ਹੀ ਬਾਹਰੀ ਸੰਸਾਰ ਲਈ ਵਿਗਿਆਨ ਦੀ ਲੋੜ ਆ ਤੇ ਅੰਦਰੂਨੀ ਲਈ ਧਰਮ ਦੀ ਲੋੜ ਆ। ਜਿਹੜੇ ਬੰਦੇ ਦੋਨਾਂ ਚੀਜ਼ਾਂ ਨੂੰ ਰੱਦ ਕਰਨ ਦੇ ਵਿੱਚ ਜਿੱਦ 'ਚ ਰਹਿੰਦੇ ਆ ਜਾਂ ਭਟਕਣ ਤੇ ਰਹਿੰਦੇ, ਉਹ ਬੰਦੇ ਜਿੱਦਾਂ ਤੁਸੀਂ ਕਹਿੰਦੇ ਉਹਨਾਂ ਤੋਂ ਬਚਣਾ ਚਾਹੀਦਾ। ਉਹ ਵਿਵਾਦ ਹੁੰਦਾ, ਉਹ ਨਹੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਹੁੰਦਾ। ਤੇ ਇਹ ਬੜਾ ਵਿਗਿਆਨ ਵਧੀਆ ਚੀਜ਼ ਹੈ। ਇਹ ਮਿੱਥਾਂ ਦੇ ਵਿੱਚੋਂ ਹੀ ਹੌਲੀ ਹੌਲੀ ਚੀਜ਼ਾਂ ਸਿੱਧ ਹੁੰਦੀਆਂ, ਖੋਜ ਚੱਲ ਪੈਂਦੀ ਆ ਤੇ ਕਾਫੀ ਵਧੀਆ ਗੱਲਬਾਤ ਹੈ ਜੀ। ਧੰਨਵਾਦ ਜੀ। ਮੈਂ ਕੋਸ਼ਿਸ਼ ਕਰੂੰ ਸਰਾਪੁਰੇਵਾਲ ਉਹਨਾਂ ਨੂੰ ਲਿਆਉਣ ਦੀ। ਉਹਨਾਂ ਨੇ ਬਹੁਤ ਵਧੀਆ ਇੱਕ ਪਰਚਾ ਛਾਪਿਆ ਹੈ, ਤਾਰਾ ਚੜ੍ਹਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ, ਪਾਲ ਸਿੰਘ ਪੁਰੇਵਾਲ ਨੇ। ਉਹਦੇ 'ਚ ਹੀ ਉਹ ਸਾਹਿਬ ਦੀ ਬਾਣੀ 'ਚ ਕਹਿੰਦੇ ਨੇ, ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰ ਕਾਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫਲੰਤ ਜੋਤੀ। ਉਹ ਕਹਿੰਦੇ ਇੱਕ ਅਸਮਾਨ ਇੱਕ ਥਾਲ ਵਾਂਗੂ ਹੈ, ਉਹਦੇ 'ਚ ਚੰਦ ਤੇ ਸੂਰਜ ਬਲਬ ਨੇ, ਅਤੇ ਇਸ ਥਾਲ ਦੇ ਵਿੱਚ ਮੋਤੀ ਪਏ ਨੇ, ਅਤੇ ਠੰਡੀ ਹਵਾ ਜਿਹੜੀ ਪਹਾੜਾਂ 'ਚੋਂ ਆ ਰਹੀ ਹੈ, ਅਤੇ ਕੁਦਰਤ ਮੌਲ ਰਹੀ ਹੈ। ਵੈਜੀਟੇਸ਼ਨ ਇਜ਼ ਆਫਰਿੰਗ ਫਲੋਰਲ ਬੈਂਕਟ ਬੁਕੇਜ਼, ਅਤੇ ਨਾਲ ਸਭ ਤੋਂ ਵੱਡੀ ਗੱਲ ਜਿਹੜਾ ਪ੍ਰਕਾਸ਼ ਹੈ ਉਹ ਭਗਤੀ ਦਾ। ਸਮਸ਼ਰਿੰਦਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਨਾਂ ਠੀਕ ਪੜ੍ਹਿਆ ਮੈਂ? ਹਾਂਜੀ ਠੀਕ ਹੈ ਜੀ, ਸ਼ਮਸ਼ੀਰਿੰਦਰ। ਸ਼ਮਸ਼ੀਰਿੰਦਰ ਹੈ, ਠੀਕ। ਹਾਂਜੀ ਠੀਕ। ਮੈਂ ਬੜਾ ਵਧੀਆ ਟੌਪਿਕ ਲੈ ਕੇ ਆਏ ਤੁਸੀਂ ਅੱਜ। ਧੰਨਵਾਦ। ਮੈਂ ਪਹਿਲੀ ਵਾਰ ਫੋਨ ਕੀਤਾ। ਧੰਨਵਾਦ ਬਹੁਤ ਬਹੁਤ। ਨਾਂ ਤੁਹਾਡਾ ਬਹੁਤ ਵਧੀਆ। ਤੇ ਮੈਂ ਸਿਰਫ ਤੁਹਾਨੂੰ ਦੱਸਣਾ ਸੀ ਵੀ ਜਿਹੜੇ ਕਹਿੰਦੇ ਸੀਗੇ ਵੀ ਹੈ ਨਾ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਹੋਵੇ, ਤਾਂ ਉਹ ਇੱਕ ਮੁੰਡਾ ਹੈ ਜੀ ਆਪਣੇ ਜਲੰਧਰ ਦਾ, ਤੇ ਉਹ ਇਸ ਵਾਰੀ ਸਟੱਡੀ ਕਰਦਾ ਹੈ, ਸੰਦੀਪ ਸਿੰਘ, ਐਸਟਰੋਬॉय ਸੰਦੀਪ ਕਹਿੰਦਾ ਜੀ ਆਪਣੇ ਆਪ ਨੂੰ। ਅੱਛਾ। ਉਹਨੇ ਇੰਸਟਾ ਤੇ ਫੇਸਬੁੱਕ ਤੇ ਆਈਡੀ ਹੈਗੀ ਆ, ਤੇ ਉਹ ਜਗਿਆਸਾ ਥਰੂ ਕਰਦਾ ਜੀ, ਮਤਲਬ ਜਗਿਆਸਾ ਇੱਕ ਆਪਣਾ ਪੇਜ ਇੰਸਟਾਗ੍ਰਾਮ ਤੇ। ਅੱਛਾ। ਤਾਂ ਉਹਨੇ ਪਾਇਆ ਹੋਇਆ ਸਾਰੇ ਮਤਲਬ ਜਿੰਨੇ ਵੀ ਗ੍ਰਹਿਆਂ ਬਾਰੇ ਤਾਰਿਆਂ ਬਾਰੇ ਉਹਨੇ ਪਾਏ ਹੋਏ ਨੇ ਜੀ ਆਪਣੇ, ਤੁਸੀਂ ਪੜ੍ਹ ਸਕਦੇ ਹੋ, ਬਹੁਤ ਵਧੀਆ ਜੀ। ਫੇਸਬੁੱਕ ਤੇ ਵੀ ਪਾਉਂਦਾ ਕਿਤੇ? ਮੈਂ ਇੰਸਟਾ ਤੇ ਹੈ ਨਹੀਂ, ਫੇਸਬੁੱਕ ਤੇ ਪਤਾ ਨਹੀਂ, ਉਹ ਸਟੱਡੀ ਕਰਕੇ ਕਈ ਵਾਰ ਉਹ ਕਰ ਦਿੰਦਾ ਡੀਐਕਟੀਵੇਟ ਆਈਡੀ। ਤੇ ਜਗਿਆਸਾ ਹੈ ਜੀ ਆਪਣਾ ਪੇਜ, jagiyasa.com ਕਰ ਲਿਓ, ਪੰਜਾਬੀ ਜਗਿਆਸਾ। ਓਕੇ ਓਕੇ। ਹਾਂਜੀ, ਉਹ ਤੇ ਕੱਲਾ ਅਨੁਵਾਦ ਉਹਨੇ। ਧੰਨਵਾਦ। ਤੁਸੀਂ ਵੀ ਮੈਨੂੰ ਭੇਜ ਦਿਆ ਕਰੋ ਮੇਰੇ ਸੈੱਲ ਤੇ 604 729 1224 ਜਿਹੜਾ ਕੁਛ ਮੇਰੇ ਧਿਆਨ ਗੋਚਰੇ ਹੋਵੇ, ਪਲੀਜ਼ ਭੇਜਿਆ ਕਰੋ। ਤੁਸੀਂ ਪੜ੍ਹਦੇ ਰਹਿੰਦੇ ਹੋ। 72911224। ਠੀਕ ਹੈ। ਧੰਨਵਾਦ ਸ਼ਮਸ਼ੀਰ। ਧੰਨਵਾਦ। ਸ਼ਮਸ਼ੀਰ ਇੰਦਰ ਸਿੰਘ। ਸਰਾ ਮਨਵੀਰ ਸਿੰਘ ਗਰੇਵਾਲ ਡੜਹੇੜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਇਹ ਮਨਪਸੰਦੀਦਾ ਜਿਹੜਾ ਵਿਸ਼ਾ। ਆਪਣੇ ਕਈ ਪਿਛਲੀ 2-3 ਵਾਰ ਗੱਲ ਬਹੁਤ ਲੰਬੀ ਚੱਲ ਜਾਂਦੀ ਸੀ। ਮੈਂ ਸਾਇੰਸ ਦਾ ਦੱਸਣਾ ਚਾਹੁੰਦਾ, ਧਰਮ ਦੇ ਨਾਲ ਤਾਂ ਚਲੋ ਹੈਗਾ, ਕਿਉਂਕਿ ਸਾਇੰਸ ਜਿਹੜਾ ਧਰਮ ਦਾ ਜਿਹੜਾ ਕੁਝ ਕਰ ਰਿਹਾ, ਮਤਲਬ ਜਿਹੜਾ ਕਰਤੇ ਨੇ ਕਰਤਾ, ਉਹ ਕਿਉਂ ਕੀਤਾ ਉਹ ਸਾਇੰਸ ਲੱਭ ਰਹੀ ਆ। ਮਤਲਬ ਦੇਖਿਆ ਜਾਵੇ ਤਾਂ ਸਾਇੰਸ ਉਹਦੀ ਰਹਿਨੁਮਾਈ ਦੇ ਥੱਲੇ ਹੀ ਕੰਮ ਕਰਦੀ ਹੈ ਜੇ ਆਪਾਂ ਓਵਰਆਲ ਦੇਖ ਲਈਏ। ਪਰ ਜਿਹੜੀ ਮੈਂ ਇਕੱਲੇ ਸਾਇੰਸ ਦੇ ਉੱਤੇ ਟੌਪਿਕ ਨੂੰ ਰੱਖਾਂ ਤਾਂ ਗੱਲ ਇਹ ਆ ਵੀ ਆਪਾਂ ਹਲੇ ਆਪਟਿਕਸ ਤੇ ਹੀ ਵਰਕ ਕਰ ਰਹੇ ਹਾਂ। ਜਿਵੇਂ ਤੁਸੀਂ ਧੁਨਾਂ ਦੀ ਗੱਲ ਕੀਤੀ, ਸੋਨਿਕ ਵੇਵਜ਼ ਵਗੈਰਾ ਆ ਗਈਆਂ, ਉਹਨਾਂ ਤੇ ਹਲੇ ਕੰਮ ਕਰਨਾ ਸ਼ੁਰੂ ਹੋਣਾ। ਇੱਕ ਸਾਇੰਟਿਸਟ ਸੀ, ਮੇਰੇ ਦਿਮਾਗ 'ਚ ਨਾਮ ਨਹੀਂ ਆ ਰਿਹਾ ਉਹਦਾ, ਉਹਨੇ ਟਰਾਈ ਕੀਤਾ ਸੀ ਕਿਉਂਕਿ ਉਹਨੇ ਜਦੋਂ ਪੜ੍ਹਿਆ ਵੀ ਮਹਾਭਾਰਤ ਦੀ ਵਾਰ ਹੋਈ ਸੀਗੀ, ਉਹਦੇ 'ਚ
ਅਸਤਰ ਯੂਜ਼ ਹੋਏ ਸੀ, ਅਸਤਰ ਨੂੰ ਉਹ ਮਿਜ਼ਾਈਲਸ ਕਹਿ ਰਿਹਾ ਸੀਗਾ, ਤੇ ਐਕਸਟਰਾ ਟੈਰੀਟੋਰੀਅਲ ਵੈਪਨਸ ਉਹਨੂੰ ਪਤਾ ਲੱਗਿਆ ਵੀ ਉਹ 'ਚ ਵੀ ਯੂਜ਼ ਹੋਏ ਸੀ ਹਨਾ ਉਸ ਟਾਈਮ ਦੇ ਵਿੱਚ। ਉਹਨੇ ਕਰਦੇ ਕਰਾਉਂਦੇ ਨੇ, ਉਹਨੇ ਟਰਾਈ ਕੀਤਾ, ਉਹ ਕਹਿੰਦਾ ਵੀ ਜਿਹੜੀ ਸਾਊਂਡ ਆ ਉਹ ਵੈਕਿਊਮ ਦੇ ਵਿੱਚ ਦੀ ਥਰੂ ਨਹੀਂ ਹੋ ਸਕਦੀ, ਜੋ ਮਰਜ਼ੀ ਹੋ ਜਾਵੇ, ਵੀ ਸਾਊਂਡ ਇੱਥੇ ਕਿਤੇ ਹੀ ਹੋਊ। ਤੇ ਉਹਨੇ ਆਪਣੀ ਲੈਬ ਸੈਟਅਪ ਵਗੈਰਾ ਕੀਤੀ, ਉਹਨੇ ਬਹੁਤ ਟਰਾਈ ਕੀਤੀ ਸੀਗੀ ਵੀ ਮੈਂ ਜਾ ਕੇ ਸਾਊਂਡ ਵੇਵਸ ਤੋਂ ਲੱਭਾਂ ਵੀ ਵੈਪਨ ਕਿੰਨੇ ਕੁ ਡੇਂਜਰਸ ਹੋਣਗੇ ਹਨਾ, ਵੀ ਨਿਊਕਲੀਅਰ ਵੈਪਨ ਸੀ ਜਾਂ ਨਹੀਂ ਸੀ, ਉਸ ਟਾਈਮ ਕਿੰਨੀ ਕੁ ਐਡਵਾਂਸਮੈਂਟ ਹੋ ਗਈ, ਕਿਉਂਕਿ 5500 ਸਾਲ ਜਾਂ 6000 ਸਾਲ ਦੀ ਗੱਲ ਹੈ ਇਹ। ਉਹ ਮਤਲਬ ਉਹ ਬੰਦਾ ਐਂਡ ਤੇ ਮਤਲਬ ਹਾਰਟ ਅਟੈਕ ਨਾਲ ਡੈਥ ਹੋ ਗਈ ਸੀ। ਉਹਦੇ 'ਚ ਇਹ ਕਲੇਮ ਕੀਤਾ ਜਾਂਦਾ ਵੀ ਸ਼ਾਇਦ ਉਹਨੇ ਕੁਝ ਲੱਭ ਲਿਆ ਸੀ ਏਦਾਂ ਦਾ ਕੁਝ, ਤੇ ਉਹ ਮਤਲਬ ਪ੍ਰੂਫ ਨਹੀਂ ਸੀ ਕਰ ਸਕਦਾ, ਉਹ ਇੰਨੇ ਇਹੀ ਖਦਸ਼ੇ 'ਚ ਮਰ ਗਿਆ ਵੀ ਮੈਂ ਕਿਵੇਂ ਪ੍ਰੂਫ ਕਰੂੰਗੀ, ਮੈਂ ਸੁਣ ਲਿਆ। ਤੇ ਇਦਾਂ ਦੀਆਂ ਜਿਵੇਂ ਹਜੇ ਸਾਇੰਸ ਆਪਾਂ ਦੇਖਦੇ ਹਾਂ, ਆਪਾਂ ਨੂੰ ਰੋਜ਼ ਇੱਕ ਵੰਡਰ ਹੁੰਦਾ ਆਪਣੇ ਰੋਜ਼ਮਰਾ, ਜਿਵੇਂ ਹੁਣ ਜੇਮਸ ਵੈਬ ਨਾਲ ਹੋ ਗਿਆ, ਹੋਰ ਥਿਊਰੀਆਂ ਨੇ, ਇਹ ਹਜੇ ਆਪਟਿਕਸ ਤੇ ਕੰਮ ਕਰ ਰਹੇ। ਜਿੱਦਣ ਸੋਨਿਕ ਤੇ ਕੰਮ ਹੋਣ ਲੱਗ ਗਿਆ ਨਾ, ਸੋਨਿਕ ਤੇ ਮਤਲਬ ਆਪਾਂ ਨੂੰ ਮਤਲਬ ਜੋ ਕੁਝ ਹਿਸਟਰੀ ਦੇ ਵਿੱਚ ਹੋਇਆ ਉਹ ਆਪਾਂ ਸੁਣ ਸਕਦੇ ਹਾਂ, ਵੀ ਚਾਹੇ ਕਹਿੰਦੇ ਹੁੰਦੇ ਨੇ ਵੀ ਆਪਣੇ ਪਾਤਸ਼ਾਹ ਨੇ ਉਹਨਾਂ ਦੀਆਂ ਆਵਾਜ਼ਾਂ ਵੀ ਸ਼ਾਇਦ ਸੁਣ ਸਕਦੇ ਹੋਈਏ ਫਿਰ ਫਿਊਚਰ ਦੇ ਵਿੱਚ, ਕਿਉਂਕਿ ਜਿਹੜੀਆਂ ਸਾਊਂਡ ਵੇਵਸ ਨੇ ਉਹ ਵੈਕਿਊਮ ਆਪਣੇ ਕਿਤੇ ਹੈਗੇ ਹੀ ਆਲੇ ਦੁਆਲੇ, ਕਿਤੇ ਵੈਕਿਊਮ ਸਾਰੀ ਧਰਤੀ ਦੇ ਕਿਤੇ ਜਾ ਕੇ ਤਾਂ ਬਣੇ ਜਾਂਦਾ, ਤੇ ਸਾਰੀਆਂ ਸਾਊਂਡ ਉੱਥੇ ਹੀ ਨੇ, ਸਾਰੀਆਂ ਕੈਪਚਰਡ ਨੇ ਉੱਥੇ। ਉਹ ਜਦੋਂ ਵੀ ਸੋਨਿਕ ਤੇ ਕੰਮ ਹੋਣ ਲੱਗਿਆ ਉਹ ਕੰਮ ਆਪਾਂ ਸ਼ਾਇਦ ਨਾ ਕਰ ਸਕੀਏ, ਆਪਣੇ ਹੁੰਦੇ ਨਾ ਹੋਵੇ, 80 ਸਾਲ 100 ਸਾਲ 200 ਸਾਲ ਤੱਕ ਹੋ ਜਾਵੇ, ਔਰ ਉਹ ਬਹੁਤ ਮਤਲਬ ਵੱਡਾ ਇਨਵੈਂਸ਼ਨ ਹੋਊਗੀ ਉਹ। ਬਿਲਕੁਲ ਠੀਕ, ਹਾਂਜੀ, ਥੈਂਕ ਯੂ। ਅੱਛਾ, ਹੁਣ ਜਦ ਮੈਨੂੰ ਲੱਗਦਾ ਵੀ ਮੈਂ ਆਕਾਸ਼ ਗੰਗਾ ਦੀ ਗੱਲ ਕਰਾਂ, ਸਬਜੈਕਟ ਇਹ ਬੋਰਿੰਗ ਵੀ ਹੈ ਪਰ ਸਵਾਦ ਵਾਲਾ ਬਹੁਤ ਹੈ। ਗੈਲੈਕਸੀ ਕੀ ਹੈ? ਅੰਗਰੇਜ਼ੀ ਦਾ ਸ਼ਬਦ ਆ, ਉਹ ਆਕਾਸ਼ ਗੰਗਾ ਹੈ। ਤੇ ਇਸ ਸੰਸਾਰ ਦੇ ਵਿੱਚ, ਇਸ ਯੂਨੀਵਰਸ ਦੇ ਵਿੱਚ ਬਿਲੀਅਨਸ ਅਰਬਾਂ ਹੀ ਗਲੈਕਸੀਆਂ ਨੇ, ਤੇ ਇੱਕ ਗਲੈਕਸੀ 'ਚ ਅਰਬਾਂ ਹੀ ਤਾਰੇ ਨੇ। ਜਿਵੇਂ ਆਪਣੇ ਵਾਲੀ ਆਕਾਸ਼ ਗੰਗਾ 'ਚ ਅਰਬਾਂ ਤਾਰੇ ਨੇ, ਉਹਨਾਂ 'ਚੋਂ ਇੱਕ ਤਾਰਾ ਜਿਹੜਾ ਉਹ ਆਪਣਾ, ਉਹਨੂੰ ਸੂਰਜ ਕਹਿੰਦੇ ਨੇ। ਤੇ ਉਹ ਸੂਰਜ ਦੇ ਆਲੇ ਦੁਆਲੇ ਆਪਣੇ ਗ੍ਰਹਿ ਨੇ, ਜਿਹੜੇ ਸੂਰਜ ਦੇ ਆਲੇ ਦੁਆਲੇ ਜਿਹੜਾ ਸੌਰ ਮੰਡਲ ਆ, ਸੌਰ ਪਰਿਵਾਰ ਹੈ, ਜਿਹਦੇ 'ਚ ਆਪਣੀ ਧਰਤੀ ਆ ਤੇ ਬਾਕੀ ਗ੍ਰਹਿ ਨੇ ਜਿਹੜੇ 7-8 ਅਸੀਂ ਗਿਣਦੇ ਹਾਂ। ਸ਼ੁੱਕਰ ਹੈ, ਬੁੱਧ ਹੈ, ਮੰਗਲ ਹੈ, ਬ੍ਰਹਸਪਤੀ ਹੈ। ਇਹ ਜਿਹੜੇ ਨੇ ਸੂਰਜ ਦੇ ਆਲੇ ਦੁਆਲੇ ਅਸੀਂ ਘੁੰਮਦੇ ਹਾਂ। ਸੂਰਜ ਉਹ ਗਲੈਕਸੀ 'ਚ ਘੁੰਮ ਰਿਹਾ, ਆਕਾਸ਼ ਗੰਗਾ ਦੇ ਵਿੱਚ ਘੁੰਮ ਰਿਹਾ। ਸਾਰੀ ਆਕਾਸ਼ ਗੰਗਾ ਜਿਹੜੀ ਘੁੰਮ ਕੇ ਸੈਂਟਰ ਉਹਦਾ ਬਲੈਕ ਹੋਲ ਆ, ਕਾਲਾ, ਜਿਹਦੇ ਆਲੇ ਦੁਆਲੇ ਘੁੰਮ ਰਿਹਾ, ਉਹ 'ਚ ਦਫਨ ਹੋ ਰਹੇ ਨੇ। ਤੇ ਇੱਕ ਪ੍ਰਕਾਸ਼ ਵਰਾ, ਜਿਹੜਾ ਲਾਈਟ ਈਅਰ ਆ, ਉਹਨੂੰ ਪ੍ਰਕਾਸ਼ ਵਰਾ ਕਹਿੰਦੇ ਨੇ। ਉਹ 9.5 ਅਰਬ ਕਿਲੋਮੀਟਰ ਇੱਕ ਸਾਲ ਦੇ ਵਿੱਚ ਪ੍ਰਕਾਸ਼ ਜਿਹੜਾ ਸਫ਼ਰ ਤੈਅ ਕਰਦਾ। 9.5 ਲੱਖ ਕਿਲੋਮੀਟਰ ਇੱਕ ਸਾਲ 'ਚ ਪ੍ਰਕਾਸ਼, 9.5 ਅਰਬ ਨਾ, 9.5 ਖਰਬ, ਟ੍ਰਿਲੀਅਨ, 9.5 ਖਰਬ ਕਿਲੋਮੀਟਰ ਇੱਕ ਸਾਲ ਦੇ ਵਿੱਚ ਤੈਅ ਕਰਦਾ, ਜਿਹਨੂੰ ਇੱਕ ਪ੍ਰਕਾਸ਼ ਵਰਾ ਕਹਿੰਦੇ ਨੇ। ਤੇ ਪਹਿਲਾ ਤਾਰਾ ਜਿਹੜਾ ਅੱਜ ਤੋਂ 13 ਅਰਬ ਸਾਲ ਪਹਿਲਾਂ ਬਣਿਆ, ਉਹ ਕਿੱਥੇ ਪਿਆ? ਉਹਦੀ 13.5 ਅਰਬ ਸਾਲ 13 ਬਿਲੀਅਨ ਈਅਰਸ ਪਹਿਲਾਂ ਜਿਹੜਾ ਬਣਿਆ, ਤੇ 13 ਅਰਬ ਸਾਲ ਜਦ ਪਹਿਲਾਂ ਉਹ ਬਣਿਆ, ਸੋ 13 ਅਰਬ ਤੋਂ ਬਾਅਦ ਉਸ ਦੀ ਰੋਸ਼ਨੀ ਸਾਡੇ ਤੱਕ ਪਹੁੰਚੀ, ਉਹ ਸਾਲ। ਤੇ ਉਹਦੀ ਇਹ ਸਾਲ ਦੱਸ ਰਹੇ ਮੈਂ, 13 ਬਿਲੀਅਨ ਜਿਹੜਾ ਕਹਿ ਰਹੇ ਨੇ, 13.7 ਪੌਣੇ 14 ਅਰਬ ਸਾਲ ਪਹਿਲਾਂ ਬਿਗ ਬੈਂਗ, ਜਿਹੜਾ ਅਰਬਨ ਨਰਬਤ ਧੁੰਦੂਕਾਰੇ ਦੀ ਗੱਲ ਕੀਤੀ, ਉਹ ਹੋਇਆ। ਫਿਰ ਉਹਦੇ ਦੇ ਵਿੱਚੋਂ ਕਾਲਾ ਸਮਾਂ, ਡਾਰਕ ਏਜ ਕਹਿੰਦੇ ਨੇ, ਡਾਰਕ ਏਜ ਤੋਂ ਬਲੈਕ ਏਜ ਕਹਿੰਦੇ ਨੇ, ਉਹਦੇ ਤੋਂ ਡਾਰਕ ਬਲੈਕ ਦੋਨੇ। ਉਹਦੇ ਤੋਂ ਬਾਅਦ ਪਹਿਲਾ ਤਾਰਾ ਬਣਦਾ 13 ਅਰਬ ਸਾਲ ਪਹਿਲਾਂ। ਉਸ ਤਾਰੇ ਦੀ ਰੋਸ਼ਨੀ ਸਾਡੇ ਤੱਕ ਪਹੁੰਚਦੀ ਹੈ। ਹੁਣ ਉਹਨਾਂ ਤਾਰਿਆਂ ਨੂੰ ਜਿਹੜੇ ਬਿਲੀਅਨਸ ਈਅਰ ਅਵੇ ਨੇ, ਹੁਣ ਜਿਹੜਾ ਇਹਨੇ ਜੇਮਸ ਵੈਬ ਨੇ ਪਤਾ ਕਿੱਥੇ ਤੱਕ ਜਾਣਾ? ਇਹਨੇ 10 ਕਰੋੜ ਪ੍ਰਕਾਸ਼ ਵਰੇ ਤੱਕ ਜਾਣਾ ਹੈ, ਸਿਰਫ 100 ਮਿਲੀਅਨ। ਮਤਲਬ ਤੁਹਾਡਾ ਇਹ ਉੱਪਰ ਵਾਲਾ ਨਾ, ਇਹ ਉੱਪਰ ਨੂੰ ਨਿਕਲ ਜਾਂਦਾ, ਥੱਲੇ ਵਾਲਾ ਥੱਲੇ ਨੂੰ ਕਹਿੰਦਾ। ਬੰਦਾ ਨਿਆਈ 8 ਅਰਬ ਦੇ ਵਿੱਚੋਂ ਇੱਕ ਨਿਆਈ ਹੋ ਤੁਸੀਂ, ਤੇ ਸਿਰਫ ਇੱਕ ਸੌਰ ਮੰਡਲ ਹੈ ਸਾਡਾ, ਇੱਕ। ਅਰਬਾਂ ਹੀ
ਜਿਹੜੀਆਂ ਆਕਾਸ਼ ਗੰਗਾ ਨੇ ਇਸ ਬ੍ਰਹਿਮੰਡ 'ਚ, ਤੁਹਾਡੀ ਆਕਾਸ਼ ਗੰਗਾ ਦੇ ਵਿੱਚ ਅਰਬਾਂ ਹੀ ਤਾਰੇ ਨੇ। ਉਹਨਾਂ ਅਰਬਾਂ ਦੇ ਵਿੱਚੋਂ ਇੱਕ ਤਾਰਾ ਸੂਰਜ ਆ ਆਪਣਾ, ਜਿਹੜਾ ਆਪਣਾ ਸੋਲਰ ਸਿਸਟਮ ਆ, ਉਹਦੇ ਅਸੀਂ ਇੱਕ ਗ੍ਰਹਿ 'ਤੇ 8 ਅਰਬ ਬੰਦਿਆਂ 'ਚੋਂ ਇੱਕ ਹਰਜੀਤ ਸਿੰਘ ਹੈ। ਅਤੇ ਇੱਥੇ ਨਾਸਾਂ ਦੇ ਵਿੱਚੋਂ ਠੂਹੇ ਸਿੱਟਦੇ ਬੰਦਿਆਂ ਨੂੰ ਵੇਖਿਆ ਕਰੋ, ਜਾਂ 5-4 ਇਕੱਠੇ ਹੋ ਗਏ, ਨਾ ਅਸੀਂ ਤਾਂ ਟਟੀਰੀਆਂ। ਬੰਦਾ ਨਿਆਈ ਹੈ ਕਿਸੇ ਚੀਜ਼ ਦੀ? ਉਸ ਭਗਵਾਨ ਨੇ ਜਿਹਨੇ ਜੀਵ ਜੰਤੂ ਬਨਸਪਤੀ ਪੈਦਾ ਕੀਤੇ, ਉਹਨੇ ਇਸ ਤਰ੍ਹਾਂ ਨਹੀਂ ਪੈਦਾ ਕੀਤੇ ਵੀ ਜਿਹੜਾ ਕੀੜਾ ਤੁਰਿਆ ਜਾਂਦਾ ਉਹਦੀ ਰੂਹ ਅਤੇ ਹਰਜੀਤ ਸਿੰਘ ਦੀ ਰੂਹ ਦਾ ਫਰਕ ਹੈ। ਦੋਨੇ ਹੀ ਉਹਦਾ ਪਰਿਵਾਰ ਨੇ, ਕੁੱਲ ਜਗਤ ਪਰਿਵਾਰ ਹੈ ਜਿਹੜਾ, ਉਹਦੇ ਸੋਲ ਦੋਨਾਂ 'ਚ ਇੱਕ ਭੇਜੀ ਹੋਈ ਹੈ। ਦੇਹ ਜਿਹੜੀ ਉਹਨੂੰ ਕੀੜੇ ਦੀ ਮਿਲ ਗਈ, ਮੈਨੂੰ ਬੰਦੇ ਦੀ ਮਿਲ ਗਈ, ਪਰ ਕਿਤੇ ਸੋਲ ਦਾ ਫਰਕ ਹੈ? ਨੋ। ਉਹਦੇ ਵਿੱਚੋਂ ਹੀ ਧਰਮ ਨਿਕਲਦਾ ਵੀ ਤੁਸੀਂ ਉਹਨੂੰ ਕੀੜੇ ਨੂੰ ਵੀ ਤੰਗੀ ਨਹੀਂ ਪਹੁੰਚਾ ਸਕਦੇ, ਕਿਉਂਕਿ ਸੇਮ ਸੋਲ ਉਹਦੇ 'ਚ ਉਹੀ ਆਤਮਾ ਉਸ ਕੀੜੇ 'ਚ ਟਰੈਵਲ ਕਰ ਰਹੀ ਹੈ। ਜੇ ਇਸ ਨੂੰ ਸਮਝਣਾ ਹੋਵੇ ਥੋੜ੍ਹਾ ਜਿਹਾ, ਹੋਰ ਸੌਖਾ ਕਰਦਾ। ਸਰਦਾਰ ਪਰਵਰ ਸਿੰਘ ਜੀ, ਸਰਦਾਰ ਜੀ ਪਰਵਰ ਸਿੰਘ ਜੀ। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਜਿਹੜਾ ਤੁਸੀਂ ਪੜ੍ਹਿਆ ਸੀ ਨਾ ਆਪਣੇ ਮਾਰੂ ਰਾਗ ਦੇ ਵਿੱਚੋਂ, ਜੀ 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 ਜੀ, ਇਹ ਬਿਲਕੁਲ ਨਾ, ਜੇ ਤੁਸੀਂ ਸਾਰਾ ਪੜ੍ਹ ਕੇ ਤੇ ਤੁਸੀਂ ਸਾਰਾ ਵਿਚਾਰੋ ਤੇ ਸੱਚੀ ਮੁੱਚੀ ਜਿਹੜੇ ਕਹਿੰਦੇ ਟਟੀਰੀ ਵਾਲੀ ਗੱਲ ਨਾ, ਇਹ ਤਾਂ ਫੇਰ ਵੀ ਟਟੀਰੀ ਦਿਖਦੀ ਆ। ਤੁਸੀਂ ਦੇਖੋ ਬੰਦਾ ਟਿਮਕਣਾ ਵੀ ਨਹੀਂ ਏਦਾਂ ਵੀ, ਉਹਦੇ ਜਿਹੜੇ ਰੰਗ ਆ ਨਾ ਉਹ ਨਿਆਰੇ ਆ, ਨਿਆਰੇ। ਜੀ ਜੀ ਹਾਂ, ਜਿਹੜਾ ਉਹਨੇ ਤਾਂ ਕਿਹਾ ਵੀ ਦੂਜਾ ਆਪਣਾ ਦੇਖੋ, ਮੈਂ ਇੱਕ ਥਾਂ ਪੜ੍ਹਿਆ ਸੀ, ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ ਜਿਹੜਾ ਉਪਦੇਸ਼ ਦਿੰਦੇ ਰਹੇ, ਉਹ ਵੀ ਅਜੇ ਆਪਣੇ ਮੰਡਲ ਦੇ ਵਿੱਚ ਹਵਾ ਚੱਲ ਰਹੀ। ਉਹ ਜਿਹੜੇ ਉਹਨਾਂ ਦੇ ਬੋਲ ਜਿਹੜੇ ਹੈਗੇ ਆ, ਜੇ ਆਪਣੇ ਨਾ ਹਾੜਾ ਨਾ ਹੋਵੇ ਤੇ ਇਧਰ ਨੂੰ ਤਰੱਕੀ ਹੋਵੇ, ਤੇ ਉਹ ਦਿਨ ਦੂਰ ਨਹੀਂ ਸਰਦਾਰ ਹਰਜੀਤ ਸਿੰਘ ਜੀ, ਆਪਾਂ ਉਹਨਾਂ ਦੇ ਉਪਦੇਸ਼ ਸੁਣ ਸਕਾਂਗੇ। ਜੀ ਜੀ। ਤੇ ਪਰ ਨਾ ਥੋੜਾ ਜਿਹਾ ਇਹ ਸ਼ਾਂਤੀ ਦੇ ਵਿੱਚ ਹੋਊਗਾ, ਜੇ ਸ਼ਾਂਤੀ ਵੱਲ ਨੂੰ ਜਾਵਾਂਗੇ ਤਾਂ। ਤੇ ਜਿਹੜੀ ਚੀਜ਼ ਹੈ ਨਾ, ਜਿਹੜਾ ਕਹਿੰਦੇ ਆ ਬਈ ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਪਾਇਆ ਬਣਾਇਆ, ਜਾਨੀ ਹੋਰ ਸਾਰੇ ਬੰਦੇ ਵੱਖੋ ਵੱਖ ਆ, ਸਾਰੇ ਅੱਡੋ ਅੱਡੀ, ਕੋਈ ਕਿਸੇ ਨਾਲ ਰਲਦਾ ਨਹੀਂ। ਦੇਖ ਲਓ। ਬਿਲਕੁਲ ਜੀ। ਤੇ ਬਾਕੀ ਜਿਹੜਾ ਅਰਬਦ ਨਰਬਦ ਵਾਲਾ ਤਾਂ ਦਿਸੀ ਜਾਂਦਾ ਬਈ ਕਿੰਨੇ ਸੂਰਜ, ਕਿੰਨੇ ਚੰਦਰਮਾ, ਕਿੰਨੇ ਸੌਰ ਮੰਡਲ, ਕਿੰਨੀਆਂ ਧਰਤੀਆਂ। ਇਹ ਤਾਂ ਲੋਕਾਂ ਦਾ ਦਿਮਾਗ ਹੀ ਦੂਜਾ ਆਪਣੇ ਚੱਕੇ ਜਾਣਾ ਜੀ। ਬਿਲਕੁਲ ਠੀਕ ਆ। ਜਿਵੇਂ ਨਾ ਏਕਾ ਪਾ ਕੇ ਤੇ ਸਿਫਰਾਂ ਲਾ ਦਿਓ, ਕਹਿੰਦੇ ਉਹ ਬੇਅੰਤ ਬੇਅੰਤ ਬੇਅੰਤ, ਇਨਫਿਨਿਟੀ। ਬਿਲਕੁਲ ਇਨਫਿਨਿਟੀ। ਹਾਂਜੀ, ਉੱਥੇ ਜਾ ਕੇ ਖੜਨਾ ਪਊਗਾ ਤੁਹਾਨੂੰ। ਉਹਦੇ ਰੰਗਾਂ ਦਾ ਕੋਈ ਪਤਾ ਨਹੀਂ ਕਿਸੇ ਦਾ ਵੀ। ਤੇ ਵਾਹਿਗੁਰੂ ਤੰਦਰੁਸਤੀਆਂ ਦੇਵੇ, ਖੁਸ਼ੀਆਂ ਦੇਵੇ, ਸਾਰੇ ਰਲ ਮਿਲ ਕੇ ਰਹਿਣ। ਬਿਲਕੁਲ ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਪਤਾ ਜੀ। ਥੈਂਕ ਯੂ ਜੀ। ਬਹੁਤ ਜ਼ਿਆਦਾ ਇਹਦਾ ਸਿਸਟਮ ਜਿਹੜਾ ਇਹਨੂੰ ਬਣਾ ਕੇ ਇਹਨੂੰ ਭੇਜਿਆ ਫਰਾਂਸ ਦੇ ਵਿੱਚੋਂ, ਇਹਨੂੰ ਸ਼ੁਰੂ ਕੀਤਾ, ਲਾਂਚ ਕੀਤਾ ਉਹਨਾਂ ਨੇ। ਅਤੇ ਏਰੀਅਨ 5 ਲਾਂਚ ਵਹੀਕਲ, ਵੱਡੇ ਰਾਕਟ ਸੀ। 25-26 ਮਿੰਟ ਬਾਅਦ ਰਾਕਟ ਪਰਾਂ ਹੋ ਗਏ ਅਤੇ ਜੇਮਸ ਵੈਬ ਟੈਲੀਸਕੋਪ ਉਹ ਤੋਂ ਪਰਾਂ ਹੋ ਗਈ। ਉਸੇ ਸਮੇਂ ਸੂਰਜੀ ਊਰਜਾ ਲੈਣ ਲਈ ਜਿਹੜੇ ਆਲੇ ਦੁਆਲੇ ਪਰ ਸੀ ਉਹ ਖੁੱਲ੍ਹ ਗਏ, ਉਹ ਨਾਲ ਊਰਜਾ ਮਿਲਣ ਲੱਗੀ, ਬੈਟਰੀ ਡਰੇਨ ਨਹੀਂ ਹੋਈ। ਪਹਿਲੇ ਦਿਨ ਜਿਹੜਾ L2 ਪੁਆਇੰਟ ਹੈ, ਧਰਤੀ ਆਲੇ ਦੁਆਲੇ ਘੁੰਮ ਰਹੀ ਹੈ ਸੂਰਜ ਦੇ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਜੇ ਵਾਲੇ ਪਾਸੇ ਨੂੰ, ਧਰਤੀ ਤੋਂ ਸੂਰਜ ਵਾਲੇ ਪਾਸੇ ਨੂੰ ਨਹੀਂ, ਦੂਸਰੇ ਪਾਸੇ ਨੂੰ ਜਿੱਧਰ ਨੂੰ ਮੰਗਲ ਨੇ ਉੱਧਰ ਨੂੰ ਪੁਆਇੰਟ ਆ ਉਹ। ਅਤੇ ਜੇ ਧਰਤੀ 365 ਦਿਨਾਂ ਦੇ ਆਲੇ ਦੁਆਲੇ ਘੁੰਮਦੀ ਆ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ, ਤਾਂ ਉਹ ਵੱਧ ਸਮੇਂ 'ਚ ਜੇਮਸ ਵੈਬ ਘੁੰਮਣਾ ਚਾਹੀਦਾ, 1 ਸਾਲ ਤੋਂ ਵੱਧ ਸਮਾਂ ਲੈਣਾ ਨਹੀਂ। ਪਰ ਉਹ ਉਸ ਗੁਰੂਤਾ ਸ਼ਕਤੀ ਉਸ ਪੁਆਇੰਟ 'ਤੇ L2 'ਤੇ ਖੜ੍ਹਾ ਹੈ ਜਿੱਥੇ ਧਰਤੀ ਦੇ ਨਾਲ ਅਤੇ ਸੂਰਜ ਨਾਲੋਂ ਲੌਕ ਹੋਇਆ ਹੋਇਆ। ਅਤੇ ਉਹ ਫਿਰ ਸੂਰਜ ਧਰਤੀ ਦੇ ਵਾਂਗੂ ਹੀ 365 ਦਿਨਾਂ 'ਚ ਆਲੇ ਦੁਆਲੇ ਘੁੰਮ ਰਿਹਾ ਅਤੇ ਦੂਰ ਤੱਕ ਉਸਨੇ ਮਾਰ ਕਰਨੀ ਹੈ। ਜਦ ਇਸ ਬਿਗ ਬੈਂਗ ਕੀ ਹੈ, ਸਟਰੈਚ ਹੋਇਆ, ਜਦ ਇਸ ਕੁਦਰਤ ਨੇ ਆਪਣੇ ਆਪ ਨੂੰ ਖਿੱਚਿਆ ਤਾਂ ਖਿੱਚਣ ਤੋਂ ਬਾਅਦ ਉਹ ਟੁੱਟਿਆ, ਟੁੱਟਣ ਤੋਂ ਬਾਅਦ ਗਰਦ ਬਣੀ, ਧੂੜਾਂ ਤੋਂ ਐਟਮ ਤੋਂ ਬਾਅਦ ਹੌਲੀ ਹੌਲੀ ਤਾਰੇ ਬਣੇ, ਤਾਰਿਆਂ ਤੋਂ ਗਲੈਕਸੀ, ਹਜ਼ਾਰਾਂ ਹੀ ਲੱਖਾਂ ਹੀ ਤਾਰੇ ਮਰ ਰਹੇ ਨੇ, ਨਵੇਂ ਤਾਰੇ ਬਣ ਰਹੇ ਨੇ। ਅਤੇ ਉੱਥੇ ਦੂਰ ਤੱਕ ਆਪਣੇ ਸੌਰ ਮੰਡਲ ਨਹੀਂ, ਆਪਣੇ ਇਸ ਆਕਾਸ਼ ਗੰਗਾ ਤੋਂ ਦੂਰ ਦੀਆਂ ਆਕਾਸ਼ ਗੰਗਾਵਾਂ ਦੇ ਵਿੱਚ ਕੀ ਹੈ,
ਪਹਿਲੇ ਤਾਰੇ ਕਿਵੇਂ ਬਣੇ, ਕਿਹੋ ਜਿਹੇ ਨੇ ਉਹ ਹੋਣ, ਅਤੇ ਕੋਸ਼ਿਸ਼ ਇਸਨੇ ਕਰਨੀ ਹੈ ਵੀ 10 ਕਰੋੜ ਲਾਈਟ ਈਅਰ ਦੂਰ ਤੱਕ ਇਹ ਜਾਵੇ। ਪਰ ਜਿਹੜੇ ਪਹਿਲੇ ਤਾਰੇ ਬਣੇ ਨੇ ਉਹ 13 ਅਰਬ ਸਾਲ ਪਹਿਲਾਂ ਬਣੇ ਨੇ, ਤਾਂ ਉਹ 13 ਅਰਬ ਸਾਲ ਆਪਾਂ ਗਿਣੇ ਨੇ, ਕਿਉਂਕਿ 13 ਅਰਬਾਂ ਦੇ ਵਿੱਚ ਪ੍ਰਕਾਸ਼ ਉਹਨਾਂ ਤਾਰਿਆਂ ਦਾ ਸਾਡੀ ਧਰਤੀ ਤੱਕ ਪਹੁੰਚਿਆ, ਤਾਂ ਉਹਨੂੰ 13 ਈਅਰਸ ਇਹ ਗਿਣਦੇ ਨੇ। ਮੈਂ ਪਾਲ ਸਿੰਘ ਪੁਰੇਵਾਲ ਨੂੰ ਲੈ ਕੇ ਆਵਾਂਗਾ, ਉਹ ਇਹਦੇ ਉੱਪਰ ਸਾਇੰਸਦਾਨੀ ਨੇ ਅਤੇ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਬਣਾਇਆ, ਉਹ ਇਸ ਨੂੰ ਹੋਰ ਖੋਲ੍ਹਣਗੇ। ਮੇਰੀ ਜਿੰਨੀ ਕੁ ਤੱਕ ਜਿੱਥੇ ਤੱਕ ਮੱਤ ਆ ਉਨੀ ਕੁ ਮੈਂ ਗੱਲ ਕਰ ਸਕਦਾ। ਸਰ ਔਲਖ ਲਾਈਨ ਨੰਬਰ 1। ਸਰ ਚਰਨ ਸਿੰਘ ਔਲਖ ਜੀ। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਤੁਹਾਡਾ ਟਾਪਿਕ ਹੁੰਦਾ ਹੈ, ਮੈਂ ਬਹੁਤ ਲਾਈਕ ਕਰਦਾ। ਮੈਂ ਬੋਲਣਾ ਚਾਹੁੰਦਾ ਸੀਗਾ ਪਰ ਮੇਰੀ ਕਪੈਸਿਟੀ ਨਹੀਂ ਜਿੰਨੀ ਤੁਹਾਡੀ ਆ ਨਾਲੇਜ ਦੀ, ਮੈਂ ਐਕਸਪਲੇਨ ਨਹੀਂ ਕਰ ਸਕਦਾ। ਪਰ 2 ਗੱਲਾਂ ਮਾੜੀਆਂ ਮੈਂ ਦੱਸਦਾ ਵਾ ਤੁਹਾਡੇ ਤੋਂ, ਬਹੁਤ ਛੋਟੀਆਂ ਵੀ ਵਾਸਟਨੈਸ ਸੂਰਜ ਦਾ ਕਿੰਨਾ ਵਾਸਟ ਆ। 1 ਸਕਿੰਟ ਦੀ 40 ਲੱਖ ਟਨ ਹਾਈਡਰੋਜਨ ਇਹਦੀ 1 ਸਕਿੰਟ ਦੀ ਬਲਦੀ ਆ, 1 ਸਕਿੰਟ ਦੀ। ਤੇ ਮੇਰੇ ਕੋਲ ਕਿਤਾਬ ਪਈ, ਮੈਂ ਉਹਦੇ ਤੋਂ ਲੈ, ਆਪਣੇ ਕੋਲ ਨਹੀਂ ਬਣਾਈ ਗੱਲ ਜੀ। ਤੇ ਉਹ 1 ਸਕਿੰਟ ਦੇ ਵਿੱਚ ਵੀ ਅਜੇ 50 ਕਰੋੜ ਸਾਲ, 50 ਅਰਬ ਸਾਲ ਤਾਈਂ ਇਹ ਜਿਹੜੀ ਹੈ ਨਾ ਇੰਨੀ ਹਾਈਡਰੋਜਨ ਬਲਦੀ ਆ 1 ਸਕਿੰਟ ਦੀ, ਤੇ 50 ਕਰੋੜ ਸਾਲ ਤਾਈਂ ਅਜੇ ਤਾਈਂ ਇਹ ਨਹੀਂ ਗੀ ਮੁੱਕਣੀ। ਉਦੋਂ ਬਾਅਦ ਇਹ ਖਤਮ ਹੋਣੀ ਸ਼ੁਰੂ ਹੋ ਜਾਣੀ। ਉਦੋਂ ਸੂਰਜ ਨੇ ਆਪਣਾ ਆਪਣਾ ਪ੍ਰਤਾਪ ਜਿਹੜਾ ਗਵਾ ਲੈਣਾ ਵਾ, ਇਹਨੇ ਵੀ ਜ਼ੀਰੋ ਹੋ ਕੇ ਰਹਿ ਜਾਣਾ ਵਾ, ਸਾਰਾ ਖਤਮ ਹੋ ਜਾਣੀ ਗੱਲ। ਤੇ ਇਹ ਵੀ ਜਿਸ ਤਰ੍ਹਾਂ ਦੂਜੇ ਤਾਰੇ ਰੋਜ਼ ਟੁੱਟਦੇ ਆ, ਉਦੋਂ ਵੀ ਇਹ ਕਿਤੇ ਹੋਰ ਥਾਂ ਜਾ ਕੇ ਆਪਣੀ ਜਗ੍ਹਾ ਬਣਾ ਲੂਗਾ, ਮਤਲਬ ਉਹਦੇ ਤਾਈਂ ਇਹਦੀ ਸ਼ਕਤੀ ਜਿਹੜੀ ਘਟ ਜਾਣੀ ਆ। ਜੇ ਆਪਾਂ ਜੇ ਤੇ ਧਰਤੀ ਤੇ ਆਪਾਂ ਰਹਿੰਦੇ ਹਾਂ ਨਾ, ਇਸ ਤੇ ਇਹਦੀ ਸਾਈਜ਼ ਵੇਖਣਾ ਹੋਵੇ, ਤੇ ਮੈਂ ਤੁਹਾਡੇ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਵਾਂ ਵੀ ਹਿਮਾਲਿਆ ਪਰਬਤ ਦੇ ਉਹਦੇ ਪੈਰ ਦੇ ਵਿੱਚ ਇੱਕ ਸਰੋਂ ਦਾ ਦਾਣਾ ਰੱਖ ਲਓ ਨਾ ਜੀ, ਹਿਮਾਲਿਆ ਪਰਬਤ ਦੇ, ਤੇ ਸਾਡੀ ਧਰਤੀ ਉੱਡ ਹੀ ਗਿਆ। ਇਹਦੀ ਵਾਸਟਨੈਸ ਦੇ ਵਿੱਚ ਸਾਡਾ ਇੰਨਾ ਕਿਤਾਬ ਜਿੰਨਾ ਹਿਮਾਲਿਆ ਪਰਬਤ ਦੇ ਪੈਰ ਦੇ ਵਿੱਚ ਇੱਕ ਸਰੋਂ ਦਾ ਦਾਣਾ ਰੱਖਿਆ ਹੋਵੇ, ਅਸੀਂ ਉਹਦੇ ਉੱਤੇ ਹੀ ਸਾਡੇ ਪਹਾੜ, ਉਹਦੇ ਇਸੇ ਤੇ ਸਾਡੇ ਸਮੁੰਦਰ, ਇਸੇ ਤੇ ਵੱਡੀਆਂ ਬਿਲਡਿੰਗਾਂ ਪਾਈ ਬੈਠੀਆਂ, ਇਸੇ ਦੇ ਮੋਟਰਾਂ ਕਾਰਾਂ ਭੱਜੀਆਂ ਫਿਰਦੀਆਂ ਇਸੇ ਤੇ ਹੀ। ਤੇ ਇਹਦੇ ਵਾਸਟਨੈਸ ਦੇ ਵਿੱਚ ਵੇਖੋ ਕਿੰਨਾ ਕੁਛ ਆ, ਇਹਦੇ ਇੱਕ ਸਰੋਂ ਦੇ ਦਾਣੇ ਜਿਹਦੀ ਇਹਦਾ ਸਾਈਜ਼ ਆ ਸਾਰਾ। ਥੈਂਕ ਯੂ ਵੈਰੀ ਮਚ। ਧੰਨਵਾਦ। ਅੱਛਾ ਸੁਣਿਓ, ਇੱਕ ਮੈਂ ਹੋਰ ਗੱਲ ਇਹ 'ਚ ਕਰਾਂ। ਧਰਤੀ ਤੁਹਾਡੀ ਆਪਣੇ ਧੁਰੇ 'ਤੇ ਵੀ ਘੁੰਮਦੀ ਹੈ, ਧਰਤੀ ਸੂਰਜ ਦੇ ਆਲੇ ਦੁਆਲੇ ਵੀ ਘੁੰਮਦੀ ਹੈ, ਸਾਰਾ ਸੌਰ ਮੰਡਲ ਫੇਰ ਆਕਾਸ਼ ਗੰਗਾ 'ਚ ਘੁੰਮ ਰਿਹਾ, ਆਲੇ ਦੁਆਲੇ ਕਿਸੇ ਚੀਜ਼ ਦੀ ਨਹੀਂ ਬੰਨੀ ਹੋਈ, ਸਿਰਫ ਤੇ ਸਿਰਫ ਗੁਰੂਤਾ ਸ਼ਕਤੀ ਨੇ ਧਰਤੀ ਜਿਹੜੀ ਹੈ ਉਹਦੀ ਆਪਣੀ ਗੁਰੂਤਾ ਸ਼ਕਤੀ ਤੇ ਸੂਰਜ ਦੀ ਗ੍ਰੈਵੀਟੇਸ਼ਨਲ ਜਿਹੜੀ ਫੋਰਸਿਸ ਨੇ ਉਹਦੇ ਆਲੇ ਦੁਆਲੇ ਘੁੰਮ ਰਹੀ ਹੈ। ਅਤੇ ਤੁਸੀਂ ਐਂ ਵੇਖਿਓ ਜਿਵੇਂ ਜਵਾਕ ਕੁੱਛੜ ਚੱਕ ਕੇ ਨਹੀਂ ਆਪਾਂ ਤੁਰੇ ਜਾਂਦੇ, ਇਸ ਤਰ੍ਹਾਂ ਸਾਡੇ ਵਾਲਾ ਜਿਹੜਾ ਚੰਦ ਹੈ ਉਹ ਸਾਡੀ ਧਰਤੀ ਦੇ ਨਾਲ ਘੁੰਮੇ, ਉਹ ਆਪਣੀ ਧਰਤੀ ਦੇ ਆਲੇ ਦੁਆਲੇ ਸਾਡੀ ਦੇ ਘੁੰਮ ਰਿਹਾ, ਸਾਡਾ ਚੰਦ ਹੈ, ਅਤੇ ਉਹ ਬਣਿਆ ਬਣਾਇਆ ਸਮੂਹ ਫਿਰ ਸੂਰਜ ਦੇ ਆਲੇ ਦੁਆਲੇ ਘੁੰਮ ਰਿਹਾ। ਦੇਖੋ ਕੁਦਰਤ ਕੀ ਕਹਾਣੀ ਹੈ। ਉਹ ਧਰਤੀ ਕਹਿੰਦੇ ਸੂਰਜ ਵੱਲ ਨੂੰ ਡਿੱਗਦੀ ਕਿਉਂ ਨਹੀਂ। ਮੈਂ ਅੱਗੇ ਵੀ ਕਿਹਾ ਵੀ ਡੋਲੂ ਘੁਮਾਉਂਦੇ ਹੁੰਦੇ ਸੀ ਨਾ ਪਾਣੀ ਦਾ, ਜਦ ਇੱਕ ਤੀਬਰਤ ਇੱਕ ਸਿਮੀਲਰ ਜਿਹੜੀ ਰਫਤਾਰ 'ਤੇ ਜਦ ਤੁਸੀਂ ਹੱਥ 'ਚ ਘੁਮਾਉਂਦੇ ਹੋ, ਪਾਣੀ ਨਹੀਂ ਡੋਲੂ 'ਚ ਡੁੱਲਦਾ ਹੁੰਦਾ, ਛੋਟੇ ਹੁੰਦੇ ਕਰਦੇ ਸੀ ਆਪਾਂ। ਤੁਸੀਂ ਐਂ ਵੇਖੋ ਵੀ ਗੱਭੇ ਉਹਦੇ ਆਲੇ ਦੁਆਲੇ ਧਰਤੀ ਘੁੰਮ ਰਹੀ ਹੈ, ਧਰਤੀ ਦੇ ਆਲੇ ਦੁਆਲੇ ਸਾਡਾ ਚੰਦ ਘੁੰਮ ਰਿਹਾ, ਦੋਨਾਂ ਹੀ ਡਿਵਿਡਾ ਉਹ ਬਣਿਆ ਬਣਾਏ ਸੂਰਜ। ਹਾਲੇ ਤਾਂ ਸਾਨੂੰ ਕੁਛ ਨਹੀਂ ਪਤਾ, ਇਹ ਫੋਟੋਆਂ ਦੂਰ ਦੀਆਂ, ਤਾਂ ਸਾਨੂੰ ਤਾਂ ਗ੍ਰਹਿਾਂ ਦੇ ਬਾਰੇ ਨਹੀਂ ਪਤਾ, ਹਾਲੇ ਤਾਂ ਚੰਦ ਦੇ ਬਾਰੇ ਹੀ ਅਤੇ ਮੰਗਲ ਦੀ ਤਿਆਰੀ ਆ, ਬਾਕੀ ਤਾਂ ਦੂਰ ਦੀ ਕਹਾਣੀ ਹੈ, ਬਹੁਤ ਹਲੇ ਦੂਰ ਦੀ ਇਹ ਗੱਲ ਹੈ। ਲੈ ਵੀ ਅੱਜ ਤਾਂ ਬੱਸ ਹੋ ਗਈ, ਅਤੇ ਗੀਤ ਇੱਕ ਅਖੀਰ 'ਚ ਸੁਣਾ ਦੇਵਾਂ ਫਿਰ ਸਦੀਕ ਦਾ। ਕੱਲ੍ਹ ਨੂੰ ਮੁੜਦੇ, ਅਤੇ ਕੱਲ੍ਹ ਨੂੰ ਬਾਈ ਸੁਰਿੰਦਰ ਸਿੰਘ ਦਾਊ ਮਾਜਰੇ ਦੀ ਕਹਾਣੀ ਤੁਹਾਡੇ ਸਨਮੁਖ ਹੋਣੀ ਹੈ।